ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਦਾ ਪਹਿਲਾ ਹਿੱਸਾ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਅੱਜ ਮੇਰੇ ਨਾਲ ਵਿਸ਼ੇਸ਼ ਮਹਿਮਾਨ ਨੇ ਜੀ। ਸਾਡੇ ਇੱਥੇ ਇਕਨੋਮੀ ਦੇ ਬਾਰੇ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਦੇਵ ਦੂੜੇ ਹੋਰਾਂ ਨਾਲ ਗੱਲ ਕਰਦੇ ਹਾਂ, ਖਾਸ ਕਰਕੇ ਐਗਰੀਕਲਚਰ ਇਕਨੋਮੀ ਦੇ ਬਾਰੇ ਕਾਫੀ ਉਹਨਾਂ ਦਾ ਜਿਹੜਾ ਗਿਆਨ ਹੈ, ਕਾਫੀ ਸਟੱਡੀ ਉਹਨਾਂ ਕੀਤੀ ਹੋਈ ਹੈ। ਔਰ ਸਾਡੇ ਇੱਥੇ ਟੋਰਾਂਟੋ ਵਿੱਚ ਜਿੰਨੇ ਵੀ ਲੋਕ ਨੇ, ਖਾਸ ਕਰਕੇ ਜਿਹੜੇ ਪੰਜਾਬ ਦੇ ਨਾਲ ਪਿਆਰ ਕਰਨ ਵਾਲੇ ਲੋਕ ਨੇ, ਉਹ ਕਿਸਾਨ ਮੂਵਮੈਂਟ ਨੂੰ ਬੜੀ ਨੀਝ ਨਾਲ ਵੇਖ ਰਹੇ ਆ। ਉਹਨਾਂ ਸ਼ਖਸੀਅਤਾਂ ਵਿੱਚੋਂ ਇੱਕ ਦੇਵ ਦੂੜੇ ਹਰੀ ਨੇ, ਜਿਹੜੇ ਲਗਾਤਾਰ ਪੰਜਾਬ ਦੀ ਇਕਨੋਮੀ ਬਾਰੇ ਫਿਕਰਮੰਦ ਨੇ। ਨਾ ਸਿਰਫ ਕਿਸਾਨ ਅੰਦੋਲਨ ਦੇ ਵੇਲੇ ਤੋਂ ਹੀ, ਬਹੁਤ ਸਮਾਂ ਪਹਿਲਾਂ ਤੋਂ ਹੀ ਲਗਾਤਾਰ ਉਹ ਆਪਣੇ ਜਿਹੜੇ ਆਰਟੀਕਲਸ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਮੁੱਦੇ ਜਿਹੜੇ ਉਹਨਾਂ ਨੂੰ ਉਠਾਉਂਦੇ ਰਹੇ। ਜਾਨੀ ਕਿ ਜੇਕਰ ਕਿਸਾਨ ਅੰਦੋਲਨ ਦੇ ਹੁਣ ਮੌਜੂਦਾ ਹਾਲਾਤ ਦੀ ਗੱਲ ਵੇਖੀਏ, ਜਿਹੜੀਆਂ ਚੀਜ਼ਾਂ ਕਿਸਾਨ ਅੰਦੋਲਨ ਨੇ ਅੱਗੇ ਲੈ ਕੇ ਆਂਦੀਆਂ, ਬਹੁਤ ਸਾਰੇ ਸਾਡੇ ਜਿਹੜੇ ਆਰਥਿਕ ਮਾਹਰ ਨੇ, ਖਾਸ ਕਰਕੇ ਐਗਰੀਕਲਚਰ ਦੇ ਆਰਥਿਕ ਮਾਹਰ, ਉਹ ਇਹਨਾਂ ਚੀਜ਼ਾਂ ਬਾਰੇ ਸਾਨੂੰ ਸੁਚੇਤ ਕਰਦੇ ਰਹੇ। ਪਰ ਕਿਤੇ ਨਾ ਕਿਤੇ ਲਾਪਰਵਾਹੀ ਜਿਹੜੀ ਆ ਉਹ ਚੱਲਦੀ ਰਹੀ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਦੇਵ ਦੂੜੇ ਹੋਰਾਂ ਨਾਲ ਅਸੀਂ ਕਰਾਂਗੇ, ਉਹਨਾਂ ਕੋਲੋਂ ਜਾਣਾਂਗੇ ਉਹਨਾਂ ਦੇ ਵਿਚਾਰ। ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰ ਲਈਏ ਜੀ। ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਦੂੜੇ ਸਾਹਿਬ। ਥੈਂਕ ਯੂ ਜੀ। ਦੂੜੇ ਸਾਹਿਬ, ਜਿਵੇਂ ਮੈਂ ਗੱਲ ਕਰ ਰਿਹਾ ਹਾਂ ਕਿ ਜਿਹੜੀ ਪੰਜਾਬ ਦੀ ਇਕਨੋਮੀ ਆ ਉਹ ਬੇਸਡ ਨੇ ਐਗਰੀਕਲਚਰ ਤੇ ਬੇਸਡ ਹੈ। ਵੈਸੇ ਤਾਂ ਪੂਰੇ ਭਾਰਤ ਦੀ ਇਕਨੋਮੀ, ਭਾਵੇਂ ਕਿਹਾ ਜਾਂਦਾ ਹੈ ਕਿ ਮੌਜੂਦਾ ਦੌਰ ਦੇ ਵਿੱਚ ਉਹਦੀ ਜਿਹੜੀ ਸ਼ੇਅਰ ਹੈ ਉਹ 5 ਤੋਂ 10%, ਕੋਈ ਕਹਿੰਦਾ ਕੋਈ 15% ਤੱਕ ਕਹਿੰਦਾ ਹੈ। ਪਰ ਜਿਸ ਤਰੀਕੇ ਨਾਲ ਲੋਕ ਜੁੜੇ ਨੇ ਐਗਰੀਕਲਚਰ ਨਾਲ, ਉਹਨਾਂ ਦੀ ਗਿਣਤੀ ਮਤਲਬ 2/3 ਦੇ ਕਰੀਬ ਹੋ ਜਾਂਦੀ ਹੈ। 65 ਤੋਂ 70% ਦੇ ਕਰੀਬ ਲੋਕ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਖੇਤੀ ਨਾਲ ਜੁੜੇ ਨੇ। ਸਾਡਾ ਜਿਹੜਾ ਪੇਂਡੂ ਭਾਰਤ ਹੈ ਉਹ ਐਗਰੀਕਲਚਰ ਦੇ ਨਾਲ ਵਾਸਤਾ ਹੈ, ਭਾਵੇਂ ਸਿੱਧੇ ਤੌਰ ਤੇ ਹੋਵੇ ਭਾਵੇਂ ਸਿੱਧੇ ਤੌਰ ਤੇ ਨਾ ਹੋਵੇ। ਇਸੇ ਕਰਕੇ ਹੀ ਜਿਹੜੀ ਇਹ ਕਿਸਾਨ ਅੰਦੋਲਨ ਵਾਲੀ ਹੁਣ ਅੰਦੋਲਨ ਉੱਠਿਆ ਹੈ, ਇਹਦੇ ਪਿੱਛੇ ਭਾਵੇਂ ਹੋਰ ਬਹੁਤ ਸਾਰੇ ਫੈਕਟਰ ਨੇ ਜਿਹੜੇ ਹੁਣ ਤਾਂ ਲੋਕ ਸਮਝਣ ਲੱਗੇ ਬਹੁਤ ਸਾਰੀਆਂ ਚੀਜ਼ਾਂ। ਜਦੋਂ ਇਹ ਗੱਲਾਂ ਤੁਸੀਂ ਲੋਕ, ਸਿਆਣੇ ਲੋਕ 5-7 ਸਾਲ ਪਹਿਲਾਂ ਕਰਦੇ ਹੁੰਦੇ ਸੀ ਤੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਸੀ ਆਉਂਦੀ। ਸਾਰੇ ਸਮਝਦੇ ਸੀ ਕਿ ਨਹੀਂ ਜੀ ਇਹ ਤਾਂ ਕਾਗਜ਼ੀ ਜਾਂ ਗਿਆਨ ਹੈ, ਜਿਹੜੀਆਂ ਇਹ ਗੱਲਾਂ ਕਰਦੇ ਨੇ। ਵਾਹੀ ਤੇ ਜਿਹੜਾ ਕਰਦਾ ਬੰਦਾ ਉਹਨੂੰ ਹੀ ਪਤਾ ਲੱਗ ਸਕਦਾ ਖੇਤੀ ਹੁੰਦੀ ਕੀ ਆ। ਜਿਹਨੂੰ ਜਿਹੜਾ ਕਦੀ ਵੱਟ ਤੇ ਨਹੀਂ ਗਿਆ, ਜਿਹਨੇ ਕਦੀ ਸਿਆੜ ਨਹੀਂ ਕੱਢਿਆ, ਉਹਨੂੰ ਕੀ ਪਤਾ ਖੇਤੀ ਕੀ ਹੁੰਦੀ ਆ। ਪਰ ਜਿਹੜੀ ਇਕਨੋਮੀ ਆ ਤੇ ਖੇਤੀ ਆ, ਇਹ ਦੋ ਚੀਜ਼ਾਂ ਐਸੀਆਂ ਜੁੜੀਆਂ ਨੇ ਕਿ ਇਹ ਇੱਕ ਦੀ ਪੂਰੀ ਸਟੱਡੀ ਆ, ਪੜ੍ਹਾਈ ਆ ਜਿਹੜੀ ਤੁਸੀਂ ਕੀਤੀ ਆ, ਔਰ ਜਿਹਦੇ ਬਾਰੇ ਤੁਸੀਂ ਬਹੁਤ ਗਹਿਰਾ ਜਿਹੜਾ ਗਿਆਨ ਰੱਖਦੇ ਹੋ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ, ਆਪਾਂ ਜਿਹੜੇ ਪੁਆਇੰਟਸ ਨੇ ਉਹਨਾਂ ਦੇ ਉੱਤੇ 1 to 1 ਗੱਲ ਕਰਦੇ ਜਾਣਾ ਆ ਕਿ ਇਹ ਨੌਬਤ ਆਈ ਕਿਉਂ, ਮਤਲਬ ਭਾਰਤ ਵਿੱਚ ਇਹਨਾਂ ਕਾਨੂੰਨਾਂ ਦੀ ਲੋੜ ਕਿਉਂ ਪਈ, ਤੇ ਇਹ ਕਾਨੂੰਨ ਕਿੱਦਾਂ ਐਂਟੀ ਪੀਪਲ ਨੇ, ਜਿਹਨੂੰ ਨਾਂ ਦਿੱਤਾ ਗਿਆ ਕਾਲੇ ਬਿੱਲ, ਇਹ ਕਾਲੇ ਕਿਉਂ ਆ, ਇਹਨਾਂ 'ਚ ਕੀ ਕੀ ਕਮਜ਼ੋਰੀਆਂ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਗਿਣਾ ਰਹੀਆਂ ਨੇ। ਤੁਸੀਂ ਆਪਣੇ ਸ਼ਬਦਾਂ 'ਚ ਸਾਨੂੰ ਸਮਝਾਓ ਕਿ ਅਸਲ ਵਿੱਚ ਇਹਦੀ ਨੌਬਤ ਹੀ ਕਿਉਂ ਆਈ। ਪਹਿਲੀ ਗੱਲ ਤੇ ਆ। ਹਾਂਜੀ ਹਰਜੀਤ ਜੀ, ਦੁਨੀਆ ਭਰ ਦੇ ਵਿੱਚ ਨਾ ਨਿਊ ਲਿਬਰਲ ਇਕਨੋਮਿਕਸ ਅੱਜਕੱਲ ਚੱਲ ਰਹੀ ਹੈ ਜੀ, ਜਿਹੜੀ ਜੇ ਤੁਹਾਨੂੰ ਯਾਦ ਹੋਊਗਾ 70ਵਿਆਂ ਤੋਂ ਬਾਅਦ 70ਵਿਆਂ ਤੱਕ ਕੇਨਜ਼ੀਅਨ ਇਕਨੋਮਿਕਸ ਜਿਹੜੀ ਹੈ ਨਾ ਉਹ ਮੇਨ ਸਟ੍ਰੀਮ ਚੱਲਦੀ ਸੀ। ਤੇ ਉਹ ਤੋਂ ਬਾਅਦ ਜਦੋਂ 70ਵਿਆਂ ਦੇ ਵਿੱਚ ਆਇਲ ਦੀਆਂ ਕੀਮਤਾਂ ਬਹੁਤ ਚੜ੍ਹਨ ਲੱਗ ਪਈਆਂ ਤਾਂ ਕੇਨਜ਼ੀਅਨ ਇਕਨੋਮਿਕਸ ਜਿਹੜੀ ਆ ਉਹਨੂੰ ਵੀ ਨਹੀਂ ਸਮਝਣ ਲੱਗ ਪਏ, ਫੇਲ ਹੋ ਗਈ, ਕਿਉਂਕਿ ਇਨਫਲੇਸ਼ਨ ਰੇਟ ਬਹੁਤ ਵੱਧ ਗਿਆ ਸੀ। ਕੋਈ 10-11%, ਇੰਗਲੈਂਡ ਦੇ ਵਿੱਚ ਤਾਂ 25% ਤੱਕ ਵੀ ਇਨਫਲੇਸ਼ਨ ਰੇਟ ਚਲੇ ਗਿਆ ਸੀ। ਤੇ ਉਹ ਤੋਂ ਬਾਅਦ ਜਦੋਂ 81 ਦੇ ਵਿੱਚ ਮੰਦਾ ਪਿਆ ਤੇ ਉਹ ਤੋਂ ਬਾਅਦ ਨਿਊ ਲਿਬਰਲ ਇਕਨੋਮਿਕਸ ਆਈ, ਰੇਗਨ, ਥੈਚਰ ਵਗੈਰਾ ਜਿਹੜੇ ਜਦੋਂ ਆਏ, ਤੇ ਉਹ ਇਕਨੋਮਿਕਸ ਜਿਹੜੀ ਆ ਉਹ ਇਸ ਵੇਲੇ ਦੁਨੀਆ ਦੇ ਵਿੱਚ ਪ੍ਰਚਲਿਤ ਆ ਜੀ। ਤੇ ਇਹ ਕਾਨੂੰਨ ਜਿਹੜੇ ਆ ਉਸੇ ਇਕਨੋਮਿਕਸ ਦੇ ਅਧੀਨ ਉਹਦੇ ਸਿਧਾਂਤਾਂ ਦੇ ਅਨੁਸਾਰ ਲਿਆਂਦੇ ਗਏ ਆ ਕਿ ਸਭ ਕੁਝ ਜਿਹੜਾ ਉਹ ਮਾਰਕੀਟ ਲਈ ਖੁੱਲ੍ਹਾ ਛੱਡ ਦਿਓ। ਪਰ ਵਿੱਚ ਥੋੜ੍ਹੀ ਜਿਹੀ ਸਮੱਸਿਆ ਇਹ ਵੀ ਆ ਜਾਂਦੀ ਕਿ ਜਿਹੜੇ ਲੋਕ ਇਹ ਥਿਊਰੀ ਦਾ ਨੂੰ ਪ੍ਰੋਪਗੇਟ ਕਰਦੇ ਆ ਅੱਗੇ,
ਉਹ ਕਈ ਵਾਰੀ ਕ੍ਰੋਨੀ ਕੈਪੀਟਲਿਜ਼ਮ ਜਿਹੜਾ ਨਾ ਉਹ ਚੱਲ ਪੈਂਦਾ ਕਿ ਉਹਨਾਂ ਦੀਆਂ ਫੇਵਰਿਟ ਕਾਰਪੋਰੇਸ਼ਨਾਂ ਨੂੰ ਉਹ ਥੋੜਾ ਜ਼ਿਆਦਾ ਫਾਇਦਾ ਦੇਣਾ ਚਾਹੁੰਦੇ ਆ। ਸੋ ਗੱਲ ਅਸਲ ਦੇ ਵਿੱਚ ਇਹ ਆ ਕਿ ਕਿਸਾਨਾਂ ਨੇ ਇਹ ਸੋਚਦੇ ਹੋਏ ਕਿ ਉਹ ਆਪਣੇ ਹਿੱਤਾਂ ਨੂੰ ਪ੍ਰੋਟੈਕਟ ਕਰਦੇ ਆ, ਉਹਨਾਂ ਨੇ ਨਿਓ ਲਿਬਰਲ ਇਕਨੋਮਿਕਸ ਦੇ ਉੱਤੇ ਇੱਕ ਤਰ੍ਹਾਂ ਨਾਲ ਜੰਗ ਡਿਕਲੇਅਰ ਕੀਤੀ ਆ। ਤੇ ਇਹ ਗੱਲ ਜਿਹੜੀ ਹੈ ਇਹ ਬਹੁਤ ਲਾਜ਼ਮੀ ਆ, ਕਿਉਂਕਿ ਜਦੋਂ ਦੀ ਨਿਓ ਲਿਬਰਲ ਇਕਨੋਮਿਕਸ ਆਈ ਆ, ਅਮੀਰ ਗਰੀਬ ਦਾ ਪਾੜਾ ਦੁਨੀਆ ਭਰ ਦੇ ਵਿੱਚ ਬਹੁਤ ਵੱਧ ਗਿਆ। ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਬਿਲੀਅਨੇਅਰ ਕਿੱਧਰ ਜਾ ਰਹੇ ਆ, ਤੇ ਆਮ ਲੋਕ ਜਿਹੜੇ ਅਮਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਆਪਾਂ ਮਿਡਲ ਕਲਾਸ ਜਿਹੜੀ ਆ ਉਹਦੇ ਮੁਕਾਬਲੇ 'ਚ ਜਿਹੜੀ ਬਿਗ ਮਨੀ ਆ ਉਹ ਬਹੁਤ ਵੱਡਾ ਹੋ ਰਿਹਾ। ਤੇ ਇਹ ਗੱਲ ਜਿਹੜੀ ਆ 20ਵੀਂ ਸਦੀ ਦੇ ਵਿੱਚ ਜਦੋਂ ਕੇਨਜ਼ੀਅਨ ਇਕਨੋਮਿਕਸ ਚੱਲਦੀ ਸੀ ਤਾਂ ਉਹਦੇ ਨਾਲੋਂ ਡਿਫਰੈਂਟ ਆ। ਤਾਂ ਇਹਦੇ ਨਤੀਜੇ ਬੜੇ ਭਿਆਨਕ ਨਿਕਲ ਸਕਦੇ, ਕਿਉਂਕਿ ਇਹਦੇ ਨਾਲ ਬਹੁਤ ਵੱਡਾ ਮੰਦਾ ਵੀ ਪੈ ਸਕਦਾ। ਖੈਰ, ਆਪਾਂ ਜੇ ਵਾਪਸ ਬਿੱਲਾਂ ਨੂੰ ਇੱਧਰ ਨੂੰ ਆਈਏ, ਡਾਕਟਰ ਮੈਂ ਦੂੜਾ ਸਾਹਿਬ ਥੋੜਾ ਜਿਹਾ ਇੱਥੇ ਰੋਕ ਕੇ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣੀ ਚਾਹਣਾ। ਜਿਹੜੀਆਂ ਟਰਮਸ ਆਪਾਂ ਯੂਜ਼ ਕਰਦੇ ਆ ਨਾ ਇਕਨੋਮੀ ਬਾਰੇ, ਕਈ ਲੋਕਾਂ ਨੂੰ, ਮੇਰੇ ਵਰਗਿਆਂ ਨੂੰ ਬਹੁਤੀ ਸਮਝ ਨਹੀਂ ਆਉਂਦੀ। ਜਿਹੜੀ ਨਿਊ ਲਿਬਰਲ ਇਕਨੋਮੀ ਆ, ਨਿਓ ਲਿਬਰਲ ਇਕਨੋਮੀ, ਥੋੜਾ ਜਿਹਾ ਨੂੰ ਐਕਸਪਲੇਨ ਕਰੀਏ ਵੀ ਉਹ ਬੇਸਿਕਲੀ ਹੈ ਕਿ ਕਿਸ ਤਰ੍ਹਾਂ ਕੈਪੀਟਲਿਜ਼ਮ ਨੂੰ ਸਪੋਰਟ ਕਰਦੀ ਆ ਔਰ ਕਿਸ ਤਰ੍ਹਾਂ ਫ੍ਰੀ ਮਾਰਕੀਟ ਜਿਹੜੀ ਆ ਉਹਦੇ ਏਜੰਡੇ ਤੇ ਹੁੰਦੀ ਆ, ਤੇ ਕਿਸ ਤਰੀਕੇ ਨਾਲ ਮਤਲਬ ਉਹ ਸਾਰਾ ਹੁੰਦਾ। ਥੋੜਾ ਜਿਹਾ ਨੂੰ ਐਕਸਪਲੇਨ ਕਰੀਏ ਤਾਂ ਕਿ ਸਾਨੂੰ ਪੰਜਾਬੀ 'ਚ ਸਾਰਿਆਂ ਨੂੰ ਸਮਝ ਆ ਜਾਏ। ਹਾਂਜੀ, ਜ਼ਰੂਰ। ਜਿਹੜੀ ਨਿਓ ਲਿਬਰਲ ਇਕਨੋਮਿਕਸ ਹੈ ਉਹਦਾ ਬੁਨਿਆਦੀ ਗੱਲ ਉਹ ਤੁਸੀਂ ਵਿੱਚ ਕਹਿ ਹੀ ਦਿੱਤੀ ਆਪਣੇ ਸਵਾਲ ਦੇ, ਕਿ ਉਹ ਮਾਰਕੀਟ ਦੇ ਉੱਤੇ ਸਭ ਕੁਝ ਛੱਡਣਾ ਚਾਹੁੰਦੀ ਹੈ, ਮੰਡੀ ਦੇ ਉੱਤੇ ਸਭ ਕੁਝ ਛੱਡਣਾ ਚਾਹੁੰਦੀ ਹੈ। ਤੇ ਉਹ ਪਹਿਲਾਂ ਨਾਲੋਂ ਜਿਹੜੀ ਕੇਨਜ਼ੀਅਨ ਇਕਨੋਮਿਕਸ ਸੀ, ਜਿੱਥੇ ਉਹ ਕਹਿੰਦੇ ਸੀ ਕਿ ਸਟੇਟ ਜਿਹੜਾ ਆ ਉਹ ਜਿਹਦੇ ਅਧੀਨ ਵੈਲਫੇਅਰ ਪ੍ਰੋਗਰਾਮ ਆਏ ਆ, ਜਾਂ ਆਪਣਾ ਜਿਹੜਾ ਆ ਹੈਲਥ ਕੇਅਰ ਸਿਸਟਮ ਹੋਣ ਦੇ ਵਿੱਚ ਆਇਆ, ਉਹ ਸਿਸਟਮ ਸੀ ਕੇਨਜ਼ੀਅਨ ਇਕਨੋਮਿਕਸ ਦਾ, ਜਿਹਦੇ ਵਿੱਚ ਥੋੜਾ ਬਹੁਤ ਮਾਰਕਸਵਾਦ ਦਾ ਵੀ ਅਸਰ ਸੀ। ਤੇ ਹੁਣ ਜਿਹੜੀ ਇਕਨੋਮਿਕਸ ਹੈਗੀ ਆ ਉਹ JB ਤੋਂ ਸ਼ੁਰੂ ਹੋਈ ਆ। JB ਨੇ ਕਿਹਾ ਸੀ ਕਿ ਤੁਸੀਂ ਸਪਲਾਈ ਕ੍ਰੀਏਟ ਕਰਦੇ ਹੋ, ਡਿਮਾਂਡ ਆਪਣੇ ਆਪ ਕ੍ਰੀਏਟ ਹੋ ਜਾਊਗੀ। ਪਰ ਜਦੋਂ 1930 ਦੇ ਵਿੱਚ ਮੰਦਾ ਪਿਆ ਤਾਂ ਉਸ JB ਗਲਤ ਸਾਬਤ ਹੋ ਗਿਆ। ਪਰ ਕੇਨਜ਼ੀਅਨ ਇਕਨੋਮਿਕਸ ਚੱਲਦੀ ਰਹੀ ਉਹ ਤੋਂ ਬਾਅਦ। ਪਰ ਜਦੋਂ 70ਵਿਆਂ ਦੇ ਵਿੱਚ ਇਨਫਲੇਸ਼ਨ ਆਈ ਤਾਂ ਇਕਨੋਮਿਸਟ ਸੋਚਣ ਲੱਗ ਪਿਆ ਵੀ ਇਹ ਗਲਤ ਹੈ, ਸਭ ਕੁਝ ਮਾਰਕੀਟ ਦੇ ਉੱਤੇ ਛੱਡ ਦੇਣਾ ਚਾਹੀਦਾ, ਜਿਹੜੀ ਗਵਰਨਮੈਂਟ ਇੰਟਰਫੀਰੈਂਸ ਹੈ ਉਹ ਨਹੀਂ ਹੋਣੀ ਚਾਹੀਦੀ। ਤੇ ਉਹਦੇ ਅਧੀਨ ਰੇਗਨ ਨੇ ਤਾਂ, ਥੈਚਰ ਨੇ ਵੀ ਆਪਣੀ ਜਿਹੜੀ ਆ ਨਾ ਜਿਹੜੀ ਉਹ ਚਲਾਈ ਸਪਲਾਈ ਸਾਈਡ ਇਕਨੋਮਿਕਸ, ਜਿਹਨੂੰ ਟ੍ਰਿਕਲ ਡਾਊਨ ਦੀ ਥਿਊਰੀ ਦਿੱਤੀ ਕਿ ਜੇ ਇਕਨੋਮੀ ਚੰਗਾ ਕੰਮ ਕਰੂਗੀ ਤਾਂ ਥੱਲੇ ਦੇ ਲੋਕਾਂ ਤੱਕ ਪੈਸਾ ਆਪੇ ਹੀ ਹੌਲੀ ਹੌਲੀ ਆ ਜਾਊਗਾ, ਪਰ ਉਹ ਆਇਆ ਨਹੀਂ। ਤੇ ਇਸ ਕਰਕੇ ਹੁਣ ਨਿਓ ਲਿਬਰਲ ਇਕਨੋਮਿਕਸ ਨੂੰ ਚੱਲਦੀ ਨੂੰ ਕੋਈ 25-30 ਸਾਲ ਹੋ ਗਏ ਆ, ਤੇ ਬਹੁਤ ਤਰ੍ਹਾਂ ਦੇ ਗਲਤ ਕਿਸਮ ਦੇ ਨਤੀਜੇ ਸਾਹਮਣੇ ਆ ਰਹੇ ਆ। ਗਰੀਬ ਅਮੀਰ ਦਾ ਪਾੜਾ ਬਹੁਤ ਵੱਧ ਰਿਹਾ। ਤੇ ਅਮਰੀਕਾ ਦੇ ਵਿੱਚ ਦੇਖੋ ਹੈਲਥ ਕੇਅਰ ਸਿਸਟਮ ਨੂੰ ਵੀ ਨਾ ਉਦੋਂ ਕੀਤੀ ਜਾ ਰਹੀ ਆ, ਕਿਉਂਕਿ ਇਹ ਚੀਜ਼ ਜਿਹੜੀ ਆ ਸਟੇਟ ਇੰਟਰਵੈਂਸ਼ਨ ਉਹ ਕਿਸੇ ਗੱਲ ਦੇ ਵਿੱਚ ਨਹੀਂ ਚਾਹੁੰਦੇ। ਇਹ ਨਿਓ ਲਿਬਰਲ ਇਕਨੋਮਿਕਸ ਆ। ਤੇ ਜਿਹੜੀ ਜਿਹੜੀ ਆਪਣੀ ਐਗਰੀਕਲਚਰ ਆ, ਇਹਦੇ ਵਿੱਚ ਸਬਸਿਡੀਜ਼ ਖਤਮ ਕਰਨ ਲਈ ਕਿਹਾ ਜਾਂਦਾ ਆ IMF ਵੱਲੋਂ ਤੇ ਵਰਲਡ ਬੈਂਕ ਵੱਲੋਂ। ਤੇ ਜਿਹੜਾ ਇੰਡੀਆ ਦਾ MSP ਆ, ਇਹਨੂੰ ਵੀ ਉਹ ਖਤਮ ਕਰਨਾ ਚਾਹੁੰਦੇ ਆ, ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ। ਕੈਨੇਡਾ ਦੇ ਵਿੱਚ ਸਪਲਾਈ ਮੈਨੇਜਮੈਂਟ ਜਿਹੜੀ ਆ ਇਹਦੇ ਤੇ ਉਹ ਨੁਕਤਾਚੀਨੀ ਕਰਦੇ ਆ। ਤੇ ਜਿਹੜੇ ਬਿੱਲ ਆ ਇਹ ਅਸਲ ਦੇ ਵਿੱਚ ਤਾਂ MSP ਨੂੰ ਖਤਮ ਕਰਕੇ ਮਾਰਕੀਟ ਦੇ ਹਵਾਲੇ ਸਭ ਕੁਝ ਕਰਨਾ ਚਾਹੁੰਦੇ ਸੀ। ਪਰ ਡਾਕਟਰ ਸੁੱਚਾ ਸਿੰਘ ਗਿੱਲ ਹੁਣੀ ਇਹ ਗੱਲ ਦੱਸੀ ਆ ਕਿ ਇੱਕ ਆਰਟੀਕਲ ਉਹਨਾਂ ਦਾ ਹੁਣ ਜੇ ਛਪਿਆ, ਮੈਂ ਉਹਦੀ ਗੱਲ ਕਰ ਰਿਹਾ ਕਿ ਇਹ ਗੱਲ ਅਸਲ ਦੇ ਵਿੱਚ 2-4 ਜਿਹੜੇ ਆ ਨਾ ਬਿਗ ਟਾਈਮ ਜਿਹੜੀਆਂ ਕਾਰਪੋਰੇਸ਼ਨ ਆ ਉਹਨਾਂ ਦੇ ਹਵਾਲੇ ਸਾਰਾ ਕੁਝ ਕੀਤਾ ਜਾਣਾ, ਕਿ ਉਹ ਖਰੀਦਣ ਕਿਸਾਨਾਂ ਤੋਂ ਸਭ ਕੁਝ। ਤੇ ਉਹਦੇ ਵਿੱਚ ਜਿਹੜੀ MSP ਖਤਮ ਹੋ ਜਾਣੀ ਸੀ, ਪਰ ਹੁਣ ਕਿਸਾਨਾਂ ਦੀ ਮੂਵਮੈਂਟ ਕਰਕੇ ਨਾ ਉਹ ਬਾਰ-ਬਾਰ ਕਹੀ ਜਾ ਰਿਹਾ ਕਿ MSP ਜਿਹੜੀ ਇਹ ਰਹੂਗੀ। ਤਾਂ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਹੈਗੀਆਂ। ਜਿਹੜੀ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਐਗਰੀਕਲਚਰ ਆ ਇਹ ਇੱਕ ਵੱਖਰੀ ਕਿਸਮ ਦਾ ਅਰਥਚਾਰਾ ਹੈ, ਜਿਹੜਾ ਨਿਓ ਲਿਬਰਲ ਇਕਨੋਮਿਕਸ ਜਾਂ ਖੁੱਲੀ ਮਾਰਕੀਟ ਜਿਹੜੀ ਆ ਨਾ ਉਹਦੇ ਨਾਲ ਮੇਲ ਨਹੀਂ ਖਾਂਦਾ। ਜਦੋਂ ਕਿਸਾਨ ਆਪਣੀ ਫਸਲ ਲੈ ਕੇ ਮੰਡੀ 'ਚ ਆਉਂਦਾ ਤਾਂ ਸਪਲਾਈ ਜਿਹੜੀ ਆ ਉਹ ਡਿਮਾਂਡ ਨਾਲੋਂ ਕਿਤੇ ਜ਼ਿਆਦਾ ਹੁੰਦੀ ਆ, ਤੇ ਉਹਦੀਆਂ ਕੀਮਤਾਂ ਉਸ ਵੇਲੇ ਜੇ ਖੁੱਲੀ ਮਾਰਕੀਟ ਹੋਵੇ ਤਾਂ ਡਿੱਗ ਸਕਦੀਆਂ ਬਹੁਤ। ਤੇ ਕਿਸਾਨ ਨੂੰ ਇਹ ਬੜੀ ਮੁਸ਼ਕਲ ਆ ਸਕਦੀ ਆ, ਜਿਹੜੀਆਂ ਫਲਕਚੁਏਸ਼ਨਸ ਹੈਗੀਆਂ ਮਾਰਕੀਟ ਦੇ ਉਤਰਾਅ ਚੜ੍ਹਾਅ ਜਿਹੜੇ ਮੰਡੀ ਦੇ ਉਹ ਮੇਲ ਨਹੀਂ ਖਾਂਦੇ, ਕਿਉਂਕਿ ਕਿਸਾਨ ਜਿਹੜਾ ਆ ਪਹਿਲਾਂ ਹੀ ਬਹੁਤ ਜ਼ਮੀਨ
ਪੰਜਾਬ ਦੇ ਵਿੱਚ ਘਟਣ ਦੇ ਨਾਲ ਜਾਂ ਅੱਛਾ ਦੋੜਾ ਸਾਹਿਬ, ਮੈਂ ਤੁਹਾਨੂੰ ਇੱਥੇ ਟੋਕ ਕੇ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ। ਹਾਂਜੀ, ਜਿਹੜੀ ਇਹ ਪਾਲਿਸੀਜ਼ ਅਸੀਂ ਜ਼ਿਕਰ ਕਰ ਰਹੇ ਹਾਂ, ਇਹ ਤਾਂ ਵਰਲਡ ਵਾਈਡ ਇੱਕ ਫਰੇਮ ਹੈ ਜਿਹਦੇ ਵਿੱਚ ਇਹ ਸਾਰੀਆਂ ਪਾਲਿਸੀਜ਼ ਬਣਦੀਆਂ ਨੇ। ਜਿਹੜਾ ਪੰਜਾਬ ਦੇ ਸੰਦਰਭ 'ਚ ਜਦੋਂ ਅਸੀਂ ਗੱਲ ਕਰਦੇ ਹਾਂ, ਕਿ ਪੰਜਾਬ ਦਾ ਜਿਹੜਾ ਐਗਰੀਕਲਚਰ ਮਾਡਲ ਹੈ ਜਾਂ ਪੰਜਾਬ ਦਾ ਜਿਸ ਤਰੀਕੇ ਨਾਲ ਛੋਟੀ ਜ਼ਿਮੀਂਦਾਰ ਲੋਕ ਨੇ 2-2 ਕਿੱਲੇ ਵਾਲੇ 1.5 ਕਿੱਲੇ ਵਾਲੇ, ਔਰ ਉਹ ਹੋਰ ਘਟ ਰਹੀ ਹੈ ਲਗਾਤਾਰ, ਉਹਨਾਂ ਦੇ ਉੱਤੇ ਇਹ ਚੀਜ਼ ਨੂੰ ਠੋਸ ਦੇਣਾ, ਜਿਹੜਾ ਇਹ ਉਬਾਲ ਨਿਕਲਿਆ ਉਹ 'ਚੋਂ, ਜਾਂ ਮਤਲਬ ਉਸ ਚੀਜ਼ ਨੂੰ ਸਮਝਿਆ ਨਹੀਂ ਗਿਆ ਕਿ ਜਿਹੜੀ ਪੰਜਾਬ ਦੀ ਇਕਨੋਮੀ ਆ ਜਾਂ ਪੰਜਾਬ ਦਾ ਐਗਰੀਕਲਚਰ ਹੈ ਜਿਹੜਾ ਖਾਸ ਕਰਕੇ, ਔਰ ਜਿਹੜਾ ਉੱਥੋਂ ਦਾ ਸੱਭਿਆਚਾਰ ਹੈ ਜਿਹਦਾ ਉਹਦੇ ਨਾਲ ਜੁੜਿਆ ਹੋਇਆ ਚੀਜ਼ਾਂ ਨੇ, ਮਤਲਬ ਦੁਨੀਆ ਨਾਲ ਉਹਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ, ਔਰ ਹਰ ਚੀਜ਼ ਹਰ ਜਗ੍ਹਾ ਫਿੱਟ ਨਹੀਂ ਬੈਠ ਸਕਦੀ। ਹੋ ਸਕਦਾ ਹੈ ਬਾਕੀ ਭਾਰਤ 'ਚ ਸਫਲਤਾ ਨਾਲ ਚੱਲ ਵੀ ਜਾਵੇ, ਪਰ ਕਿਉਂਕਿ ਪੰਜਾਬ ਦਾ ਜਿਹੜਾ ਧਰਾਤਲ ਹੈ, ਪੰਜਾਬ ਦਾ ਜਿਹੜਾ ਪਿਛੋਕੜ ਹੈ, ਪੰਜਾਬ ਦੀ ਜਿਹੜੀ ਵਿਰਾਸਤ ਹੈ, ਜਿਹੜਾ ਉੱਥੋਂ ਦਾ ਸੱਭਿਆਚਾਰ ਹੈ, ਜਿੱਦਾਂ ਦਾ ਲੋਕਾਂ ਦਾ ਖੁੱਲਾ ਡੁੱਲਾ ਪਣ ਹੈ, ਉਹਦੇ ਨਾਲ ਇਹ ਚੀਜ਼ਾਂ ਕਿਤੇ ਨਾ ਕਿਤੇ ਮੇਲ ਨਹੀਂ ਖਾਂਦੀਆਂ। ਥੋੜਾ ਜਿਹਾ ਸਾਨੂੰ ਇਹਦੇ ਨਾਲ ਜੋੜ ਕੇ ਵੀ ਸਮਝਾਓ ਕਿ ਰਿਐਕਸ਼ਨ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ, ਹਾਂਜੀ, ਉਹਦੇ ਪਿੱਛੇ ਹੋਰ ਕਿਹੜੇ-ਕਿਹੜੇ ਫੈਕਟਰ ਤੁਹਾਨੂੰ ਨਜ਼ਰ ਆਏ? ਮੈਂ ਤੁਹਾਨੂੰ ਇੱਧਰ ਆਉਣ ਤੋਂ ਪਹਿਲਾਂ ਸਿਰਫ 2 ਗੱਲਾਂ ਕਹਿਣੀ ਚਾਹੁੰਦਾ ਕਿ ਜਿਹੜਾ ਆਰਟੀਕਲ ਦੀ ਮੈਂ ਗੱਲ ਕਰਦਾ ਸੀ, ਉਹਦੇ ਵਿੱਚ ਇਹ ਦੱਸਿਆ ਗਿਆ ਕਿ ਬਿਹਾਰ ਦੇ ਵਿੱਚ ਜਦੋਂ ਇਹ ਚੀਜ਼ ਲਾਗੂ ਕੀਤੀ ਗਈ ਤਾਂ ਬਿਹਾਰ ਦੇ ਲੋਕ ਜਿਹੜੇ ਆ ਨਾ, ਉਹ ਆਪਾਂ ਨੂੰ ਪਤਾ ਹੀ ਆ ਕਿ ਮਾਈਗ੍ਰੈਂਟ ਲੇਬਰ ਦੇ ਤੌਰ ਤੇ ਸਾਰੇ ਹਿੰਦੁਸਤਾਨ 'ਚ ਭਟਕਦੇ ਫਿਰਦੇ ਆ, ਤੇ ਪੰਜਾਬ ਦੇ ਲੋਕ ਜਿਹੜੇ ਇਹੋ ਜਿਹੀ ਗੱਲ ਲਈ ਤਿਆਰ ਨੇ। ਦੂਜਾ ਹੈਗਾ ਅਮਰੀਕਾ ਦੇ ਵਿੱਚ ਰੇਗਨ ਵੇਲੇ ਜਦੋਂ ਇਹ ਅਪਲਾਈ ਕੀਤੀ ਗਈ ਤਾਂ ਬਹੁਤ ਸਾਰੇ ਫੈਮਿਲੀ ਫਾਰਮ ਜਿਹੜੇ ਆ ਨਾ ਉਹ ਫੇਲ ਹੋਏ ਆ। ਤੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਉਹ ਤੁਸੀਂ ਤੁਹਾਡੇ ਸਵਾਲ ਦੇ ਵਿੱਚ ਹੀ ਇਹ ਗੱਲ ਕਿਹਾ ਕਿ ਬੜੀ ਇਹ ਨਾ ਇੱਕ ਵਿਲੱਖਣ ਸੱਭਿਅਤਾ ਆ, ਇੱਕ ਗੱਲ ਸੱਭਿਆਚਾਰ ਨਹੀਂ, ਇਹ ਸੱਭਿਅਤਾ ਆ ਜਿਹੜੀ ਬਹੁਤ ਵਿਲੱਖਣ ਹੈ ਪਿੰਡਾਂ ਦੀ। ਜਦੋਂ ਡਾਕਟਰ ਕ੍ਰਿਸ਼ਨ ਚੰਦ ਇੱਥੇ ਆਏ ਸੀ ਤਾਂ ਉਹ ਕਹਿੰਦੇ ਵੀ ਮੈਨੂੰ ਪਿੰਡ ਦਿਖਾਓ ਇੱਥੇ ਦੇ, ਕਿ ਇੱਥੇ ਤਾਂ ਉਹੋ ਜਿਹੇ ਪਿੰਡ ਨਹੀਂ ਲੱਭਣੇ। ਹਾਂਜੀ, ਕਿਉਂਕਿ ਇੱਥੇ ਤਾਂ ਅਰਬਨਾਈਜੇਸ਼ਨ ਜਿਹੜੀ ਆ ਉਹ ਹੋ ਗਈ ਹੋਆ, ਜੇ ਫਾਰਮ ਵੀ ਹੈਗੇ ਉਹਨਾਂ ਤੇ ਇੱਕ ਬੰਦਾ ਆਪਣੇ ਫਾਰਮ ਤੇ ਰਹਿੰਦਾ ਆ, ਤੇ ਨੇੜੇ ਟਾਊਨ ਜਿਹੜਾ ਉਹ ਅਰਬਨਾਈਜ਼ ਹੋ ਚੁੱਕਾ। ਤੇ ਪਰ ਜਿਹੜੀ ਪੰਜਾਬ ਦੀ ਪਿੰਡਾਂ ਦੀ ਸੱਭਿਅਤਾ ਆ, ਇਹ ਬਹੁਤ ਹੀ ਯੂਨੀਕ ਆ, ਔਰ ਇਹਨੂੰ ਬਚਾ ਕੇ ਰੱਖਿਆ ਜਾਣਾ ਚਾਹੀਦਾ, ਕਿਉਂਕਿ ਲੱਖਾਂ ਲੋਕ ਜਿਹੜੇ ਆ ਉੱਥੇ ਬੜੀ ਸੁੱਖ ਦੀ ਜ਼ਿੰਦਗੀ ਜੀਂਦੇ ਆ, ਤੇ ਰੁਜ਼ਗਾਰ ਜਿਹੜਾ ਆ ਲੱਖਾਂ ਲੋਕਾਂ ਦਾ ਜਿਹੜਾ ਐਟ ਸਟੇਕ ਆ। ਇਹ ਗੱਲ ਠੀਕ ਹੈ ਤੁਹਾਡੀ ਕਿ ਜਿਹੜੀ ਜ਼ਮੀਨ ਇੰਨੀ ਘਟ ਗਈ ਹੋਆ ਸਬ ਡਿਵੀਜ਼ਨ ਬਾਰ-ਬਾਰ ਹੋਣ ਨਾਲ, ਕਿ ਉਹਦੀ ਇਕਨੋਮਿਕ ਫੀਜ਼ੀਬਿਲਟੀ ਜਿਹੜੀ ਆ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਜਿਹੜਾ ਮੁਨਾਫਾ ਆ ਉਹ ਬਹੁਤ ਘਟ ਗਿਆ ਆ ਛੋਟੇ ਫਾਰਮਾਂ ਦੇ ਵਿੱਚ। ਤੇ ਕਈ ਥਾਈਂ ਤਾਂ ਇੰਨਾ ਘਟ ਗਿਆ ਕਿ ਉਹ ਕਰਜ਼ੇ ਦੇ ਭਾਰ ਥੱਲੇ ਆ ਜਾਂਦੇ ਆ। ਔਰ ਸਭ ਤੋਂ ਵੱਡੀ ਕਾਸਟ ਜਿਹੜੀ ਆ, ਜਿਹੜਾ ਸਭ ਤੋਂ ਵੱਡਾ ਕੰਟਰਡਿਕਸ਼ਨ ਹੈ ਸਮਾਲ ਫਾਰਮਿੰਗ ਦੇ ਵਿੱਚ, ਉਹ ਇਹ ਆ ਕਿ ਮਸ਼ੀਨਰੀ ਵੱਧ ਰਹੀ ਆ ਔਰ ਜ਼ਮੀਨ ਘਟ ਰਹੀ ਆ, ਤੇ ਮਸ਼ੀਨਰੀ ਬਹੁਤ ਮਹਿੰਗੀ ਆ, ਤੇ ਛੋਟਾ ਫਾਰਮਰ ਜਿਹੜਾ ਨਾ ਉਹ ਅਫੋਰਡ ਨਹੀਂ ਕਰ ਸਕਦਾ। ਉਹ ਕਰਜ਼ੇ ਲੈ ਕੇ ਜਦੋਂ ਮਸ਼ੀਨਰੀ ਲੈਂਦਾ ਤਾਂ ਉਹਨੂੰ ਕਾਫੀ ਸਮੱਸਿਆ ਆਉਂਦੀ ਆ। ਤੇ ਇਸ ਚੀਜ਼ ਦਾ ਹੱਲ ਜਿਹੜਾ ਆ ਉਹ ਆਪਾਂ ਦੇਖਿਆ ਲਾਂਬੜਾ ਕਾਂਗੜੀ ਵਾਲੇ ਮਾਡਲ ਦੇ ਵਿੱਚ, ਜਿੱਥੇ ਉਹਨੇ ਇਕੱਠੇ ਹੋ ਕੇ ਮਸ਼ੀਨਰੀ ਖਰੀਦੀ ਆ 4 ਪਿੰਡਾਂ ਨੇ, ਤੇ ਉਹ 3500 ਏਕੜ ਜ਼ਮੀਨ ਜਿਹੜੀ ਆ ਕੋਈ 10 ਟਰੈਕਟਰਾਂ ਨਾਲ ਵਾਹੁੰਦੇ ਆ, ਤੇ ਆਮ ਤੌਰ ਤੇ ਨਹੀਂ ਤਾਂ 3500 ਏਕੜ ਲਈ 5-5 ਏਕੜ ਵਾਲੇ ਇੱਕ ਵੀ ਟਰੈਕਟਰ ਲੈਣ ਤਾਂ 700 ਟਰੈਕਟਰ ਬਣ ਜਾਂਦਾ ਜੀ। ਹਾਂਜੀ ਜੀ, ਅੱਛਾ, ਮਤਲਬ ਚਲੋ ਇਹ ਅੱਗੇ ਜਿਹੜੇ ਹੱਲ ਨੇ ਆਪਾਂ ਉਹਨਾਂ ਤੇ ਗੱਲ ਕਰਦੇ ਜਾਵਾਂਗੇ। ਸੋ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੀ ਜਿਵੇਂ ਸ਼ੁਰੂਆਤ 'ਚ ਮੈਂ ਪੁੱਛਿਆ ਸੀਗਾ ਵੀ ਬਿੱਲਾਂ ਨੂੰ ਕਾਲੇ ਬਿੱਲ ਕਿਹਾ ਗਿਆ, ਇਹ ਕਾਲੇ ਬਿੱਲ ਜਦੋਂ ਸਰਕਾਰ ਅਜੇ ਵੀ ਕਹਿੰਦੀ ਆ ਕਿ ਸਾਡੇ ਨਾਲ ਇੱਕ ਮਤ ਤੇ ਡਿਸਕਸ ਕਰ ਲਓ ਆ ਕੇ, ਕਿਸਾਨ ਜਥੇਬੰਦੀਆਂ ਕਹਿੰਦੀਆਂ ਅਸੀਂ ਆਲਰੇਡੀ ਇੱਕ ਚੀਜ਼ ਤੇ ਤੁਹਾਨੂੰ ਮਤਲਬ ਹਰਾ ਚੁੱਕੇ ਆ, ਜਾਂ ਕਹਿ ਲਓ ਕਿ ਤੁਹਾਨੂੰ ਕੋਲ ਜਵਾਬ ਨਹੀਂ ਸੀ ਉਹਨਾਂ ਚੀਜ਼ਾਂ ਦਾ, ਅਸੀਂ ਇੱਕ ਮਤ ਦੇ ਉੱਤੇ ਦੱਸ ਚੁੱਕੇ ਆ ਵੀ ਇਹਨਾਂ 'ਚ ਕੀ ਕਾਲਾ ਕੀ ਬੁਰਾ, ਇਹਦਾ ਸਾਡੇ ਤੇ ਕੀ ਇਫੈਕਟ ਹੋਏਗਾ। ਸੋ ਜਿਹੜੇ ਇਹ ਬਿੱਲ ਨੇ ਬਹੁਤ ਸਾਰੇ ਲੋਕਾਂ ਨੇ ਨਹੀਂ ਦੇਖੇ। ਈਵਨ ਜੇ ਮੈਂ ਕਹਾਂ, ਮੈਂ ਸ਼ੁਰੂਆਤੀ ਦੌਰ 'ਚ ਜਿਹੜੇ ਆਰਡੀਨੈਂਸ ਆਏ ਸੀਗੇ ਉਹਨਾਂ ਨੂੰ ਜ਼ਰੂਰ ਅਸੀਂ ਪੜ੍ਹਿਆ ਸੀਗਾ, ਬਾਕੀ ਜਿਹੜੇ ਟੋਟਲ ਕੰਪਲੀਟ ਬਿੱਲ ਨੇ ਉਹ ਮੈਂ ਵੀ ਅਜੇ ਤੱਕ ਨਹੀਂ ਪੜ੍ਹੇ। ਸੋ ਜੇਕਰ ਤੁਸੀਂ ਵੇਖਿਆ ਬਿੱਲ ਜਾਂ ਉਹਨਾਂ ਦੀਆਂ ਮੱਦਾਂ ਨੇ ਜਿਹੜੀਆਂ ਆਮ ਚਰਚਿਤ ਮੱਦਾਂ ਨੇ, ਉਹਨਾਂ ਤੋਂ ਇਲਾਵਾ ਤੁਸੀਂ ਡੀਪ ਥੋੜਾ ਜਾ ਕੇ ਦੱਸ ਸਕਦੇ ਹੋ ਸਾਨੂੰ ਵੀ ਇਹਦੇ ਵਿੱਚ ਕੀ ਨੁਕਸਾਨ ਜਿਹੜੇ ਆ ਉਹ ਹੋ ਸਕਦੇ ਨੇ, ਤੇ ਕਿਸਾਨੀ ਨੂੰ ਕਿਹੜੇ ਤੌਖਲੇ ਨੇ ਇਹਦੇ ਤੋਂ। ਮੈਨੂੰ ਤਾਂ ਇੱਕ ਤੌਖਲਾ ਜਿਹੜਾ ਵੱਡਾ ਲੱਗਦਾ ਨਾ, ਉਹ ਮੈਨੂੰ ਕਿਤੇ ਨੇ ਜਦੋਂ ਤੁਸੀਂ ਕਿਹਾ ਨਾ ਜਿਵੇਂ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਜਾਂ ਪੰਜਾਬ ਦੇ ਜਿਹੜੀ ਸੱਭਿਅਤਾ ਆ, ਉਹ ਇਸ ਤਰ੍ਹਾਂ ਦੀ ਆ ਕਿ ਜਿਹੜਾ ਭਾਵੇਂ ਜ਼ਮੀਨ 10 ਮਰਲੇ ਹੀ ਕਿਸੇ ਕੋਲ ਰਹਿ ਗਈ, ਜਿਹੜਾ ਮਾਲਕੀ ਵਾਲਾ ਕਨਸੈਪਟ ਹੈ ਨਾ, ਉਹਨੂੰ ਜਿਹਨੂੰ ਪੰਜਾਬੀ 'ਚ ਆਪਾਂ ਕਈ ਵਾਰ ਨੈਗੇਟਿਵ ਵੀ ਕਹਿੰਦੇ, ਜੱਟਪੁਣਾ।
ਮਤਲਬ ਲੋਕ ਇਹ ਸਮਝਦੇ ਆ ਕਿ ਸਾਡੇ ਕੋਲ ਲੈਂਡ ਹੋਲਡਿੰਗ ਹੈ ਭਾਵੇਂ 10 ਮਰਲੇ ਹੀ ਆ ਤੇ ਮੈਂ ਮਾਲਕ ਹੈ ਦਾ। ਉਹਨਾਂ ਨੂੰ ਐ ਲੱਗਦਾ ਕਿ ਸਾਡੀ ਉਹ ਜ਼ਮੀਨ ਤੇ ਕੁਛ ਨਹੀਂ ਆ, ਸਾਡਾ ਉਹ ਜਿਹੜਾ ਸਟੇਟਸ ਆ ਸੁਸਾਇਟੀ 'ਚ ਜਿਹੜਾ ਉਹਨਾਂ ਆਪੇ ਸਿਰਜਿਆ ਹੋਇਆ, ਹਾਲਾਂਕਿ ਇਕਨੋਮੀ ਉਹਨਾਂ ਦੀ ਬਹੁਤ ਮਾੜੀ ਆ, ਉਹਨਾਂ ਨੂੰ ਲੱਗਦਾ ਕਿ ਕਿਤੇ ਉਹ ਵੀ ਜਿਹੜਾ ਉਹ ਪੇਤਲਾ ਹੋ ਜਾਏਗਾ, ਖੁੱਸ ਜਾਏਗਾ, ਸਾਡੇ ਸਵੈਮਾਨ ਨੂੰ ਇਹਦੇ ਨਾਲ ਠੇਸ ਪਹੁੰਚੇਗੀ। ਮੈਂ ਮੋਟੇ ਠੁੱਲੇ ਤੌਰ ਤੇ ਸਮਝਦਾ। ਤੁਸੀਂ ਇਹਦੇ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਸਮਝਦੇ ਹੋ ਇਹਨੂੰ ਵੀ ਜਿੱਦਾਂ ਤੁਸੀਂ ਆਪਣੇ ਸ਼ਬਦਾਂ 'ਚ ਐਕਸਪਲੇਨ ਕਰਨਾ ਚਾਹੋ ਉਹ ਸਾਨੂੰ ਸਮਝਾਓ ਜੀ। ਦੇਖੋ ਜੀ, ਮੈਂ ਮੋਟੇ ਤੌਰ ਤੇ ਨਾ ਤੁਹਾਨੂੰ ਇਹ ਦੱਸਦਾ ਕਿ ਜੇ ਇਹੋ ਜਿਹੇ ਬਿੱਲ ਜਿਹੜੇ ਆ ਨਾ ਉਹ ਲੈਂਦੇ ਜਾਣ ਤਾਂ ਜਿਹੜੀ ਪਿੰਡਾਂ ਦੀ ਜਿਹੜੀ ਪਾਪੂਲੇਸ਼ਨ ਹੈ, ਜਿਹੜੀ ਸਸਟੇਨ ਇਹ ਐਗਰੀਕਲਚਰ ਕਰ ਰਹੀ ਆ, ਜਿਹਨੂੰ ਬਿਨਾਂ ਸਬਸਿਡੀ ਤੋਂ ਕੀਤਾ ਨਹੀਂ ਜਾ ਸਕਦਾ, ਇਹ ਤੇ ਨਿਰਭਰ ਨਹੀਂ ਫਿਰ ਹੋ ਸਕਦੀ। ਛੋਟੇ ਕਿਸਾਨ ਜਿਹੜੇ ਆ ਉਹ ਇਹੋ ਜਿਹੀ ਜਿਹੜੀ ਮੰਡੀ ਦਾ ਖੁੱਲ੍ਹੀ ਮੰਡੀ ਦਾ ਮਾਮਲਾ ਹੈਗਾ ਨਾ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕਦੇ। ਤੇ ਪਿੰਡਾਂ ਦੀ ਆਬਾਦੀ ਜਿਹੜੀ ਆ ਨਾ ਉਹ ਜਿਹੜੀ ਬਿਹਾਰ ਵਾਲੀ ਗੱਲ ਹੋਊਗੀ ਕਿ ਪਿੰਡਾਂ ਦੇ ਵਿੱਚੋਂ ਨਿਕਲ ਕੇ ਲੋਕਾਂ ਨੂੰ ਸ਼ਹਿਰਾਂ ਨੂੰ ਜਾਣਾ ਪਊਗਾ, ਔਰ ਜਿਹੜੇ ਕਿਸਾਨ ਆ ਆਪਣੇ ਪੰਜਾਬ ਦੇ, ਇਹ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ 10 ਮਰਲੇ ਵੀ ਜੇ ਜ਼ਮੀਨ ਹੋਵੇ ਤਾਂ ਉਹ ਛੱਡ ਕੇ ਜਾਣ ਨੂੰ ਤਿਆਰ ਨਹੀਂ ਉੱਥੋਂ, ਤੇ ਨਾ ਜਾਣ ਦੀ ਲੋੜ ਪੈਣੀ ਚਾਹੀਦੀ ਆ, ਕਿਉਂਕਿ ਜਿਹੜੀ ਸਸਟੇਨੇਬਲ ਇਕਨੋਮੀ ਉੱਥੇ ਪੈਦਾ ਕੀਤੀ ਜਾ ਸਕਦੀ ਆ, ਸਿਰਫ ਮਾਡਲ ਬਦਲਣ ਦੀ ਲੋੜ ਆ। ਤੇ ਜੇ ਉਹਨਾਂ ਨੂੰ ਅਸੀਂ ਆਪਾਂ ਛੱਡ ਦਈਏ APMC ਤੇ ਜਿਹੜੇ ਬਾਕੀ ਸਾਰਾ ਕੁਝ ਛੱਡ ਕੇ ਤਾਂ ਮਾਰਕੀਟ ਦੇ ਹਵਾਲੇ ਕਰ ਦਈਏ ਤਾਂ ਪ੍ਰੋਡਕਟਿਵਿਟੀ ਜ਼ਰੂਰ ਵਧੂਗੀ, ਪਰ ਇਨਸਾਨ ਦਾ ਨੁਕਸਾਨ ਬਹੁਤ ਜ਼ਿਆਦਾ ਹੋਊਗਾ। ਇੱਕ ਤਾਂ ਉਹ ਅਰਥ ਫਰੈਂਡਲੀ ਨਹੀਂ ਰਹਿੰਦੀ ਜਿਹੜੀ ਇਕਨੋਮੀ ਹੈ, ਕਿਉਂਕਿ ਆਪਾਂ ਦੇਖਦੇ ਹਾਂ ਕਿ ਅੰਧਾ ਧੁੰਦ ਜਿਹੜਾ ਵਿਕਾਸ ਹੋ ਰਿਹਾ ਦੁਨੀਆ ਦੇ ਵਿੱਚ, ਜਿਹਦੇ ਵਿੱਚ ਇਨਵਾਇਰਨਮੈਂਟ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਨਾਲ ਇਨਸਾਨ ਦੀ ਜਿਹੜੀ ਹਾਲਤ ਆ ਉਹ ਵੀ ਠੀਕ ਨਹੀਂ ਗੀ। ਤੇ ਇਹ ਗੱਲ ਜਿਹੜੀ ਆ ਨਾ ਇਹ ਪੰਜਾਬ ਦੇ ਵਿੱਚ ਜੇ ਹੋਈ ਤਾਂ ਉਹ ਬਿਹਾਰ ਵਾਲੀ ਸਿਚੁਏਸ਼ਨ ਹੋਊਗੀ ਕਿ ਲੋਕਾਂ ਨੂੰ ਮਾਈਗ੍ਰੈਂਟ ਲੇਬਰ ਬਣ ਕੇ ਸ਼ਹਿਰਾਂ ਨੂੰ ਜਾਣਾ ਪਊਗਾ ਤੇ ਉੱਥੇ ਕੰਮ ਲੱਭਣੇ ਪੈਣਗੇ ਜੀ। ਅੱਛਾ ਦੂੜਾ ਸਾਹਿਬ, ਥੋੜੀ ਜਿਹੀ ਇੱਕ ਹੋਰ ਆਪਾਂ ਗੱਲ ਕਰ ਲਈਏ। ਤੁਸੀਂ ਕੀ ਵਰਤਿਆ ਇਹ ਸ਼ਬਦ, ਅਸੀਂ ਆਮ ਹੀ ਵਰਤਦੇ ਹਾਂ ਕਿ ਜੇ ਐਗਰੀਕਲਚਰ ਦੇ ਵਿੱਚੋਂ ਸਬਸਿਡੀਆਂ ਵਾਲਾ ਕੰਮ ਚੁੱਕ ਲਿਆ ਜਾਵੇ ਤੇ ਉਹ ਸਸਟੇਨ ਕਰ ਹੀ ਨਹੀਂ ਸਕਦਾ, ਖਤਮ ਹੋ ਜਾਏਗਾ ਸਾਰਾ ਕੁਝ। ਤੇ ਜਿਹੜੀਆਂ ਸਬਸਿਡੀਜ਼ ਇੱਥੇ ਵੱਡੀਆਂ ਬਿਗ ਕਾਰਪੋਰੇਸ਼ਨ ਨੂੰ, ਆਪਾਂ ਅਮਰੀਕਾ ਕੈਨੇਡਾ 'ਚ ਮਾਡਲ ਜਮਾ ਕੇ ਦੇਖਿਆ ਹੋਇਆ, ਹੁਣ ਤੇ ਲੋਕ ਇਹ ਕਹਿੰਦੇ ਆ ਕਿ ਉਹ ਵੀ ਇੱਥੇ ਫਲॉप ਹੋਇਆ, ਡੇਅਰੀ ਫਾਰਮਿੰਗ 'ਚੋਂ ਲੋਕ ਆਊਟ ਹੋ ਗਏ, ਐਗਰੀਕਲਚਰ 'ਚੋਂ ਆਊਟ ਹੋ ਗਏ। ਪਰ ਕਿਤੇ ਨਾ ਕਿਤੇ ਇੱਥੇ ਥੋੜਾ ਜਿਹਾ ਸੀਗਾ ਕਿ ਇੰਡਸਟਰੀਲਾਈਜੇਸ਼ਨ ਹੋਣ ਕਰਕੇ, ਖਾਸ ਕਰਕੇ ਅਮਰੀਕਾ 'ਚ, ਤੇ ਆਪਾਂ ਤੇ ਭਾਵੇਂ ਵੇਅਰ ਹਾਊਸ ਹੀ ਆ, ਸਾਡੇ ਕੋਲ ਬਹੁਤੀ ਇੰਡਸਟਰੀ ਨਹੀਂ ਆ, ਉੱਥੇ ਕਿਤੇ ਨਾ ਕਿਤੇ ਉਹ ਲੋਕ ਐਡਜਸਟ ਹੋ ਗਏ ਸੀਗੇ, ਪਰ ਸਾਡੇ ਕੋਲ ਬਦਲਵਾਂ ਮਾਡਲ ਵੀ ਨਹੀਂ ਆ। ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਪਿੰਡਾਂ 'ਚੋਂ ਨਿਕਲ ਕੇ ਸ਼ਹਿਰਾਂ 'ਚ ਲਿਆਉਣ ਵਾਲੀ ਜਿਹੜੀ ਪਾਲਿਸੀ ਆ, ਇਹ ਤੇ ਸ਼ਾਇਦ WTO ਦਾ ਪਹਿਲਾ ਆਧਾਰ ਹੈ ਕਿ ਅਗਲੇ 20 ਸਾਲ 'ਚ ਅਸੀਂ ਕੀ ਕਰਨਾ ਚਾਹੁੰਦੇ ਹਾਂ, ਅਗਲੇ 20 ਸਾਲ 'ਚ ਅਸੀਂ ਕੀ ਕਰਨਾ ਚਾਹੁੰਦੇ ਹਾਂ। ਜੇ ਇੱਕ ਹੋਰ ਇਕਨੋਮੀ ਦੇ ਮਾਹਰ ਨੇ, ਐਗਰੀਕਲਚਰ ਇਕਨੋਮੀ ਦੇ ਸੁਰਿੰਦਰ ਸ਼ਰਮਾ ਹਰੀਮ, ਮੈਂ ਉਹਨਾਂ ਨੂੰ ਕਾਫੀ ਸੁਣਿਆ ਆ, ਉਹਨਾਂ ਬੜੀ ਡੈਪਥ ਜਾ ਕੇ ਦੱਸਿਆ ਕਿ ਮੈਂ ਇੱਕ ਵਾਰੀ ਕਹਿੰਦੇ ਵੈਸਟ ਬੰਗਾਲ 'ਚ ਇੱਕ ਸੈਮੀਨਾਰ 'ਚ ਗਿਆ ਸੀ 20-22 ਸਾਲ ਪਹਿਲਾਂ, ਤੇ ਜਿਹੜੇ ਉੱਥੇ ਜਿਹੜਾ ਮਤਲਬ ਡੇਟਾ ਦੱਸ ਰਹੇ ਸੀਗੇ ਕਿ ਇੰਨੇ ਲੋਕ ਇੰਨੇ ਸਾਲ 'ਚ ਆ ਜਾਣਗੇ, ਕਹਿੰਦੇ ਮੈਂ ਬੜਾ ਹੈਰਾਨ ਸੀਗਾ ਕਿ ਇਹ ਬੜੇ ਲੋਕ ਸਮਝਦਾਰ ਨੇ, ਕਿਸ ਤਰੀਕੇ ਨਾਲ ਇਹਨਾਂ ਨੂੰ ਪਹਿਲਾਂ ਉਗਾਊ ਚੀਜ਼ਾਂ ਦਾ ਗਿਆਨ ਹੈ। ਆਂਦੇ ਮੈਨੂੰ ਬਾਅਦ 'ਚ ਇਸ ਚੀਜ਼ ਦੀ ਸਮਝ ਆਈ ਕਾਫੀ ਸਾਲਾਂ ਬਾਅਦ ਕਿ ਇਹ ਗਿਆਨ ਨਹੀਂਗਾ, ਇਹ ਉਹਨਾਂ ਦਾ ਬੇਸ ਹੈ ਜਿਹੜਾ ਸਾਡੇ ਤੇ ਠੋਸ ਰਿਹਾ ਸੀ, ਸਾਨੂੰ ਡਾਇਰੈਕਸ਼ਨ ਦੇ ਰਿਹਾ ਸੀ ਇੱਕ ਕਿਸਮ ਦੀ ਕਿ ਤੁਸੀਂ ਇਦਾਂ ਕਰੋ। ਮਤਲਬ ਇਹ ਨਹੀਂ ਸੀ ਕਹਿ ਰਹੇ ਕਿ ਇਦਾਂ ਹੋ ਜਾਏਗਾ, ਹੋਣ ਲਈ ਉਹ ਸਾਨੂੰ ਪ੍ਰੇਰ ਰਹੇ ਸੀ ਕਿਤੇ ਨਾ ਕਿਤੇ। ਸੋ ਜਿਹੜਾ ਇਹ ਮਾਡਲ ਹੈ ਜਿੱਥੇ ਬਿਗ ਕਾਰਪੋਰੇਸ਼ਨ ਆ ਕੇ ਲੈਂਡ ਹੋਲਡਿੰਗ ਉਹਨਾਂ ਕੋਲ ਚੱਲ ਗਈ, ਤੇ ਸਬਸਿਡੀ ਤੇ ਉੱਥੇ ਵੀ ਸਾਰਾ, ਜੇ ਯੂਰਪ 'ਚ ਵੀ ਪਈ ਆ, ਇੱਥੇ ਵੀ ਪਈ ਆ, ਸਾਰੇ ਸਬਸਿਡੀ ਬਿਨਾਂ ਤਾਂ ਗੱਡੀ ਇੱਥੇ ਅਜੇ ਵੀ ਨਹੀਂ ਚੱਲੀ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸਬਸਿਡੀ ਤੋਂ ਬਿਨਾਂ ਐਗਰੀਕਲਚਰ ਜਿਹੜੀ ਆ ਨਾ ਇਹ ਚੱਲਦੀ ਨਹੀਂ। ਇਹ ਐਕਸਟਰਾ ਕਾਸਟ ਹੈਗੀ ਆ ਦੁਨੀਆ ਨੂੰ ਭੋਜਨ ਪ੍ਰਦਾਨ ਕਰਨ ਲਈ ਕਿ ਤੁਹਾਨੂੰ ਜਿਹੜੀ ਐਗਰੀਕਲਚਰ ਹੈ ਇਹਨੂੰ ਸਬਸਿਡਾਈਜ਼ ਕਰਨਾ ਪੈਣਾ, ਸਾਰੀ ਦੁਨੀਆ 'ਚ ਹੀ ਕੀਤੀ ਜਾਂਦੀ ਹੈ। ਬਾਵਜੂਦ WTO ਦੇ ਤੇ IMF ਦੇ ਉਹਨਾਂ ਦੀਆਂ ਸਾਰੀਆਂ ਗੱਲਾਂ ਦੇ ਸਬਸਿਡੀਜ਼ ਜਿਹੜੀਆਂ ਸਾਰੀ ਦੁਨੀਆ ਦੇ ਵਿੱਚ ਚੱਲ ਰਹੀਆਂ, ਪਰ ਇਹਨੂੰ ਕਿਉਂਕਿ ਆਪਣੇ ਜ਼ਮੀਨ ਬਹੁਤ ਥੋੜੀ ਹੈ, ਇੱਕ ਯੂਨੀਕ ਸਿਚੁਏਸ਼ਨ ਹੈ ਜਿਹੜੀ ਅਮਰੀਕਾ 'ਚ ਜਾਂ ਕੈਨੇਡਾ ਦੇ ਵਿੱਚ ਨਹੀਂ ਹੈ। 2.5 ਏਕੜ ਵਾਲਾ 2 ਏਕੜ ਵਾਲਾ ਫਾਰਮ ਜਿਹੜਾ ਹੈ ਇਹ ਸਾਡੇ ਕੋਲ ਹੀ ਆ, ਇਹ ਦੁਨੀਆ ਦੇ ਵਿੱਚ ਇੱਦਾਂ ਦੇ ਫਾਰਮ ਨਹੀਂ ਹੈਗੇ। ਆਪਾਂ ਨੂੰ ਪਤਾ ਹੀ ਆ ਵੀ ਕਿੰਨੇ ਵੱਡੇ ਫਾਰਮ ਹੈਗੇ, ਛੋਟੇ ਤੋਂ ਛੋਟਾ ਫਾਰਮ ਵੀ 500-600 ਏਕੜ ਦਾ ਇੱਧਰ ਹੈਗੇ ਆ। ਤੇ ਜਿਹੜਾ ਉਹ 2.5 ਏਕੜ ਦੇ ਫਾਰਮ ਨੂੰ ਕਿਹੜੇ ਤਰੀਕੇ ਦੇ ਨਾਲ ਸਸਟੇਨ ਕੀਤਾ ਜਾ ਸਕਦਾ ਆ,
ਜਿਹੜਾ ਦੋ ਕਿਸਮ ਦੀ ਸਸਟੇਨੇਬਿਲਿਟੀ ਹੋਣੀ ਚਾਹੀਦੀ, ਉਹਦੇ ਵਿੱਚ ਇੱਕ ਮਾਇਕ ਤੇ ਦੂਜੀ এনवायरमेंटल। ਤੇ ਉਹਦੇ ਲਈ ਮਾਡਲ ਕਈ ਹੈਗੇ ਆ। ਇੱਕ ਤਾਂ ਕੈਨੇਡੀਅਨ ਮਾਡਲ ਹੈਗਾ ਜਿਹੜਾ ਸਪਲਾਈ ਮੈਨੇਜਮੈਂਟ ਦਾ ਆ, ਜਿਹਦੇ ਵਿੱਚ ਆਪਣੇ ਇੱਥੇ ਐਗ ਜਿਹੜੇ ਆ ਐਗ ਇੰਡਸਟਰੀ ਆ ਉਹ ਆ, ਜਾਂ ਆਪਣੀ ਜਿਹੜੀ ਮਿਲਕ ਇੰਡਸਟਰੀ ਆ ਉਹਦੇ ਕੋਲ ਹੈਗੇ ਆ ਜਿਹੜੇ ਸਪਲਾਈ ਮੈਨੇਜਮੈਂਟ ਦੇ। ਤੇ ਵੀਟ ਕਾਰਪ ਜਿਹੜਾ ਆਪਣਾ ਵੀਟ ਬੋਰਡ ਸੀਗਾ ਉਹ ਵੀ ਇਹੋ ਜਿਹੀ ਚੀਜ਼ ਸੀ ਜਿਹਦੇ ਵਿੱਚ ਥੋੜ੍ਹੀ ਜਿਹੀ ਇੰਟਰਫੀਰੈਂਸ ਜਿਹੜੀ ਕੀਤੀ ਹੈ ਕੰਜ਼ਰਵੇਟਿਵ ਪਾਰਟੀ ਨੇ। ਤੇ ਪੰਜਾਬ ਦੇ ਵਿੱਚ ਜਿਹੜਾ ਇਹਨੂੰ ਸਸਟੇਨ ਕਰਨ ਲਈ ਇਹ ਸਾਰੀ ਚੀਜ਼ ਨੂੰ, ਜੇ ਇਹ ਬਿੱਲ ਜਿਹੜੇ ਆ ਉਹ ਨਹੀਂ ਵੀ ਪਾਸ ਹੁੰਦੇ ਤਾਂ ਇਹ ਸਮੱਸਿਆ ਫਿਰ ਵੀ ਰਹਿਣੀ ਆ ਕਿ ਛੋਟਾ ਫਾਰਮ ਜਿਹੜਾ ਆ ਉਹਨੂੰ ਇਕਨੋਮਿਕਲੀ ਸਸਟੇਨੇਬਲ ਕਿੱਦਾਂ ਕੀਤਾ ਜਾਵੇ। ਤੇ এনवायरमेंटल ਜਿਹੜਾ ਕ੍ਰਾਈਸਿਸ ਆ ਉਹ ਤਾਂ ਬਹੁਤਾ ਹੀ ਵੱਡਾ ਆ, ਉਹਦੀ ਵੀ ਗੱਲ ਜਿਹੜੀ ਆ ਨਾ ਉਹ ਇਸ ਵੇਲੇ ਸਾਹਮਣੇ ਨਹੀਂ ਆ ਰਹੀ ਇਲੈਕਸ਼ਨ ਵਗੈਰਾ ਦੇ ਵਿੱਚ, ਕਿਉਂਕਿ ਬਹੁਤੇ ਲੋਕ ਜਿਹੜੀ ਗੱਲਬਾਤ ਉਹ ਇਹੋ ਜਿਹੀ ਚੱਲੀ ਜਾ ਰਹੀ ਹੈ ਕਿ ਸਿੱਧੂ ਨੇ ਕੀ ਕਿਹਾ ਤੇ ਕੈਪਟਨ ਨੇ ਕੀ ਕਿਹਾ। ਜਿਹੜੀਆਂ ਬੁਨਿਆਦੀ ਅਸਲ ਸਮੱਸਿਆਵਾਂ ਆ, ਜਿਹੜੀ ਇਕਨੋਮਿਕ ਫੀਜ਼ੀਬਿਲਿਟੀ ਛੋਟੇ ਫਾਰਮ ਦੀ ਤੇ এনवायरमेंटल ਜਿਹੜੀ ਪ੍ਰੋਬਲਮ ਹੈਗੀ ਆ, ਇਹ ਦੋ ਚੀਜ਼ਾਂ ਜਿਹੜੀਆਂ ਆ ਉਹ ਸਹੀ ਤਰੀਕੇ ਦੇ ਨਾਲ ਸਾਹਮਣੇ ਨਹੀਂ ਆ ਰਹੀਆਂ। ਅੱਛਾ ਸਰ, ਮੈਂ ਇੱਕ ਤੁਹਾਨੂੰ ਫਿਰ ਬੇਸਿਕ ਚੀਜ਼ ਤੇ ਲੈ ਕੇ ਜਾਣਾ ਚਾਹੁੰਦਾ। ਹਾਂਜੀ, ਤੁਸੀਂ ਇੱਕ ਵਾਰੀ ਦੁਬਾਰਾ ਸੈੱਟ ਹੋ ਲਓ, ਬੈਠ ਜਾਓ ਆਪਣੇ ਆਰਾਮ ਨਾਲ। ਮੈਂ ਤੁਹਾਨੂੰ ਉਹ ਬੇਸਿਕ ਜਿਹੜੀ ਗੱਲ ਆ ਉਹਦੇ ਵੱਲ ਲੈ ਕੇ ਜਾਣਾ ਚਾਹੁੰਦਾ ਆ ਕਿ ਭਾਰਤ ਵਿੱਚ ਆਜ਼ਾਦੀ ਤੋਂ ਬਹੁਤ ਜਲਦੀ ਹੀ ਬਾਅਦ ਰੀਕਨਸੋਲੀਡੇਸ਼ਨ ਹੋਈ ਸੀ ਤੇ ਇੱਕ ਸੀਲਿੰਗ ਐਕਟ ਬਣਿਆ ਸੀਗਾ ਕਿ 16 ਸਟੈਂਡਰਡ ਏਕੜ ਜਿਹੜੇ ਆ ਉਹ ਲੈਂਡ ਹੋਲਡਿੰਗ ਹੋ ਸਕਦੀ ਹੈ ਇੱਕ ਪਰਿਵਾਰ ਕੋਲ, ਇਸ ਤੋਂ ਵੱਧ ਨਹੀਂ ਹੋ ਸਕਦੀ। ਤੇ ਇਹਨੂੰ ਇੱਕ ਬੜਾ ਵੱਡਾ ਰਿਫਾਰਮ, ਐਗਰੀਕਲਚਰ ਰਿਫਾਰਮ ਕਿਹਾ ਗਿਆ ਸੀਗਾ। ਜਿਵੇਂ ਕਿ ਸਾਡੇ ਗੁਆਂਢੀ ਮੁਲਕ ਦੇ ਵਿੱਚ ਜਿਹੜੀ ਫਿਊਡਲ ਸੁਸਾਇਟੀ ਚੱਲ ਰਹੀ ਸੀ, ਪੁਰਾਣੀ ਜ਼ਗੀਰਦਾਰ ਪ੍ਰਥਾ, ਅੱਜ ਵੀ ਉੱਥੇ ਬਹੁਤ ਵੱਡੇ ਜਿਹੜੇ ਆ ਲੋਕ, ਜਿੱਦਾਂ ਜਰਦਾਰੀ ਪਰਿਵਾਰ ਹੈ ਜਾਂ ਕੁਝ ਭੁੱਟੋ ਪਰਿਵਾਰ ਹੈ, ਜਿਹੜੇ ਬਹੁਤ ਹੋਲਡਿੰਗ ਹੈ ਜ਼ਮੀਨਾਂ ਦੀ, ਉਹਨਾਂ ਕੋਲ ਹਜ਼ਾਰਾਂ ਏਕੜਾਂ 'ਚ ਜ਼ਮੀਨ ਹੈ। ਤੇ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹਨੂੰ ਅਸੀਂ ਬੜੀ ਖੁਸ਼ਾਮਦ ਚੀਜ਼ ਕਹਿੰਦੇ ਰਹੇ, ਰੀਕਨਸੋਲੀਡੇਸ਼ਨ ਨੂੰ ਤੇ ਸੀਲਿੰਗ ਨੂੰ, ਕਿ ਜ਼ਮੀਨ ਨੂੰ ਛੋਟੇ ਹਿੱਸਿਆਂ 'ਚ ਵੰਡ ਕੇ ਜ਼ਿਆਦਾ ਪ੍ਰੋਡਕਟਿਵਿਟੀ ਵੀ ਲੈ ਸਕਦੇ ਹਾਂ ਆਪਾਂ, ਤੇ ਕੀ ਲੱਗਦਾ ਹੈ ਕਿ ਜੇ ਹੁਣ ਆਪਾਂ ਅੱਗੇ ਦੇ ਜ਼ਗੀਰਦਾਰ ਦੀ ਤਰ੍ਹਾਂ ਹੁਣ ਬਿਲ ਗ੍ਰੇਟਸ ਨੂੰ ਜਾਂ ਕੁਝ ਹੋਰ ਲੋਕਾਂ ਨੂੰ ਵੱਡੇ ਫਾਰਮਰ ਬਣਾ ਦੇਾਂਗੇ, ਤੇ ਕੀ ਫਿਰ ਅਸੀਂ ਉਹ ਫਿਊਡਲ ਸੁਸਾਇਟੀ ਨਹੀਂ ਪਿੱਛੇ ਨੂੰ ਮੁੜ ਜਾਾਂਗੇ, ਜਾਂ ਉਸ ਤਰ੍ਹਾਂ ਦਾ ਪਾੜਾ ਜਿਹੜਾ ਸੁਸਾਇਟੀ 'ਚ ਆ ਮੁਜ਼ਾਹਰਿਆਂ ਵਾਲਾ ਤੇ ਮਾਲਕਾਂ ਵਾਲਾ ਜਿਹੜਾ ਸਿਸਟਮ ਸੀਗਾ, ਅਸੀਂ ਉਹਦੇ ਵੱਲ ਤਾਂ ਨਹੀਂ ਕਿਤੇ ਪਰਤ ਰਹੇ? ਅਨਫੋਰਚੂਨੇਟਲੀ ਅਮਰੀਕਾ 'ਚ ਵੀ ਇਹ ਗੱਲ ਹੋ ਰਹੀ ਆ। ਜਿਹੜੇ ਬਿਲੀਅਨੇਰ ਆ ਨਾ ਉਹ ਲੱਖਾਂ ਦੇ ਹਿਸਾਬ ਦੇ ਨਾਲ ਏਕੜ ਜਿਹੜੇ ਜ਼ਮੀਨ ਦੇ ਖਰੀਦ ਰਹੇ ਆ, ਤੇ ਇਦਾਂ ਲੱਗਦਾ ਕਿ ਜ਼ਮੀਨ ਦੇ ਵਿੱਚ ਵੀ ਉਹੋ ਹੀ ਅਨਫੇਅਰ ਡਿਸਟ੍ਰੀਬਿਊਸ਼ਨ ਆ ਜਾਣੀ ਹੈ ਜਿਹੜੀ ਸਰਮਾਏ ਦੇ ਵਿੱਚ ਹੈ ਇਸ ਵੇਲੇ, ਕਿ ਕਿਸੇ ਬੰਦੇ ਕੋਲ ਟ੍ਰਿਲੀਅਨ ਡਾਲਰ ਹੈ, ਟ੍ਰਿਲੀਅਨ ਤਾਂ ਨਹੀਂ, ਚਲੋ ਜੇ ਕਿਸੇ ਬੰਦੇ ਕੋਲ 700 ਬਿਲੀਅਨ ਡਾਲਰ ਹੈ ਤੇ ਕਿਸੇ ਦੂਜੇ ਬੰਦੇ ਕੋਲ ਆਪਣੇ ਰਹਿਣ ਲਈ ਘਰ ਵੀ ਹੈ ਨਹੀਂਗਾ। ਤੇ ਜਿਹੜੀ ਇਹ ਜ਼ਮੀਨ ਖਰੀਦਣ ਦੀ ਨਵੀਂ ਗੱਲ ਉੱਥੇ ਚੱਲੀ ਆ ਅਮਰੀਕਾ ਦੇ ਵਿੱਚ, ਇਹ ਮੈਨੂੰ ਲੱਗਦਾ ਕਿ ਜਿਹੜਾ ਫਿਊਡਲ ਲਾਰਡਸ ਅਸੀਂ ਪੈਦਾ ਕਰ ਰਹੇ ਹਾਂ ਮੁੜ ਕੇ, ਪਰ ਜਿਹੜੀ ਇਤਿਹਾਸ ਆ ਨਾ ਪਿੱਛੇ ਨੂੰ ਕਦੀ ਨਹੀਂ ਮੁੜਦਾ। ਜਿਹੜੀ ਫਿਊਡਲ ਇਕੋਨਮੀ ਉਹ ਇੱਕ ਹਮੇਸ਼ਾ ਲਈ ਜਾ ਚੁੱਕੀ ਆ। ਇਹ ਕੈਪੀਟਲਿਸਟ ਇਕੋਨਮੀ ਜਿਹੜੀ ਆ ਇਹ ਹੁਣ ਕਿੱਧਰ ਨੂੰ ਜਾ ਰਹੀ ਆ, ਇਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ, ਇਹਦੇ ਵਿੱਚ ਕੀ ਹੋ ਰਿਹਾ। ਪਰ ਮੈਨੂੰ ਇਹ ਲੱਗਦਾ ਕਿ ਆ ਜਿਹੜੀ ਮੌਜੂਦਾ ਸਿਚੁਏਸ਼ਨ ਆ ਜਿਹਦੇ ਨਾਲ ਇਹ ਫਰਕ ਪੈ ਰਿਹਾ ਬਹੁਤ ਵੱਡਾ, ਇਹਦੇ ਵਿੱਚ ਤਬਦੀਲੀ ਆਊਗੀ ਜ਼ਰੂਰ ਅਗਲੇ 5-10 ਸਾਲ ਦੇ ਵਿੱਚ। ਤੇ ਜਿਹੜੀ ਤੁਸੀਂ ਗੱਲ ਕੀਤੀ ਉਹ 16 ਏਕੜ ਵਾਲੀ, ਉਹ 16 ਏਕੜ ਉਸ ਵੇਲੇ ਮੇਰਾ ਖਿਆਲ ਹੈ ਉਹ ਗੱਲ ਵਧੀਆ ਸੀ, ਕੋਈ ਮਾੜੀ ਗੱਲ ਨਹੀਂ, ਡੈਮੋਕ੍ਰੈਟਿਕ ਜਿਹੜੀ ਡਿਸਟ੍ਰੀਬਿਊਸ਼ਨ ਹੈ ਲੈਂਡ ਦੀ। ਪਰ ਉਹਦੇ ਵਿੱਚ ਇੱਕ ਸਮੱਸਿਆ ਸੀ ਕਿ ਉਹਨਾਂ ਨੇ ਜਿਹੜੀ ਪਾਪੂਲੇਸ਼ਨ ਗਰੋਥ ਆ ਜਾਂ ਆਬਾਦੀ ਦਾ ਵਧਣਾ ਆ, ਇਹਨੂੰ ਮੱਦੇਨਜ਼ਰ ਨਹੀਂ ਸੀ ਰੱਖਿਆ, ਕਿਉਂਕਿ ਆਬਾਦੀ ਦੇ ਵਧਣ ਦੇ ਨਾਲ ਜਿਹੜੀ ਪੀੜ੍ਹੀ ਦਰ ਪੀੜ੍ਹੀ ਸਬ ਡਿਵੀਜ਼ਨ ਹੁੰਦੀ ਆ ਲੈਂਡ ਦੀ, ਉਹਦੇ ਨਾਲ ਫਾਰਮ ਜਿਹੜੇ ਨਾ ਉਹ ਛੋਟੇ ਹੋਈ ਜਾਂਦੇ ਆ। ਔਰ ਉਹਦਾ ਅਪੋਜ਼ਿਟ ਟ੍ਰੈਂਡ ਇਹ ਆ ਕਿ ਨਾਲ ਮਸ਼ੀਨਰੀ ਦੀ ਜਿਹੜੀ ਲੋੜ ਆ ਉਹ ਵੱਧ ਰਹੀ ਆ। ਤੇ ਇਹ ਇੱਕ ਇਕਨੋਮਿਕ ਕੰਟਰਡਿਕਸ਼ਨ ਆ ਕਿ ਵੱਧਦੀ ਕਾਸਟ ਔਰ ਘਟਦੀ ਜ਼ਮੀਨ ਜਿਹੜੀ ਆ ਇਹਦਾ ਕੋਈ ਇਲਾਜ ਲੱਭਿਆ ਜਾਣਾ ਚਾਹੀਦਾ ਜੀ। ਅੱਛਾ ਦੋੜਾ ਸਾਹਿਬ, ਆਪਾਂ ਪੰਜਾਬ ਵੱਲ ਇੱਕ ਵਾਰੀ ਫੇਰ ਪਰਤੀਏ। ਜਿਹੜੇ ਬਿੱਲਾਂ ਨੂੰ ਲੈ ਕੇ ਆਪਾਂ ਹੁਣ ਇੰਨੀ ਲੰਬੀ ਐਜੀਟੇਸ਼ਨ ਹੋ ਗਈ, ਸਾਲ ਤੋਂ ਉੱਤੇ ਹੋ ਗਿਆ, ਕਿਸਾਨ ਸੜਕਾਂ ਤੇ ਬੈਠੇ ਆ, ਮਜ਼ਦੂਰ ਬੈਠੇ ਆ, ਤੇ ਇੱਕ ਜਾਗਰਤੀ ਵੈਸੇ ਬਹੁਤ ਆਈ ਆ, ਚੇਤਨਾ ਦਾ ਇੱਕ ਪ੍ਰਸਾਰ ਬਣਾ ਹੋਇਆ ਉਹਦੇ ਨਾਲ ਲਗਾਤਾਰ। ਮਤਲਬ ਭਾਰਤ ਦੀਆਂ ਜਿਹੜੀਆਂ ਬਾਕੀ ਸਮੱਸਿਆਵਾਂ ਨੇ ਨਾ, ਜਾਤ ਪਾਤ ਦੀ ਸਮੱਸਿਆ ਸੀਗੀ, ਸਾਡੇ ਭਾਈਚਾਰਿਆਂ 'ਚ ਡਿਵੀਜ਼ਨ ਹੋਈ ਪਈ ਸੀਗੀ, ਸਾਡੇ ਪਾਣੀਆਂ ਦੇ ਵੰਡਾਂ ਦੇ ਮਸਲੇ ਸੀ, ਇਲਾਕੇ ਬੋਲੀ ਕਈ ਮਸਲੇ ਸੀ, ਉਹਨਾਂ ਸਾਰਿਆਂ ਨੂੰ ਇਸ ਜਿਹੜਾ ਨਾ ਇਸ ਅੰਦੋਲਨ ਨੇ ਕਿਤੇ ਨਾ ਕਿਤੇ ਐਡਰੈਸ ਕੀਤਾ ਹੈ ਮੈਨੂੰ ਲੱਗਦਾ।
ਤੇ ਇਹਦੇ ਤੋਂ ਜਿਸ ਤਰੀਕੇ ਦੀ ਹੁਣ ਭਾਵਨਾ ਉੱਥੇ ਆ ਰਹੀ ਆ, ਕਈ ਲੋਕ ਤਾਂ ਇਹ ਕਹਿੰਦੇ ਆ ਕਿ ਜਿੱਦਾਂ ਆਜ਼ਾਦੀ ਦੀ ਲੜਾਈ ਵੇਲੇ ਜਿਸ ਤਰ੍ਹਾਂ ਲੋਕਾਂ ਦੇ ਮਨਾਂ 'ਚ ਜਜ਼ਬਾ ਸੀ ਨਾ, ਇਸ ਤਰ੍ਹਾਂ ਦਾ ਜਜ਼ਬਾ ਜਿਹੜਾ ਇਸ ਅੰਦੋਲਨ ਨੇ ਪੈਦਾ ਕੀਤਾ ਹੈ। ਜੇ ਇਹਨੂੰ ਅਸੀਂ ਇਹਨੂੰ ਨਤੀਜਿਆਂ ਵਿੱਚ ਬਦਲ ਸਕੇ, ਜੇ ਇਹ ਸਥਿਰ ਰਹਿ ਸਕਿਆ ਤਾਂ ਮਤਲਬ ਅਸੀਂ ਭਾਵੁਕ ਬਣੇ ਆ, ਬੜੀ ਛੇਤੀ ਜਾਂਦੇ ਆ ਤੇ ਫਿਰ ਬੜੀ ਛੇਤੀ ਵਾਪਸ ਵੀ ਮੁੜਦੇ ਅਸੀਂ। ਕੱਲ ਨੂੰ ਇਲੈਕਸ਼ਨ ਆਈ ਤੇ ਪਤਾ ਨਹੀਂ ਆਪਾਂ ਕੀ ਕਰਨਾ, ਅਜੇ ਮੈਨੂੰ ਨਹੀਂ ਪਤਾ ਵੀ ਉੱਥੇ ਕੀ ਹੋਏਗਾ, ਪਰ ਫਿਰ ਵੀ ਜਿਹੜੀ ਇਹ ਚੇਤਨਾ ਦਾ ਪ੍ਰਸਾਰ ਹੋਇਆ, ਇਹ ਕਿਤੇ ਨਾ ਕਿਤੇ ਬੜਾ ਨਿਵੇਕਲ ਆਇਆ। ਤੇ ਇੱਕ ਸਵਾਲ ਮੈਂ ਪੰਜਾਬ ਦਾ ਕਰ ਲਿਓ ਜਵਾਬ, ਮੈਂ ਤੁਹਾਡੇ ਨਾਲ ਇੱਕ ਸਪੇਨ ਦੀ ਗੱਲ ਕਰਨੀ ਚਾਹੂੰਗਾ ਇੱਥੇ, ਥੋੜੀ ਜਿਹੀ ਪਹਿਲਾਂ ਮੈਨੂੰ ਦੱਸ ਲਓ ਤੇ ਫਿਰ ਆਪਾਂ ਉੱਤੇ ਵੀ ਚੱਲਦੇ ਹਾਂ। ਠੀਕ ਹੈ, ਕੀ ਸੌਰੀ ਸਵਾਲ ਕੀ ਸੀਗਾ? ਸਵਾਲ ਮੇਰਾ ਇਹ ਸੀਗਾ ਕਿ ਜਿਹੜਾ ਇਹ ਚੇਤਨਾ ਦਾ ਪਸਾਰ ਹੋਇਆ ਆ, ਤੇ ਮੰਨ ਲਿਆ ਜਾਵੇ ਕਿ ਇਸ ਪ੍ਰੈਸ਼ਰ ਗਰੁੱਪ ਵੱਲੋਂ ਇੰਨਾ ਮਜਬੂਰ ਕਰ ਦਿੱਤਾ ਜਾਂਦਾ ਸਰਕਾਰ ਨੂੰ ਕਿ ਜਿਹੜੇ ਕਾਰਪੋਰੇਟ ਵੱਡੇ ਘਰਾਣੇ ਨੇ ਉਹਨਾਂ ਤੋਂ ਵੀ ਬਾਗੀ ਹੋ ਜਾਂਦੀ ਹੈ ਸਰਕਾਰ। ਮੰਨ ਲਓ ਵੀ ਮਤਲਬ ਹਾਲਾਤ ਇਹ ਬਣ ਜਾਂਦੇ ਆ ਵੀ ਸਾਡੇ ਮੁਲਕ ਦੇ ਵਿੱਚ ਮਤਲਬ ਇੱਕ ਸਿਵਲ ਨਾ ਫਰਮਾਨੀ ਵਰਗੀ ਹਾਲਤ ਹੋ ਜਾਂਦੀ ਆ, ਜਿੱਦਾਂ ਆਜ਼ਾਦੀ ਵੇਲੇ ਹੋਇਆ ਸੀ ਕਿ ਨਹੀਂ ਜੀ ਅਸੀਂ ਮੰਨਦੇ ਹੀ ਨਹੀਂ ਕੁਝ। ਇਹੋ ਜਿਹੇ ਹਾਲਾਤਾਂ ਨੂੰ ਫੇਸ ਕਰਦਿਆਂ ਸਰਕਾਰ ਅਗਰ ਇਹ ਬਿੱਲ ਵਾਪਸ ਵੀ ਲੈ ਲੈਂਦੀ ਆ ਤੇ ਫਿਰ ਦੀ ਕੀ ਸਿਚੁਏਸ਼ਨ ਬਣੂਗੀ? ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਹ ਅਵੇਅਰਨੈਸ ਹੁਣ ਆਈ ਆ, ਇਹ ਫਿਰ ਜਿਹੜੀਆਂ ਚੀਜ਼ਾਂ ਉਸ ਤੋਂ ਬਾਅਦ ਸਾਨੂੰ ਲੋੜ ਪੈਣੀ ਆ ਉਧਰ ਨੂੰ ਵੀ ਕੋਈ ਟਿਲਟ ਹੋਏਗੀ ਥੋੜੀ ਬਹੁਤੀ, ਜਾਂ ਫਿਰ ਇੱਕ ਗੱਲ ਹੋ ਜਾਏਗੀ ਵੀ ਜਿੱਤ ਗਏ ਝੰਡੇ ਲੈ ਕੇ, ਇੱਥੋਂ ਤੱਕ ਹੀ ਗੱਲ ਰਹੇਗੀ? ਨਹੀਂ, ਮੈਨੂੰ ਦੇਖੋ ਇਹਨੂੰ ਥੋੜਾ ਸਿੰਪਲੀਫਾਈ ਜੇ ਕਰੀਏ ਨਾ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਇਹਨਾਂ ਨੇ ਸੈਕੂਲਰ ਪ੍ਰੋਗਰੈਸਿਵ ਪੁਆਇੰਟ ਆਫ ਵਿਊ ਅੱਗੇ ਪੇਸ਼ ਕੀਤਾ ਕਿਸਾਨਾਂ ਨੇ, ਜਿਹਦੇ ਵਿੱਚ ਜਾਤ-ਪਾਤ ਕੋਈ ਨਹੀਂ, ਧਰਮ ਦਾ ਝਗੜਾ ਕੋਈ ਨਹੀਂ, ਜਿਹਦੇ ਵਿੱਚ ਬਹੁਤ ਸਾਰੀਆਂ ਹੋਰ ਗੱਲਾਂ ਜਿਹੜੀਆਂ ਕੁਰੀਤੀਆਂ ਸੀ ਪੋਲੀਟੀਕਲ ਪਾਰਟੀਆਂ ਦੇ ਵਿੱਚ, ਉਹਨਾਂ ਤੋਂ ਮੁਕਤ ਹੋ ਕੇ ਇਹਨਾਂ ਨੇ ਇਹ ਗੱਲ ਸਾਹਮਣੇ ਲਿਆਂਦੀ, ਜਿਨ੍ਹਾਂ ਦੇ ਵਿੱਚੋਂ ਇੱਕ ਚੀਜ਼ ਵਾਇਲੈਂਸ ਦੀ ਕਮੀ ਵੀ ਆ ਕਿ ਬਿਲਕੁਲ ਸ਼ਾਂਤੀ ਦੇ ਨਾਲ ਇਹ ਆਪਣਾ ਅੰਦੋਲਨ ਚਲਾ ਰਿਹਾ, ਇਹ ਵੀ ਬਹੁਤ ਵੱਡੀ ਗੱਲ ਹੈ। ਤੇ ਜਿਹੜਾ ਇਹਦਾ ਅਸਰ ਆ ਨਾ, ਉਹਦਾ ਪਹਿਲਾ ਇੱਕ ਅਸਰ ਤਾਂ ਮੈਨੂੰ ਲੱਗਦਾ ਕਿ ਆਲਰੇਡੀ ਹੋ ਚੁੱਕਾ ਕਿ ਹਿੰਦੂਤਵਾ ਜਿਹੜਾ ਆ, ਜਾਂ ਕਈ ਲੋਕ ਉਹਨੂੰ ਇਹ ਕਹਿੰਦੇ ਸੀ ਕਿ ਇੰਡੀਆ ਫਾਸ਼ਿਸਟ ਹੋ ਜਾਣਾ, ਤੇ ਅਸੀਂ ਕਈ ਵਾਰੀ ਸਾਡੀ ਬਹਿਸ-ਬੂਸ ਹੁੰਦੀ ਸੀ ਤਾਂ ਮੈਂ ਕਹਿੰਦਾ ਸੀ ਕਿ ਇੰਡੀਆ ਦੀ ਜਿਹੜੀ ਕੰਪਲੈਕਸਿਟੀ ਆ ਇਹ ਇਹਨੂੰ ਫਾਸ਼ਿਸਟ ਨਹੀਂ ਹੋਣ ਦਊਗੀ। ਜ਼ਰੂਰ ਇਹੋ ਜਿਹੇ ਐਲੀਮੈਂਟ ਉੱਠਣਗੇ ਜਿਹੜੇ ਹਿੰਦੂਤਵਾ ਦੇ ਨੈਸ਼ਨਲਿਜ਼ਮ ਨੂੰ, ਜਿਹੜਾ ਰਿਲੀਜੀਅਸ ਨੈਸ਼ਨਲਿਜ਼ਮ ਆ, ਉਹਦੇ ਖਿਲਾਫ ਖੜੇ ਹੋਣਗੇ, ਔਰ ਕਿਸਾਨ ਖੜੇ ਹੋਏ ਆ। ਮੇਰਾ ਖਿਆਲ ਸ਼ਾਇਦ ਹੋਰ ਕੋਈ ਹੋ ਵੀ ਨਹੀਂ ਸਕਦਾ ਸੀ, ਕਿਉਂਕਿ ਕਿਸਾਨ ਜਿਹੜੇ ਆ ਇਹਨਾਂ ਦੀ ਗਿਣਤੀ ਬਹੁਤ ਵੱਡੀ ਹੈ, ਇਹਨਾਂ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਸਾਰੇ ਹੈਗੇ ਆ, ਤੇ ਇਹਨਾਂ ਨੇ ਨਾ ਬੜਾ ਵਧੀਆ ਇਹ ਮੈਨੂੰ ਲੱਗਦਾ ਕਿ ਹਿੰਦੂਤਵਾ ਦੀ ਜਿਹੜੀ ਫੂਕ ਹੈ ਨਾ ਉਹ ਨਿਕਲ ਚੁੱਕੀ ਆ ਬਹੁਤ ਹੱਦ ਤੱਕ। ਪਰ ਜਿਹੜੀ ਸਹੀ ਜਿੱਤ ਆ ਨਾ ਉਹ ਉਸ ਵੇਲੇ ਹੋਊਗੀ ਜੇ ਉਹਨਾਂ ਨੇ ਇਸ ਪ੍ਰੈਜ਼ੈਂਟ ਗਵਰਨਮੈਂਟ ਨੂੰ ਹਰਾ ਦਿੱਤਾ, ਤੇ ਫਿਰ ਨਵੇਂ ਸਿਰਿਓਂ ਇਹਨਾਂ ਬਿੱਲਾਂ ਲਈ ਸਟੇਟ ਗਵਰਨਮੈਂਟਸ, ਕਿਸਾਨਾਂ ਦੇ ਪ੍ਰਤੀਨਿਧ ਤੇ ਸੈਂਟਰਲ ਸਰਕਾਰ ਸਾਰੇ ਇਕੱਠੇ ਬੈਠ ਕੇ ਬਿੱਲ ਬਣਾਉਣ ਜਿਹੜੇ ਕਿਸਾਨੀ ਲਈ ਚੰਗੇ ਹੋਣ। ਤੇ ਹੁਣ ਜਿਹੜੀ ਆ ਇਹ ਅੜਿੱਕਾ ਜਿਹੜਾ ਪੈ ਗਿਆ ਆ, ਉਹ ਤਾਂ ਸਿਰਫ ਸਰਕਾਰ ਬਦਲਣ ਨਾਲ ਹੀ ਖਤਮ ਹੋਊਗਾ। ਤੁਹਾਨੂੰ ਲੱਗਦਾ ਹੈ ਕਿ ਜੇ ਬੀਜੇਪੀ ਦੀ ਸਰਕਾਰ ਮਤਲਬ ਅਗਲੀ ਇਲੈਕਸ਼ਨ ਦੇ ਵਿੱਚ ਦੁਬਾਰਾ ਵਾਪਸ ਨਹੀਂ ਆਉਂਦੀ ਤੇ ਕੁਝ ਗੱਠਜੋੜ ਵਾਲੀ ਸਰਕਾਰ ਬਣਦੀ ਹੈ, ਜਾਂ ਮੰਨ ਲਿਆ ਜਾਵੇ ਕਿ ਕੋਈ ਆਪੋਜੀਸ਼ਨ ਦੀ ਵੱਡੀ ਧਿਰੀ ਸਰਕਾਰ ਮੰਨ ਲਓ ਕਾਂਗਰਸ ਹੀ ਬਣਾ ਲੈਂਦੀ ਆ, ਤੇ ਕੀ ਇਹਨਾਂ ਮਸਲਿਆਂ ਦਾ ਨਿਬੇੜਾ ਕਰ ਸਕਣ ਦੇ ਸਮਰੱਥ ਹੋਣਗੇ? ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਆ, ਜਿਹਨੂੰ ਅਸੀਂ WTO ਦਾ ਨਾਂ ਦੇਤਾ, ਜਾਂ ਕੁਝ ਜਿਹੜੀਆਂ ਇਹਨਾਂ ਦੀਆਂ ਟ੍ਰੀਟੀ ਨੇ, IMF ਕੋਲ ਲੋਨ ਲੈਣੇ ਨੇ, ਵਰਲਡ ਬੈਂਕ ਕੋਲ ਜਾਣਾ ਆ, ਤੇ ਫਿਰ ਜਦੋਂ ਉਹ ਡੰਡਾ ਲਾਉਂਦੇ ਆ ਕਿ ਭਾਈ ਤੁਸੀਂ ਆਹ ਕਰੋ ਤੇ ਫਿਰ ਸਾਡੇ ਕੋਲ ਆਓ, ਫਿਰ ਉਸ ਕਿਸ ਤਰੀਕੇ ਨਾਲ ਉਹਨੂੰ ਫੇਸ ਕਰਨਗੇ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਆਏਗੀ? ਜਿਹੜਾ ਉਹ ਪ੍ਰੈਸ਼ਰ ਹੈ ਨਾ ਉਹਨੂੰ ਬਹੁਤ ਐਗਜ਼ੈਜਰੇਟ ਕੀਤਾ ਗਿਆ, ਕਿਉਂਕਿ ਕੈਨੇਡਾ ਦਾ ਸਪਲਾਈ ਸਿਸਟਮ ਨੂੰ ਟਰੰਪ ਚਾਹੁੰਦਾ ਸੀ ਕਿ ਇਹਨਾਂ ਦਾ ਸਪਲਾਈ ਮੈਨੇਜਮੈਂਟ ਸਿਸਟਮ ਕੈਨੇਡਾ ਦਾ ਖਤਮ ਕੀਤਾ ਜਾਵੇ। ਇਹ ਨਹੀਂ ਮੰਨੇ, ਉਹ ਨਾ ਉਹ ਕੁਛ ਕਰ ਸਕਿਆ, ਨਾ WTO ਕੁਛ ਕਰ ਸਕਦੀ, ਕਿਉਂਕਿ ਜਿਹੜੀ ਐਗਰੀਕਲਚਰ ਸਬਸਿਡੀਜ਼ ਆ ਨਾ ਸਾਰੀ ਦੁਨੀਆ 'ਚ ਹੀ ਆ, ਇਹਦੇ ਖਿਲਾਫ ਲੜਨਾ WTO ਲਈ ਜਾਂ IMF ਲਈ ਬਹੁਤ ਮੁਸ਼ਕਿਲ ਹੈ। ਇਹ ਕੋਈ ਜ਼ਬਰਦਸਤੀ ਇਹ ਕੰਮ ਨਹੀਂ ਉਹ ਕਰ ਸਕਦਾ। ਤੇ ਪਰ ਜਿਹੜੀ ਨੈਕਸਟ ਸਰਕਾਰ ਆਊਗੀ, ਮੈਨੂੰ ਲੱਗਦਾ ਕਿ ਜਿਹੜੀ ਆਪਣੀ ਕਿਸਾਨਾਂ ਦੀ ਮੂਵਮੈਂਟ ਹੈ, ਇਹਨੇ ਇੱਕ ਗੱਲ ਇਹ ਸਾਬਤ ਕੀਤੀ ਆ ਕਿ ਲੋਕ ਸ਼ਕਤੀ ਜਿਹੜੀ ਆ ਨਾ, ਲੋਕਾਂ ਦੇ ਸਾਹਮਣੇ ਜਿਹੜੀ ਲੁੱਟ ਪਾਈ ਹੋਈ ਸੀ ਪੋਲੀਟੀਕਲ ਲੀਡਰਾਂ ਨੇ ਤੇ ਬਿਊਰੋਕਰੈਟਸ ਨੇ ਤੇ ਹੋਰਾਂ ਨੇ, ਉਹਦੇ ਉੱਤੋਂ ਦੀ ਇੱਕ ਵਾਰੀ
ਲੋਕ ਸ਼ਕਤੀ ਜਿਹੜੀ ਆ ਨਾ ਉਹਦਾ ਸਬੂਤ ਮਿਲ ਗਿਆ ਕਿ ਉਹ ਇਹਦੇ ਸਾਹਮਣੇ ਕਟਹਿਰਿਆਂ 'ਚ ਖੜੇ ਹੋ ਗਏ ਆ। ਤੇ ਇਹ ਗੱਲ ਬਹੁਤ ਵਧੀਆ ਹੈ। ਜੇ ਥੋੜੀ ਹੋਰ ਅੱਗੇ ਜਾ ਸਕੇ ਕਿ ਜੇ ਲੋਕ ਜਿਹੜੇ ਆ ਨਾ ਉਹ ਇਹਨਾਂ ਨੂੰ ਕੰਟਰੋਲ ਕਰ ਸਕਣ ਕਿ ਤੁਸੀਂ ਲੋਕ ਜਿਹੜੇ ਆ ਉਹ ਅਸਲ ਸੋਵਰੈਨਿਟੀ ਜਿਹੜੀ ਆ ਪ੍ਰਭੂ ਸੱਤਾ ਜਿਹੜੀ ਉਹ ਲੋਕਾਂ ਦੇ ਵਿੱਚ ਹੋਵੇ ਤੇ ਸਰਕਾਰ ਜਿਹੜੀ ਆ ਨਾ ਉਹਦੇ ਨੌਕਰ ਹੋਣ, ਉਹਦੇ ਲਈ ਕੰਮ ਕਰਨ ਲੋਕਾਂ ਨੇ। ਇਹ ਡੈਮੋਕ੍ਰੈਟਿਕ ਰੈਵੋਲੂਸ਼ਨ ਜਿਹੜਾ ਆ ਦੁਨੀਆ ਦੇ ਵਿੱਚ ਸਾਰੀ 'ਚ ਆਉਣਾ ਚਾਹੀਦਾ ਹੈ। ਬਹੁਤ ਪਰ ਸਰ ਇਹ ਬੜੀ ਆਈਡੀਅਲਿਸਟਿਕ ਸਿਚੁਏਸ਼ਨ ਨਹੀਂ ਜਿਹੜੀ ਤੁਸੀਂ ਕਹਿ ਰਹੇ ਹੋ, ਗਾਂਧੀ ਦੇ ਸਵਰਾਜ ਵਾਲੀ ਹੀ ਮੈਨੂੰ ਲੱਗਦੀ ਹੈ ਥੋੜੀ ਜੀ ਕਿ ਸਾਨੂੰ ਨਾ ਪੁਲਿਸ ਦੀ ਲੋੜ ਹੈ ਨਾ ਫੌਜ ਦੀ ਲੋੜ ਹੈ ਤੇ ਹਕੂਮਤ ਇਦਾਂ ਦੀ ਹੋਵੇ। ਥੋੜਾ ਜਿਹਾ ਇਹ 'ਚ ਆਈਡੀਅਲਿਜ਼ਮ ਨਹੀਂ ਲੱਗਦਾ ਕਿ ਇਦਾਂ ਹੋਣਾ, ਮੈਨੂੰ ਲੱਗਦਾ ਨਹੀਂ ਕਿ ਪੋਸੀਬਲ ਇਹਨਾਂ ਹਾਲਾਤਾਂ ਵਿੱਚ ਹੋਵੇ, ਕਿਉਂਕਿ ਜਿਹੜੀਆਂ ਫੋਰਸ ਟਕਰਾ ਰਹੀਆਂ ਨੇ ਨਾ ਆਪੋ 'ਚ, ਜਿਸ ਤਰ੍ਹਾਂ ਜਿਹੜਾ ਸਾਡਾ ਇਸ ਸਰਮਾਏਦਾਰੀ ਢਾਂਚੇ ਦੇ ਵਿੱਚ ਜਿਹੜੀਆਂ ਤਾਕਤਾਂ ਨੇ, ਔਰ ਉਹ ਤਾਕਤਾਂ ਇੰਨੀਆਂ ਪਾਵਰਫੁਲ ਨੇ ਕਿ ਜਿਹੜਾ ਸੋਸਾਇਟੀ ਦੀ ਸਭ ਤੋਂ ਥੱਲੜੀ ਲੇਅਰ ਹੈ ਜਿਹੜੀ ਇਸ ਦੇ ਵਿਰੁੱਧ ਲੜਾਈ ਲੜ ਰਹੀ ਆ, ਉਹਦੇ ਰਿਸੋਰਸਸ ਬਹੁਤ ਛੋਟੇ ਆ। ਭਾਵੇਂ ਦੇਖੋ ਨੰਬਰ ਹੈਗੇ ਆ, ਲੋਕ ਹੈਗੇ ਨੇ, ਲੋਕਾਂ ਦੀ ਸਮਝ ਵੀ ਅਜੇ ਉੱਥੇ ਨਹੀਂ ਆ। ਜੇ ਸਮਝ ਹੋ ਵੀ ਜਾਵੇ, ਸਾਰੇ ਦੇ ਸਾਰੇ ਲੋਕ ਵੀ ਆ ਕੇ ਖੜ ਜਾਣ, ਜਿਹਨੂੰ ਅਸੀਂ ਡੈਮੋਕ੍ਰੇਸੀ 'ਚ ਕਹਿੰਦੇ ਆ ਕਿ ਲੋਕਾਂ ਬੜੇ ਪਾਵਰਫੁਲ ਹੁੰਦੇ ਆ, ਤੇ ਜਿਹੜੇ ਰਿਸੋਰਸਸ ਇਹਨਾਂ ਲੋਕਾਂ ਕੋਲ ਆ, ਜਿਹੜੇ ਇਸ ਢਾਂਚੇ ਨੂੰ ਚਲਾਉਣ ਵਾਲੇ ਆ, ਉਹਨਾਂ ਦਾ ਮੁਕਾਬਲਾ ਨਹੀਂ ਨਾ ਕਰ ਪਾ ਸਕਦੇ ਸੀ। ਗਿੱਲ ਸਾਹਿਬ, ਜੇ ਤੁਸੀਂ ਇਤਿਹਾਸ ਵੱਲ ਦੇਖੋ ਨਾ, ਅੱਜ ਤੋਂ 100 ਸਾਲ ਪਿੱਛੇ ਦੇਖੋ ਤਾਂ ਉਹ ਤੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਟਾਈਮ ਸੀ ਜਦੋਂ ਬਾਦਸ਼ਾਹ ਜਿਹੜੇ ਆ ਉਹ ਹੀ ਤੁਹਾਨੂੰ ਇੰਗਲੈਂਡ ਵਗੈਰਾ ਦੇ ਵਿੱਚ ਜ਼ਮੀਨ ਖਰੀਦਣ ਜਾਂ ਵੇਚਣ ਦਾ ਹੱਕ ਨਹੀਂ ਸੀ ਹੁੰਦਾ ਤੁਹਾਨੂੰ। ਹੁਣ ਸੁਸਾਇਟੀ ਉਦੋਂ ਬਹੁਤ ਅੱਗੇ ਆ ਗਈ ਆ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ, ਇੱਕ ਹੋਰ ਵੀ ਪ੍ਰੋਸੈਸ ਚੱਲਦਾ ਆ ਜਿਹੜਾ ਇਤਿਹਾਸ ਦੇ ਵਿੱਚ ਦੇਖਣ ਦੇ ਵਿੱਚ ਆਇਆ ਕਿ ਜਿਉਂ-ਜਿਉਂ ਸੁਸਾਇਟੀਆਂ ਸਮਾਜ ਜਿਹੜੇ ਆ ਇਹ ਐਫਲੂਐਂਸ ਵੱਲ ਨੂੰ ਵੱਧਦੇ ਆ ਜਾਂ ਖੁਸ਼ਹਾਲੀ ਵੱਲ ਨੂੰ ਵੱਧਦੇ ਆ, ਤਾਂ ਇੱਕ ਸਿਸਟਮ ਚੱਲਦਾ ਹੈ ਜਿਹਦੇ ਨਾਲ ਇਮਾਨਦਾਰੀ ਜਿਹੜੀ ਆ ਨਾ ਉਹ ਥੋੜੀ ਜਿਹੀ ਵਧਣ ਲੱਗ ਪੈਂਦੀ ਆ। ਜਿੱਦਾਂ ਆਪਾਂ ਜਿਹਨੂੰ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਚੀਜ਼ਾਂ ਦੀ ਕੀਮਤ ਆ ਉਹ ਘਟਣ ਲੱਗ ਪੈਂਦੀ ਔਰ ਇਨਸਾਨ ਦੀ ਕੀਮਤ ਵਧਣ ਲੱਗ ਪੈਂਦੀ ਹੈ। ਜਿਹੜੀ ਆਪਾਂ ਦੇਖ ਸਕਦੇ ਹਾਂ ਕਿ ਕੈਨੇਡਾ ਦੇ ਵਿੱਚ ਇਨਸਾਨ ਦੀ ਵੈਲਿਊ ਕਿਤੇ ਜ਼ਿਆਦਾ ਆ, ਪਰ ਜੇ ਇੰਡੀਆ ਜਾ ਕੇ ਦੇਖੋ ਤਾਂ ਇੱਕ ਦੂਜੇ ਨੂੰ ਕੁੱਟੀ ਜਾਂਦੇ ਆ, ਮਾਰੀ ਜਾਂਦੇ ਆ, ਸੜਕਾਂ ਤੇ ਬੈਠੇ ਆ ਲੋਕ, ਜ਼ਿੰਦਗੀ ਦੀ ਕੋਈ ਬਹੁਤੀ ਵੈਲਿਊ ਹੈ ਨਹੀਂ ਗੀ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸੁਸਾਇਟੀ ਜਿਹੜੀ ਇਤਿਹਾਸਕ ਤੌਰ ਤੇ ਬਿਹਤਰ ਹੋਣ ਵੱਲ ਨੂੰ ਹੌਲੀ ਹੌਲੀ ਚੱਲਦੀ ਆ। ਇੱਕੋ ਹੀ ਇਹਦੇ ਵਿੱਚ ਸਮੱਸਿਆ ਆ ਕਿ ਜਿਹੜਾ ਇਹ ਹੁਣ ਮੌਜੂਦਾ ਨਿਓ ਲਿਬਰਲ ਮਾਡਲ ਕੈਪੀਟਲਿਜ਼ਮ ਦਾ ਚੱਲ ਰਿਹਾ, ਇਹ ਕਿੰਨੀ ਕੁ ਦੇਰ ਚੱਲੂਗਾ? ਮੇਰਾ ਤਾਂ ਇਹਦੇ ਖਿਲਾਫ ਆਲਰੇਡੀ ਹੁਣ ਕਾਫੀ ਆਵਾਜ਼ ਉੱਠਣ ਲੱਗ ਪਈ ਆ। ਤੇ ਜਿਹੜੀ WTO ਜਾਂ IMF ਵਗੈਰਾ ਆ, ਉਹਨਾਂ ਦੇ ਤੌਰ ਤਰੀਕੇ ਨਾਲ ਹੀ ਬਦਲ ਜਾਣੇ ਜਦੋਂ ਇਕਨੋਮਿਕਸ ਦੇ ਪੈਰਾਡਾਈਮ ਬਦਲੇ। ਇਹ ਕੋਈ ਬਹੁਤੀ ਅਟਲ ਚੀਜ਼ ਨਹੀਂ ਹੈਗੀ। ਬਹੁਤ ਵਾਰੀ ਅਸੀਂ ਸਮਝਦੇ ਹਾਂ ਕਿ ਜਿਹੜੀ ਫਰਜ਼ ਕਰੋ ਹੁਣ ਚਲੋ ਆਪਾਂ ਜੇ ਮੁੜ ਕੇ ਹਿੰਦੁਸਤਾਨ ਵੱਲ ਆਈਏ, ਜੇ ਇਹ ਸਰਕਾਰ ਹਾਰ ਜਾਂਦੀ, ਕੱਲ ਨੂੰ ਕਾਂਗਰਸ ਪਾਰਟੀ ਆ ਜਾਂਦੀ ਆ, ਤਾਂ ਤੁਸੀਂ ਕਹਿੰਦੇ ਕਿ ਜਿਹੜੇ ਥੱਲੇ ਦੇ ਲੋਕ ਆ ਇਹਨਾਂ ਕੋਲ ਇੰਨੀ ਤਾਕਤ ਨਹੀਂ ਹੈ ਕਿ ਉਹ ਸਰਕਾਰਾਂ ਦੇ ਬਰਾਬਰ ਖੜੇ ਹੋ ਸਕਣ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਿਹੜਾ ਮਜ਼ਦੂਰ ਹੈ ਨਾ ਉਹ ਤਾਂ 2 ਦਿਨ ਵੀ ਭੰਨ ਨਹੀਂ ਸਕਦਾ ਸਟ੍ਰਾਈਕਾਂ ਤੇ ਜਾਣ ਲਈ, ਪਰ ਜਿਹੜੇ ਕਿਸਾਨ ਆ ਇਹਨਾਂ ਨੇ ਇਹ ਇੱਕ ਕਲਾਸ ਸੀ ਜਿਹੜੀ ਖੜੀ ਹੋ ਸਕਦੀ ਸੀ, ਤੇ ਇਹਨਾਂ ਦੀ ਜਿੱਤ ਦੇ ਵਿੱਚ ਜਾਂ ਇਹਨਾਂ ਦੀ ਘੱਟੋ ਘੱਟ ਇਹਨਾਂ ਦੇ ਅਸਰ ਥੱਲੇ ਬਹੁਤ ਸਾਰੀਆਂ ਹੋਰ ਗੱਲਾਂ ਜਿਹੜੀਆਂ ਉਹ ਬਦਲ ਸਕਦੀਆਂ ਆ। ਦੇਖੋ ਸਾਰਾ ਜੇ ਆਪਾਂ ਕਹੀਏ ਨਾ ਕਿ ਕੈਪੀਟਲਿਜ਼ਮ ਨੇ ਕਿਤੇ ਚੱਲ ਜਾਣਾ, ਇਹ ਤਾਂ ਆਪਣੀ ਗਲਤਫਹਿਮੀ ਹੋਊਗੀ, ਪਰ ਜੇ ਸਰਕਾਰ ਨੂੰ ਥੋੜ੍ਹਾ ਜਿਹਾ ਹੋਰ ਡੈਮੋਕ੍ਰੈਟਿਕ ਬਣਾਉਣਾ ਹੋਵੇ ਤਾਂ ਇਹ ਕੋਈ ਇੰਪੋਸੀਬਲ ਗੱਲ ਨਹੀਂ। ਆਪਾਂ ਦੇਖਦੇ ਹਾਂ ਕੈਨੇਡਾ ਦੇ ਵਿੱਚ ਕਦੀ ਟਰੂਡੋ ਨੇ ਟਿਕਟ ਦੇਣ ਦੀ ਗੱਲ ਕੀਤੀ ਆ ਕਿ ਇੱਥੇ ਲਿਬਰਲ ਕੈਂਡੀਡੇਟ ਜਿਹੜਾ ਖੜਾ ਹੋਊਗਾ ਉਹ ਟਰੂਡੋ ਤੋਂ ਜਾ ਕੇ ਟਿਕਟ ਲੈਣੀ ਪਵੇ। ਉੱਥੇ ਪਾਰਟੀਆਂ ਦੇ ਵਿੱਚ ਵੀ ਡੈਮੋਕ੍ਰੇਸੀ ਹੈ ਨਹੀਂ, ਜਾ ਕੇ ਉਹ ਸੋਨੀਆ ਗਾਂਧੀ ਤੋਂ ਜਾ ਕੇ ਇਜਾਜ਼ਤ ਲੈਣੀ ਪੈਂਦੀ ਆ, ਜਾਂ ਜਿਹੜੇ ਕੋਈ ਵੀ ਸੈਂਟਰ ਹੈ, ਈਵਨ ਕੇਜਰੀਵਾਲ ਵੀ ਇਹੋ ਜਿਹੇ ਮਾਡਲ 'ਤੇ ਕੰਮ ਕਰਦਾ ਹੈ। ਜਿਹੜੀ ਜਮਹੂਰੀਅਤ ਦਾ ਵਧਣਾ, ਸੈਕੂਲਰਿਜ਼ਮ ਦਾ ਵਧਣਾ, ਹਿਊਮਨ ਰਾਈਟਸ ਦਾ ਵਧਣਾ, ਇਹ ਗੱਲਾਂ ਜਿਹੜੀਆਂ ਨਾ ਇਹ ਬਾਈ ਪ੍ਰੋਡਕਟ ਹੋ ਸਕਦਾ ਹੈ ਇਸ ਮੂਵਮੈਂਟ ਦਾ, ਜੇ ਠੀਕ ਤਰ੍ਹਾਂ ਚੱਲਦੀ ਰਹੇ। ਅੱਛਾ ਦੂੜਾ ਸਾਹਿਬ, ਮੈਨੂੰ ਥੋੜਾ ਜਿਹਾ ਇਹ ਵੀ ਦੱਸੋ, ਤੁਸੀਂ ਕਹਿ ਰਹੇ ਹੋ ਕਿ ਇਕਨੋਮਿਕਸ ਜਿਹੜੇ ਪੈਰਾਡਾਈਮ ਨੇ ਉਹ ਬਦਲਵੇਂ ਹੋ ਸਕਦੇ ਨੇ, ਕੁਝ ਸੋਸ਼ਲਿਜ਼ਮ ਵਾਲਾ ਅਜਮਾ ਲਿਆ, ਉਸ ਤੋਂ ਬਾਅਦ 2-3 ਤੁਸੀਂ ਵੀ ਗਿਣਾਤੇ ਕਿ ਪਹਿਲਾਂ ਇਸ ਤਰ੍ਹਾਂ ਦੀ ਸੀਗੀ ਤੇ ਉਸ ਤੋਂ ਬਾਅਦ ਹੁਣ ਇਹ ਜਿਹੜੀ ਆ ਨਿਓ ਇਕਨੋਮਿਕ ਲਿਬਰਲ ਪਾਲਿਸੀ ਜਿਹੜੀ ਆਈ ਆ,
ਤੇ ਤੁਹਾਡੀ ਨਜ਼ਰ 'ਚ ਇਸ ਵੇਲੇ ਕਿਹੜਾ ਕੋਈ ਐਸਾ ਪੈਰਾਡਾਈਮ ਜਿਹੜਾ ਉਹਨੂੰ ਉਸਾਰਨ ਵੱਲ ਕੋਈ ਜਿਹੜੇ ਇੰਟੈਲੈਕਚੁਅਲ ਲੋਕ ਨੇ ਜਾਂ ਜਿਹੜੇ ਇਕਨੋਮੀ ਨੂੰ ਸਮਝਦੇ ਨੇ ਉਹ ਉਹਦੇ ਲਈ ਯਤਨਸ਼ੀਲ ਨੇ ਤੇ ਉਹਦਾ ਕੋਈ ਸੰਕੇਤ ਮਿਲ ਰਹੇ ਹੋਣ ਕਿ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਇਹੋ ਜਿਹੀ ਇਕਨੋਮੀ ਵੱਲ ਵੀ ਲਿਜਾਇਆ ਜਾ ਸਕਦਾ ਹੈ? ਕੁਝ ਏਦਾਂ ਦੇ ਤੁਹਾਨੂੰ ਸੰਕੇਤ ਦਿਖਦੇ ਨੇ? ਹਾਂ ਬਿਲਕੁਲ ਬਿਲਕੁਲ, ਬੜੇ ਸਪਸ਼ਟ ਹੈ ਜੀ। ਮੈਂ ਉਹਦਾ ਥੋੜੀ ਜਿਹੀ ਇੱਕ ਮਿੰਟ ਮੈਨੂੰ ਸੋਸ਼ਲਿਜ਼ਮ ਦੀ ਗੱਲ ਕਰ ਲੈਣ ਦਿਓ। ਬਹੁਤ ਸਾਰੇ ਲੋਕ ਖਾਸ ਕਰ ਆਪਣੇ ਜਿਹੜੇ ਲੈਫਟ ਵਾਲੇ ਦੋਸਤ ਆ, ਕਾਮਰੇਡ ਦੋਸਤ ਆ, ਉਹ ਇਹ ਸਮਝਦੇ ਵੀ ਸੋਸ਼ਲਿਜ਼ਮ ਕੋਈ ਇੰਡੀਪੈਂਡੈਂਟ ਚੀਜ਼ ਆਉਣੀ ਆ, ਕਿਤੇ ਵੱਖਰਾ ਆਰਥਿਕ ਸਿਸਟਮ ਹੋਣਾ ਆ। ਪਰ ਮੈਂ ਜਦੋਂ ਪਿੱਛੇ ਨੂੰ ਦੇਖਦਾ ਪਿਛਲੇ 100-150 ਸਾਲ ਦੀ ਹਿਸਟਰੀ ਦੇ, ਤਾਂ ਸੋਸ਼ਲਿਜ਼ਮ ਸਿਵਾਏ ਸੋਸ਼ਲ ਡੈਮੋਕ੍ਰੇਸੀ ਤੋਂ ਕੁਛ ਨਹੀਂ। ਦੇਖੋ, ਕੈਪੀਟਲਿਜ਼ਮ ਤੋਂ ਬਿਨਾਂ ਸੋਸ਼ਲਿਜ਼ਮ ਜਿਹੜਾ ਉਹ ਚੱਲ ਨਹੀਂ ਸਕਦਾ। ਮੰਡੀ ਤੋਂ ਬਿਨਾਂ ਸੋਸ਼ਲਿਜ਼ਮ ਚੱਲਿਆ ਨਹੀਂ। ਰਸ਼ੀਆ ਦੇ ਵਿੱਚ ਉਹਨੇ ਟਰਾਈ ਕਰ ਲਈ, ਅਮਰੀਕਾ ਵਾਲਿਆਂ ਨੇ ਚੀਨ ਵਾਲਿਆਂ ਨੇ ਮੰਡੀ ਲੈਣ ਦੀ, ਤੇ ਉਹ ਚੱਲ ਰਿਹਾ। ਤੇ ਜਿਹੜਾ ਸਕੈਂਡੀਨੇਵੀਅਨ ਕੰਟਰੀਜ਼ ਦਾ ਮਾਡਲ ਆ ਉਹ ਸੋਸ਼ਲ ਡੈਮੋਕ੍ਰੇਸੀ ਦਾ ਮਾਡਲ ਆ, ਜਿਹਦੇ ਵਿੱਚ ਜਿਹੜਾ ਪ੍ਰੋਡਕਸ਼ਨ ਸਿਸਟਮ ਆ ਉਹ ਕੈਪੀਟਲਿਸਟਿਕ ਆ, ਪਰ ਜਿਹੜਾ ਡਿਸਟ੍ਰੀਬਿਊਸ਼ਨ ਸਿਸਟਮ ਆ, ਵੈਲਥ ਡਿਸਟ੍ਰੀਬਿਊਸ਼ਨ ਸਿਸਟਮ, ਉਹ ਸੋਸ਼ਲਿਸਟ ਆ। ਸੋ ਮੈਂ ਇਹ ਅਕਸਰ ਕਹਿਣਾ ਹੁੰਦਾ ਕਿ ਮੰਡੀ ਤੋਂ ਬਿਨਾਂ ਸੋਸ਼ਲਿਜ਼ਮ ਨਹੀਂ ਚੱਲ ਸਕਦਾ, ਔਰ ਸੋਸ਼ਲਿਜ਼ਮ ਤੋਂ ਬਿਨਾਂ ਕੈਪੀਟਲਿਜ਼ਮ ਨਹੀਂ ਚੱਲ ਸਕਦਾ। ਜਿਹੜਾ ਪਿਓਰ ਕੈਪੀਟਲਿਜ਼ਮ ਹੈ ਉਹ ਇੱਕਦਮ ਫੇਲ ਹੋ ਜਾਊਗਾ, ਬਹੁਤ ਵੱਡਾ ਮੰਦਵਾੜਾ ਆ ਸਕਦਾ। ਹੁਣ ਜਿਹੜੀ ਚੀਜ਼ ਆਪਾਂ ਮੋਹਰੇ ਦੇਖਦੇ ਹਾਂ ਕਿ ਨਿਓ ਲਿਬਰਲ ਇਕਨੋਮਿਕਸ ਦੀਆਂ ਬਹੁਤ ਸਾਰੀਆਂ ਗਲਤਫਹਿਮੀਆਂ ਜਿਹੜੀਆਂ ਉਹਨਾਂ 'ਤੇ ਕ੍ਰਿਟੀਕ ਲੈ ਕੇ ਜਾ ਰਹੇ ਆ, ਤੇ ਇੱਕ ਬੈਲੈਂਸ ਜਿਹੜਾ ਆ ਉਹ ਮਾਰਕੀਟ ਓਰੀਐਂਟਡ ਇਕਨੋਮੀ ਦਾ ਤੇ ਕੇਨਜ਼ੀਅਨ ਇਕਨੋਮਿਕਸ ਦੇ ਥੋੜ੍ਹੇ ਮਾਰਕਸਵਾਦੀ ਸਿਧਾਂਤ, ਇਹਨਾਂ ਦਾ ਸਿੰਥੇਸਿਸ ਜਿਹੜਾ ਉਹ ਮੋਹਰੇ ਆ ਰਿਹਾ ਹੁਣ, ਜਿਹਦੇ ਵਿੱਚ ਇਨਸਾਨ ਤੇ এনवायरमेंट ਦੋ ਚੀਜ਼ਾਂ ਜਿਹੜੀਆਂ ਨਾ ਉਹ ਬਹੁਤ ਅਹਿਮੀਅਤ ਰੱਖਣਗੀਆਂ। ਤੇ ਇਹਦੇ ਹੱਕ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਆ, ਹਾਲਾਂਕਿ ਸੋਸ਼ਲ ਮੀਡੀਆ ਦੇ ਵਿੱਚ ਬੜਾ ਕੁਛ ਉਰਾ ਪਰਾ ਐਵੇਂ ਗਲਤ ਮਤ ਵੀ ਬਹੁਤ ਕੁਛ ਹੁੰਦਾ ਹੈ, ਪਰ ਸੋਸ਼ਲ ਮੀਡੀਆ ਲੋਕਾਂ ਦੇ ਵਿੱਚ ਆਈਡੀਆਜ਼ ਫੈਲਾਉਣ ਦੇ ਵਿੱਚ ਬੜਾ ਕਾਮਯਾਬ ਹੈ। ਤੇ ਇਸ ਕਰਕੇ ਜਿਹੜੀ ਕੌਨਸ਼ੀਅਸਨੈਸ ਪੈਦਾ ਹੋ ਰਹੀ ਆ, ਜਿਹੜੀ ਤੁਸੀਂ ਦੇਖੀ ਆ ਭਾਰਤ ਦੇ ਵਿੱਚ ਕਿਸਾਨੀ ਅੰਦੋਲਨ ਦੇ ਨਾਲ, ਇਹੋ ਜਿਹੀ ਗੱਲਬਾਤ ਜਿਹੜੀ ਆਪਾਂ ਇੱਧਰਲੇ ਪਾਸੇ ਨੂੰ ਜਾ ਰਹੇ ਹਾਂ ਕਿ ਲੋਕ ਸ਼ਾਇਦ ਹੁਣ ਇੰਨਾ ਨਾ ਝੱਲਣ ਵਧੀਕੀ ਸਿਆਸਤਦਾਨਾਂ ਤੋਂ ਤੇ ਭ੍ਰਸ਼ਟ ਸਿਸਟਮਾਂ ਤੋਂ, ਜਾਂ ਮੋਨੋਪਲੀਜ਼ ਜਿਹੜੀਆਂ ਹੈਗੀਆਂ, ਜਾਂ ਇਜਾਰੇਦਾਰ ਸਰਮਾਏਦਾਰਾਂ ਤੋਂ, ਜਿੰਨਾ ਪਿੱਛੇ ਚੱਲਦੇ ਰਹੇ ਆ। ਮੈਂ ਇੱਧਰਲੇ ਪਾਸੇ ਨੂੰ ਸੋਚ ਰਿਹਾ ਕਿ ਜੇ এনवायरमेंटਲੀ ਅਸੀਂ ਆਪਣੇ ਆਪ ਨੂੰ ਨਾ ਖਤਮ ਕਰ ਦਿੱਤਾ, ਜਿੱਦਾਂ ਹੁਣ ਗਲੋਬਲ ਵਾਰਮਿੰਗ ਵੱਧ ਰਹੀ ਹੈ, ਇਹ ਨਹੀਂ ਪਤਾ ਵੀ ਕੱਲ ਨੂੰ ਕੀ ਹੋਣਾ ਹੈ। ਜੇ ਬਹੁਤੀ ਤੇਜ਼ ਵਧਣ ਲੱਗ ਪਈ, ਆਊਟ ਆਫ ਕੰਟਰੋਲ ਵੀ ਹੋ ਸਕਦੀ ਹੈ, ਤੇ ਉਹਦੇ ਨਾਲ ਤਾਂ ਸਾਰਾ ਕੁਝ ਹੀ ਖਤਮ ਹੋ ਜਾਊਗਾ। ਪਰ ਜੇ ਨਹੀਂ ਉਹ ਅਸੀਂ এনवायरमेंटਲੀ ਆਪਣੇ ਆਪ ਨੂੰ ਖਤਮ ਕਰਦੇ, ਤਾਂ ਮੈਨੂੰ ਇਹ ਦਿਸਦਾ ਕਿ ਅੱਜ ਨਾਲੋਂ ਵਧੇਰੇ ਇਨਸਾਫ ਪਸੰਦ ਸਿਸਟਮ, ਅੱਜ ਨਾਲੋਂ ਵਧੇਰੇ ਹਿਊਮਨ ਰਾਈਟਸ ਦੀ ਰੱਖਿਆ ਕਰਨ ਵਾਲੇ ਸਿਸਟਮ ਸਾਹਮਣੇ ਆਉਣਗੇ ਜ਼ਰੂਰ ਜੀ। ਅੱਛਾ ਅਧੂਰਾ ਸਾਹਿਬ, ਆਪਾਂ ਪੰਜਾਬ ਵੱਲ ਪਰਤੀਏ, ਮੰਨ ਲਿਆ ਜਾਵੇ ਕਿ ਕਿਸਾਨ ਜਥੇਬੰਦੀਆਂ ਦੇ ਪ੍ਰੈਸ਼ਰ ਹੇਠ ਇਹ ਬਿੱਲ ਜਿਹੜੇ ਆ ਇਹ ਵਾਪਸ ਹੋ ਜਾਂਦੇ ਆ, ਫੇਰ ਵੀ ਆਪਣੀ ਮਤਲਬ ਚਲੋ ਨਵਾਂ ਕੋਈ ਬਿੱਲ ਵੀ ਬਣ ਜਾਣਗੇ, ਕੁਝ ਉਹ 'ਚ ਕਿਸਾਨਾਂ ਦੀਆਂ ਮਰਜ਼ੀਆਂ ਵੀ ਪਾ ਲਈਆਂ ਜਾਣਗੀਆਂ, ਪਰ ਜਿਹੜੀਆਂ ਸਾਡੀਆਂ ਬੇਸਿਕ ਸਮੱਸਿਆਵਾਂ, ਜਿਵੇਂ ਆਪਾਂ ਛੋਟੀ ਕਿਸਾਨੀ ਦੀ ਗੱਲ ਕਰ ਰਹੇ ਹਾਂ ਕਿ ਲੈਂਡ ਹੋਲਡਿੰਗ ਘਟ ਗਈ, ਫਿਰ ਉੱਥੇ ਜਿਸ ਤਰੀਕੇ ਨਾਲ ਉਹ ਲੈਂਡ ਨੂੰ ਅਸੀਂ ਯੂਜ਼ ਕਰ ਰਹੇ ਹਾਂ 3-3 4-4 ਫਸਲਾਂ ਲਈ, ਖਾਸ ਕਰਕੇ ਪੈਡੀ ਵਾਸਤੇ, ਪਾਣੀ ਦਾ, এনवायरमेंट ਦੀ ਤੁਸੀਂ ਬਾਰ-ਬਾਰ ਗੱਲ ਕਰ ਰਹੇ ਹੋ, এনवायरमेंट ਦਾ ਜਿਸ ਤਰ੍ਹਾਂ ਅਸੀਂ ਸਤਿਆਨਾਸ਼ ਕਰ ਲਿਆ, ਤੇ ਖੁਦ ਕਿਸਾਨ ਨੂੰ ਬਦਲਣ ਲਈ ਵੀ ਕੁਝ ਕਰਨਾ ਪਏਗਾ ਕਿ ਉਹ ਕਿਸ ਤਰੀਕੇ, ਜਿਵੇਂ ਤੁਸੀਂ ਮਾਡਲ ਇੱਕ ਦੱਸਿਆ ਲਾਂਬੜਾ ਵਾਲਾ, ਤੇ ਮੇਰੇ ਦਿਮਾਗ 'ਚ ਇੱਕ ਸਪੇਨ ਦਾ ਮਾਡਲ ਬਾਰ-ਬਾਰ ਆ ਰਿਹਾ। ਸਪੇਨ 'ਚ ਇੱਕ ਉਹ ਥੋੜਾ ਜਿਹਾ ਸਮਝਾਓ ਸਾਡੇ ਦਰਸ਼ਕਾਂ ਨੂੰ ਵੀ ਉਹ ਕਿਸ ਤਰ੍ਹਾਂ ਵਰਕ ਕਰਦਾ ਹੈ, ਤੇ ਉਹਦੀ ਕਾਪੀ ਕਰਕੇ ਕੀ ਪੰਜਾਬ ਦੇ ਵਿੱਚ ਉਹ ਅਪਲਾਈ ਹੋ ਸਕਦਾ, ਤੇ ਸਪੇਨ 'ਚ ਹੈ ਕਿ ਉਹ ਕਿੱਦਾਂ ਦਾ ਮਾਡਲ ਸੀਗਾ ਉਹ? ਇਹ ਤੁਹਾਡਾ ਸਵਾਲ ਨਾ $1 ਮਿਲੀਅਨ ਦਾ ਸਵਾਲ ਹੈ, ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਐਕਚੁਅਲੀ ਇਹ ਕਹਿ ਰਿਹਾ ਕਿ ਸਪੇਨ ਵਾਲਾ ਜਿਹੜਾ ਮੋਂਡਰਾਗੋਨ ਦਾ ਮਾਡਲ ਆ, ਇਹ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ। ਜੇ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਤਾਂ ਇਹ ਦੁਨੀਆ ਭਰ ਦੇ ਵਿੱਚ ਨਾ ਬੱਲੇ ਬੱਲੇ ਕਰਾ ਦੂਗਾ ਮਾਡਲ। ਮੋਂਡਰਾਗੋਨ ਦਾ ਮਾਡਲ ਜਿਹੜਾ ਉਹ ਬੁਨਿਆਦੀ ਤੌਰ ਤੇ ਇਹ ਆ, ਤੁਹਾਨੂੰ ਮੈਂ ਹਿਸਟਰੀ ਉਹਦੀ ਦੱਸਾਂ ਕਿ ਸਿਰਫ ਨਹੀਂ, ਥੋੜਾ ਜਿਹਾ ਦੱਸੋ ਕਿਉਂਕਿ ਲੋਕ ਸਮਝ ਲੱਗ ਜੇ। ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਆ ਇਹਨਾਂ ਚੀਜ਼ਾਂ ਨੂੰ ਡੀਪਲੀ ਨਹੀਂ ਸਮਝਦੇ, ਥੋੜਾ ਜਿਹਾ ਪੰਜਾਬੀ 'ਚ ਚੰਗੇ ਢੰਗ ਨਾਲ ਐਕਸਪਲੇਨ ਕਰ ਦਿਓ ਜਿਹੜਾ ਸੌਖਾ ਸਮਝ ਸਕੀਏ ਅਸੀਂ। ਚਲੋ ਠੀਕ ਹੈ। ਅੱਛਾ, ਜਿਹੜੀ ਸਪੇਨ ਦੇ ਵਿੱਚ ਨਾ ਸਿਵਲ ਵਾਰ ਹੋਈ ਸੀ ਇੱਕ ਵਾਰੀ, ਤੇ ਉਹ ਤੋਂ ਬਾਅਦ ਮੋਂਡਰਾਗੋਨ ਦਾ ਇਲਾਕਾ ਜਿਹੜਾ ਆ ਉੱਥੇ ਸਪੇਨ ਦੇ ਵਿੱਚ, ਉੱਥੇ ਕੋਈ ਬੰਦਾ ਨਾ, ਇੱਕ ਛੋਟਾ ਜਿਹਾ ਟਾਊਨ ਸੀ,
ਕੋਈ ਬੰਦਾ ਉੱਥੇ ਇਨਵੈਸਟ ਕਰਨ ਨਹੀਂ ਸੀ ਪੈਸੇ ਆਉਂਦਾ ਸਰਮਾਏਦਾਰ, ਕੋਈ ਉੱਥੇ ਜਾਂਦਾ ਨਹੀਂ ਸੀ, ਬੜੀ ਬੁਰੀ ਹਾਲਤ ਸੀ ਲੋਕਾਂ ਦੀ। ਤਾਂ ਇੱਕ ਪਾਦਰੀ ਗਿਆ, ਉਹਨੂੰ ਇਸ ਕਰਕੇ ਭੇਜਿਆ ਗਿਆ ਕਿ ਤੂੰ ਜਾ ਕੇ ਲੋਕਾਂ ਨੂੰ ਇਹ ਦੱਸ ਕਿ ਜਿਹੜਾ ਸਾਡਾ ਕ੍ਰਿਸਚੀਅਨ ਧਰਮ ਹੈ ਇਹਦੇ ਵਿੱਚ ਲੋਕਾਂ ਦੀ ਬਰਾਬਰੀ ਤੇ ਇਹਦੇ ਵਿੱਚ ਇਹੋ ਜਿਹੀਆਂ ਗੱਲਾਂ ਬਾਤਾਂ ਹੈਗੀਆਂ ਕਿ ਲੋਕ ਆਪਣੀ ਕਿਸਮਤ ਆਪ ਆਪਣੇ ਹੱਥ 'ਚ ਲੈ ਸਕਦੇ, ਇਹੋ ਜਿਹੀ ਗੱਲਬਾਤ ਆ। ਤੇ ਉਹ ਗਿਆ ਉੱਥੇ, ਤਾਂ ਉਹਨ ਜਾ ਕੇ ਉੱਥੇ ਇੱਕ ਸਕੂਲ ਖੋਲ੍ਹਿਆ ਜਿਹਦੇ ਵਿੱਚ ਟੈਕਨੀਕਲ ਐਜੂਕੇਸ਼ਨ ਦੇਣੀ ਸ਼ੁਰੂ ਕੀਤੀ। ਤੇ ਉਹਨੇ ਇੰਨੇ ਨੌਜਵਾਨ ਜਿਹੜੇ ਬੰਦੇ ਨੇ ਉਹ ਪੜ੍ਹਾਤੇ, ਉਹਨਾਂ ਦੇ ਵਿੱਚੋਂ 5 ਮੁੰਡਿਆਂ ਨੇ, ਨੌਜਵਾਨਾਂ ਨੇ ਉਹਦੀ ਮਦਦ ਦੇ ਨਾਲ ਇੱਕ ਕਾਰਪੋਰੇਸ਼ਨ ਬਣਾਈ ਜਿਹੜੀ ਇਹ ਮੋਨਡਰਾਗੋਨ ਕਾਰਪੋਰੇਸ਼ਨ ਹੈਗੀ ਆ। ਇਹ ਵਰਕਰ ਓਨਡ ਜਾਂ ਜਿਹਨੂੰ ਆਪਾਂ ਕੋਆਪਰੇਟਿਵ ਕਹਿ ਸਕਦੇ ਹਾਂ, ਉਹ ਮਾਡਲ ਸੀ ਉਹਨਾਂ ਦਾ। ਤੇ ਉਹਨਾਂ ਨੇ ਨਾ ਜਿਹੜੀ ਇਹ ਡੋਮੈਸਟਿਕ ਮਸ਼ੀਨਾਂ ਹੁੰਦੀਆਂ ਜਿੱਦਾਂ ਡਿਸ਼ ਵਾਸ਼ਰ ਵਗੈਰਾ ਜਾਂ ਕੱਪੜੇ ਧੋਣ ਵਾਲੀ ਮਸ਼ੀਨ, ਇੱਦਾਂ ਦੀ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ। ਤੇ ਇੰਨੀ ਤੇਜ਼ੀ ਨਾਲ ਤਰੱਕੀ ਹੋਈ ਉਹਨਾਂ ਦੀ ਕਾਰਪੋਰੇਸ਼ਨ ਦੀ ਕਿ ਉਹ ਵੱਧਦੀ ਹੁਣ ਇਸ ਲੈਵਲ ਤੇ ਚਲੇ ਗਈ ਆ ਉਹ ਕਿ ਉਹਨਾਂ ਦੀ $12.5 ਬਿਲੀਅਨ ਜਿਹੜਾ ਹੈ ਨਾ ਉਹ ਸਾਲਾਨਾ ਉਹਨਾਂ ਦਾ ਰੈਵਨਿਊ ਆ। ਤੇ ਦੁਨੀਆ ਦੀ ਨਾ ਇੱਕ ਮੇਰਾ ਖਿਆਲ ਆ, ਮੈਨੂੰ ਯਾਦ ਨਹੀਂ ਹੁਣ ਕਿਹੜੀ ਸੰਸਥਾ ਨੇ ਜੱਜ ਕੀਤਾ ਦੁਨੀਆ ਦੇ ਵਿੱਚ ਜਿਹੜੀਆਂ ਕਾਰਪੋਰੇਸ਼ਨਾਂ ਦੁਨੀਆ ਨੂੰ ਬਦਲ ਰਹੀਆਂ, ਉਹਨਾਂ ਦੇ ਵਿੱਚ 11ਵਾਂ ਸਥਾਨ ਹੈ ਮੋਨਡਰਾਗੋਨ ਦਾ। ਤੇ ਮੋਨਡਰਾਗੋਨ ਦਾ ਬੁਨਿਆਦੀ ਮਾਡਲ ਇਹ ਆ ਵੀ ਜੇ ਵਰਕਰ ਓਨਡ ਹੈਗੀ, ਜਿੰਨੇ ਲੋਕ ਉਹਦੇ ਵਿੱਚ ਕੰਮ ਕਰਦੇ ਆ ਉਹੋ ਹੀ ਉਹਦੇ ਮਾਲਕ ਆ। ਤੇ ਇਹ ਇੱਕ ਫੈਡਰੇਸ਼ਨ ਆ, ਇਹ ਵੱਖ-ਵੱਖ ਛੋਟੇ-ਛੋਟੇ ਜਿਹੜੇ ਬਹੁਤ ਸਾਰੇ ਕੋਆਪ ਹੈਗੇ ਉਹਨਾਂ ਦੀ ਇੱਕ ਸਾਂਝੀ ਫੈਡਰੇਸ਼ਨ ਆ। ਜਿਹੜੀ ਗੱਲ ਮੈਂ ਪੰਜਾਬ ਲਈ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਆਪਾਂ ਨੂੰ ਨਾ ਜਿਹੜੇ ਮਸ਼ੀਨਰੀ ਦੇ ਜਿੱਦਾਂ ਲਾਂਬੜਾ ਕਾਂਗੜੀ ਵਾਲਿਆਂ ਨੇ ਬਣਾਇਆ ਕੋਆਪ ਜਿਹੜੇ ਆ, ਉਹ ਅਸਲ ਦੇ ਵਿੱਚ ਸਰਵਿਸ ਕਾਰਪੋਰੇਸ਼ਨ ਆ ਜਿਹਦੀ ਪ੍ਰੋਵੀਜ਼ਨ ਹੈਗੀ ਆ ਕਾਨੂੰਨ ਦੇ ਵਿੱਚ ਕਿ ਪ੍ਰੋਡਿਊਸਰ ਕਾਰਪੋਰੇਸ਼ਨਾਂ ਬਣਾਈਆਂ ਜਾ ਸਕਦੀਆਂ ਪਿੰਡਾਂ ਦੇ ਵਿੱਚ। ਉਹ ਜੇ ਮਸ਼ੀਨਰੀ ਦੀਆਂ ਪ੍ਰੋਡਿਊਸਰ ਕਾਰਪੋਰੇਸ਼ਨਾਂ ਸਾਂਝੀ ਮਸ਼ੀਨਰੀ ਲਈ ਬਣਾ ਲੈਣ, ਇੱਕ ਤਾਂ ਉਹਦੇ ਨਾਲ ਲੋਕਲ ਲੈਵਲ ਤੇ ਛੋਟਾ ਫਾਰਮ ਜਿਹੜਾ ਉਹਦੀ ਕਾਸਟ ਘਟ ਜਾਂਦੀ ਆ, ਉਹ ਫੀਜ਼ੀਬਲ ਹੋ ਜਾਂਦਾ, ਉਹਨੂੰ ਪ੍ਰੋਫਿਟ ਹੋਣਾ ਸ਼ੁਰੂ ਹੋ ਜਾਂਦਾ। ਤੇ ਦੂਜੀ ਗੱਲ ਹੈ ਕਿ ਜੇ ਇਹੋ ਜਿਹੀਆਂ ਸਾਰੀਆਂ ਕਾਰਪੋਰੇਸ਼ਨਾਂ ਇਕੱਠੀਆਂ ਹੋ ਕੇ ਇੱਕ ਫੈਡਰੇਸ਼ਨ ਬਣਾ ਲੈਣ ਪੰਜਾਬ ਦੇ ਵਿੱਚ, ਤਾਂ ਉਹ ਬਹੁਤ ਹੀ ਵੱਡੇ ਕੰਮ ਕਰ ਸਕਦੀ। ਜਿੱਦਾਂ ਹੁਣ ਇਸ ਵੇਲੇ ਲੋੜ ਹੈਗੀ ਆ ਕਿ ਡੀਜ਼ਲ ਵਾਲੇ ਟਰੈਕਟਰ ਹਟ ਕੇ ਇਲੈਕਟ੍ਰਿਕ ਟਰੈਕਟਰ ਆਉਣੇ ਆ। ਪੰਜਾਬ ਜਿਹੜਾ ਉਹਦੇ ਵਿੱਚ ਜੇ ਇਹੋ ਜਿਹੀ ਕੋਈ ਆਰਗੇਨਾਈਜੇਸ਼ਨ ਹੋਵੇ ਤਾਂ ਉਹ ਇਹ ਪਹਿਲ ਲੈ ਸਕਦੀ ਆ ਸੋਲਰ ਪੈਨਲ ਬਣਾਉਣ ਦੇ ਵਿੱਚ ਜਾਂ ਇਲੈਕਟ੍ਰਿਕ ਟਰੈਕਟਰ ਬਣਾਉਣ ਦੇ ਵਿੱਚ, ਜਾਂ ਡਰੋਨ ਆ ਰਹੇ ਆ ਉਹਨਾਂ ਦੇ ਵਿੱਚ, ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ ਉਹਨਾਂ ਦੇ ਵਿੱਚ। ਤੇ ਦੂਜੇ ਪਾਸੇ ਉਹ ਡਾਇਰੈਕਟ ਵੀ ਕਰ ਸਕਦੇ ਕਿ ਲੋਕਲ ਲੈਵਲ ਤੇ ਜਿਹੜੇ ਕੋਆਪ ਬਣਨ, ਜਿੱਦਾਂ ਲਾਂਬੜਾ ਕਾਂਗੜੀ ਦਾ ਆ, ਇਹ ਉਹ ਤੋਂ ਬਿਨਾਂ ਮਸ਼ੀਨਰੀ ਦੀ ਓਨਰਸ਼ਿਪ ਤੋਂ ਬਿਨਾਂ ਹੋਰ ਕੀ ਕਰ ਸਕਦੇ। ਜਿੱਦਾਂ ਲਾਂਬੜਾ ਕਾਂਗੜੀ ਦੇ ਵਿੱਚ ਉਹਨੇ ਸਪਲਾਈ ਸਟੋਰ ਵੀ ਖੋਲ੍ਹਿਆ, ਉਹਨੇ ਪਿੰਡ ਦੇ ਵਿੱਚ ਗੈਸ ਵੀ ਮੈਥੇਨ ਬਣਾ ਕੇ ਉਹ ਦਿੰਦੇ ਆ ਲੋਕਾਂ ਨੂੰ, ਗੋਹਾ ਮੁੱਲ ਲੈਂਦੇ ਆ ਤੇ ਮੈਥੇਨ ਗੈਸ ਜਿਹੜੀ ਉਹ ਵੀ ਮੁੱਲ ਦਿੰਦੇ, ਪਰ ਬਹੁਤ ਥੋੜੀ ਕੀਮਤ ਤੇ ਦਿੰਦੇ ਆ ਜਿਹੜੀ ਹਰ ਬੰਦਾ ਅਫੋਰਡ ਕਰ ਸਕਦਾ। ਤੇ ਫਿਰ ਉਹ ਹੋਰ ਕਈ ਇਹੋ ਜਿਹੇ ਕੰਮ ਕਰ ਰਹੇ ਆ ਜਿਹੜੇ ਉਹਨਾਂ ਦੀ ਬੈਂਕ ਟਾਈਪ ਵੀ ਫਾਈਨਾਂਸ ਦਾ ਵੀ ਉਹਨਾਂ ਕੀਤਾ ਹੋਇਆ ਜੀ ਮੇਰੇ ਖਿਆਲ। ਹਾਂ ਸਭ ਕੁਝ। ਤੇ ਇੱਦਾਂ ਹੀ ਮੋਨਡਰਾਗੋਨ ਹੈ, ਇਹਨਾਂ ਦੇ ਕੋਲ ਬੈਂਕਾਂ ਆਪਣੀਆਂ, ਇਹਨਾਂ ਦੇ ਕੋਲ ਇੰਸ਼ੋਰੈਂਸ ਕੰਪਨੀਆਂ ਆਪਣੀਆਂ, ਇਹਨਾਂ ਦੇ ਕੋਲ ਮੈਨੂਫੈਕਚਰਿੰਗ ਇੰਨੀ ਜ਼ਿਆਦਾ ਹੈ ਕਿ ਇਹ ਦੁਨੀਆ ਦੇ ਸਭ ਮੁਲਕਾਂ ਨੂੰ ਚੀਜ਼ਾਂ ਭੇਜਦੇ ਆ। ਤੇ ਇਹਨਾਂ ਤੋਂ ਜਾ ਕੇ ਮਾਈਕਰੋਸਾਫਟ ਵਰਗੇ ਇਹਨਾਂ ਦਾ ਜਿਹੜਾ ਕੰਪਿਊਟਰ ਵਾਲਾ ਡਿਪਾਰਟਮੈਂਟ ਹੈ ਉਹਨਾਂ ਤੋਂ ਪ੍ਰੋਗਰਾਮ ਬਣਾਉਂਦੇ ਆ ਉਹ। ਤੋ ਇਹ ਅਤਿਅੰਤ ਕਾਮਯਾਬ ਜਿਹੜੀ ਇਹ ਪਰ ਦੂਰੇ ਸਾਹਿਬ ਇਹ ਜਿਹੜਾ ਹੈਗਾ ਜਿਹੜਾ ਮਾਡਲ ਆ ਮੋਨਡਰਾਗੋਨ ਵਾਲਾ ਮਾਡਲ, ਕਿ ਯੂਰਪੀਅਨ ਕੰਟਰੀ ਨੇ ਖਾਸ ਕਰਕੇ ਸਪੇਨ ਨੇ ਪੂਰੇ ਸਪੇਨ 'ਚ ਕਿਉਂ ਲਾਗੂ ਨਹੀਂ ਕੀਤਾ? ਕਿਉਂ ਇੱਕ ਲਿਮਟਿਡ ਜੀ ਫੈਡਰੇਸ਼ਨ ਬਣ ਕੇ ਕਿਵੇਂ ਰਹਿ ਗਈ? ਮੈਂ ਉੱਥੇ ਗਿਆ ਸਪੇਨ, ਮੈਨੂੰ ਪਤਾ ਲੱਗਿਆ ਸੀਗਾ ਕਿ ਉਹਨਾਂ ਦੀ ਜਿੱਥੇ ਪ੍ਰੋਡਕਸ਼ਨ ਆਪਣੀ ਆ, ਉਹਨਾਂ ਦੇ ਰਿਟੇਲ ਸਟੋਰ ਤੱਕ ਆਪਣੇ ਆ, ਸਾਰੀ ਚੀਜ਼ ਉਹਨਾਂ ਦੀ ਆਪਣੀ ਆ, ਪੂਰੀ ਦੀ ਪੂਰੀ ਚੇਨ ਉਹਨਾਂ ਦੀ ਆਪਣੀ ਆ। ਤੇ ਇਹ ਚੀਜ਼ ਜਿਹੜੀ ਆ ਉਹਨਾਂ ਨੇ ਫਿਰ ਮਤਲਬ ਓਵਰਆਲ ਪੂਰੇ ਸਪੇਨ ਦੀ ਗਵਰਨਮੈਂਟ ਨੂੰ ਜੇ ਦਿਖਦਾ ਹੋਵੇ ਵੀ ਇਹ ਬੜਾ ਪ੍ਰੋਗਰੈਸਿਵ ਮਾਡਲ ਹੈ, ਤੇ ਉਹ ਪੂਰਾ ਕਿਉਂ ਨਹੀਂ ਅਪਲਾਈ ਹੋ ਸਕਿਆ ਯੂਰਪ ਸਾਰੇ ਤੇ? ਉਹ ਨਹੀਂ, ਉਹ ਗਿੱਲ ਸਾਹਿਬ ਅਸਲ ਦੇ ਵਿੱਚ ਇਟਲੀ 'ਚ ਵੀ, ਸਪੇਨ 'ਚ ਵੀ, ਈਵਨ ਅਮਰੀਕਾ ਦੇ ਸਾਊਥ ਵੱਲ ਬੇਹੱਦ ਜਿਹੜੇ ਆ ਕੋਆਪ ਐਗਜ਼ਿਸਟ ਕਰਦੇ ਆ। ਇਹ ਬਹੁਤ ਵੱਡਾ ਕਰਕੇ ਆਪਾਂ ਇਹਨੂੰ ਮਤਲਬ ਇਹਦੀ ਗੱਲ ਕਰਦੇ ਆ, ਛੋਟੇ ਛੋਟੇ ਬਹੁਤ ਹੈਗੇ ਆ। ਅਮਰੀਕਾ ਦੇ ਵਿੱਚ ਇਲੈਕਟ੍ਰਿਸਿਟੀ ਜਿਹੜੀ ਆ ਉਹਦੀ ਪ੍ਰੋਡਕਸ਼ਨ ਜਿਹੜੀ ਸਾਊਥ ਸਾਈਡ ਤੇ ਦੱਖਣੀ ਪਾਸਾ ਜਿਹੜਾ ਅਮਰੀਕਾ ਦਾ, ਹਾਂਜੀ, ਉੱਥੇ ਬਹੁਤ ਸਾਰੇ ਕੋਆਪ ਪੈਦਾ ਕਰ ਰਹੇ ਆ ਬਿਜਲੀ। ਤੇ ਕੈਨੇਡਾ ਦੇ ਵਿੱਚ ਤੁਸੀਂ ਆ ਜਿਹੜੇ ਆਪਣਾ ਡੇਅਰੀ ਦੇ ਕੋਆਪ ਜਿਹੜੇ ਆ ਉਹ ਇਸ ਵੇਲੇ ਸਭ ਤੋਂ 4-5 ਉਹਨਾਂ ਦੇ ਪਲਾਂਟ ਆ, ਤੇ ਸਾਰੀ ਜਿਹੜੀ ਮਿਲਕ ਦੀ ਪ੍ਰੋਸੈਸਿੰਗ ਆ ਉਹ ਕਰਦੇ ਆ, ਉਹ ਵੀ ਕੋਆਪ ਆ। ਤੇ
ਬਹੁਤ ਸਾਰੀ ਦੁਨੀਆ ਦੇ ਵਿੱਚ ਨਾ ਇਹ ਗੱਲਬਾਤ ਹੋ ਰਹੀ, ਆਪਣੇ ਜਿਹੜੇ ਉਹ ਲਜ਼ਤ ਪਾਪੜ ਜਿਹੜੇ ਆ ਉਹ ਬਹੁਤ ਵੱਡਾ ਕੋਆਪ ਆ, ਵੇਰਕਾ ਵਾਲੇ ਆ, ਅਮੁੱਲ ਵਾਲੇ ਆ। ਜਿਹੜੀ ਟੋਟਲ ਜਿਹੜੀ ਦੁਨੀਆ ਦੀ ਕੋਆਪਸ ਦੇ ਵਿੱਚ ਜਿਹੜੀ ਇਕਨੋਮੀ ਆ ਬਹੁਤ ਵੱਡੀ ਹੈਗੀ ਆ, ਤੇ ਸਿਰਫ ਇਹ ਆ ਕਿ ਅਸੀਂ ਸਾਡਾ ਧਿਆਨ ਨਹੀਂ। ਇੱਕ ਮੈਂ ਥੋੜੀ ਜਿਹੀ ਇਹ ਗੱਲ ਕਰਨੀ ਚਾਹੁੰਦਾ ਕਿ ਜਿਹੜੀ ਇਹ ਇਦਾਂ ਦੀ ਕਾਰਪੋਰੇਸ਼ਨ ਬਣਾਉਣੀ ਨਾ, ਇਹਦੇ ਵੱਲ ਅਜੇ ਪੰਜਾਬੀ ਲੋਕਾਂ ਦਾ ਬਹੁਤਾ ਧਿਆਨ ਨਹੀਂ। ਅਸੀਂ ਅਜੇ ਵੀ ਆਜ਼ਾਦੀ ਦੀ ਲੜਾਈ ਤੋਂ ਬਹੁਤੇ ਬਾਹਰ ਨਹੀਂ ਨਿਕਲੇ। ਅਸੀਂ ਜਦੋਜਹਿਦਾਂ ਕਰਨੀਆਂ ਚਾਹੁੰਦੇ ਹਾਂ, ਅਸੀਂ ਸਰਮਾਏਦਾਰ ਨੂੰ ਢਾਲਣਾ ਚਾਹੁੰਦੇ ਹਾਂ, ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਹੀਦੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹਾਂ, ਪਰ ਐਂਟਰਪ੍ਰੈਨਿਓਰ ਤੇ ਸਾਇੰਟਿਸਟ ਅਸੀਂ ਅਜੇ ਨਹੀਂ ਪੈਦਾ ਕਰਨੇ ਸ਼ੁਰੂ ਕੀਤੇ। ਜਿਹੜੀ ਕਿਸਾਨਾਂ ਦੀ ਮੂਵਮੈਂਟ ਹੈ, ਇਹਨੀ ਪਹਿਲੀ ਵਾਰੀ ਇੱਕ ਵੱਖਰੀ ਕਿਸਮ ਦੀ ਮੂਵਮੈਂਟ ਜਿਹੜੀ ਚਲਾਈ ਹੈ। ਨਹੀਂ ਤਾਂ ਹੁਣ ਤੱਕ ਇਹ ਸੀ ਵੀ ਨਕਸਲ ਬਾੜੀ ਮੂਵਮੈਂਟ ਜਿਹੜੀ ਆ ਉਹ ਉਸ ਕੈਪੀਟਲਿਜ਼ਮ ਨਾਲ ਲੜ ਰਹੀ ਸੀ ਜਿਹੜਾ ਪੰਜਾਬ 'ਚ ਅਜੇ ਆਇਆ ਹੀ ਨਹੀਂ ਸੀ। ਤੇ ਖਾਲਿਸਤਾਨ ਦੀ ਮੂਵਮੈਂਟ ਤੋਂ ਤਾਂ ਆਪਾਂ ਵਾਕਿਫ ਹੀ ਹਾਂ ਵੀ ਕੋਈ ਉਹਦਾ ਬੁਨਿਆਦ ਨਹੀਂ ਹੋ ਸਕਦੀ, ਕੋਈ ਅਰਥਚਾਰਾ ਹੀ ਨਹੀਂ ਬਣਦਾ ਉਹਦਾ। ਪਹਿਲਾਂ ਹੀ ਬਹੁਤ ਛੋਟਾ ਰਹਿ ਗਿਆ ਪੰਜਾਬੀ ਸੂਬਾ ਬਣਨ ਵਾਲੀ। ਆਦੇਸ਼ ਤੋਂ ਰਹਿਤ ਲੜਾਈ ਜਿਹੜੀਆਂ ਲੜ ਰਹੇ ਆਪਾਂ ਬਿਨਾਂ ਕਿਸੇ ਮਤਲਬ ਗੋਲ ਤੋਂ ਘੁਲੀ ਜਾ ਰਹੇ ਸੀ। ਮੈਂ ਤੁਹਾਡੀ ਗੱਲ ਇਹ ਸਾਰੀ ਸਮਝ ਗਿਆ। ਅੱਛਾ ਦੂੜੇ ਸਾਹਿਬ, ਆਪਣਾ ਸਮਾਂ ਵੀ ਬੜੀ ਤੇਜ਼ੀ ਨਾਲ ਨਿਕਲ ਰਿਹਾ ਹੈ, ਥੋੜਾ ਸਮਾਂ ਹੋ ਰਿਹਾ, ਮੈਂ 2-3 ਚੀਜ਼ਾਂ ਤੁਹਾਡੇ ਕੋਲ ਚਾਹੁੰਦਾ ਹਾਂ। ਆਪਾਂ ਬਹੁਤ ਸਲਾਹ ਰਹੇ ਹਾਂ ਸਾਰੇ ਹੀ ਲੋਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਿ ਉਹਨਾਂ ਨੇ ਬੜੀ ਦੂਰਅੰਦੇਸ਼ੀ ਤੋਂ ਕੰਮ ਲਿਆ, ਤੇ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਕੋਆਪ ਵਾਲੀ ਤੁਸੀਂ ਗੱਲ ਕਰ ਰਹੇ ਹੋ ਜਾਂ ਜਿਹੜੀ ਡਿਵਰਸੀਫਿਕੇਸ਼ਨ ਦੀ ਗੱਲ ਚੱਲਦੀ ਰਹੀ ਆ ਵੈਸੇ ਪੰਜਾਬ 'ਚ, ਪਿਛਲੀ ਸਰਕਾਰ ਜਦੋਂ ਆਈ ਸੀ ਕੈਪਟਨ ਸਾਹਿਬ ਦੀ, ਉਦੋਂ ਕੁਝ ਇਹਨਾਂ ਜ਼ੋਨ ਬਣਾਏ ਸੀ, ਡਿਵਰਸੀਫਿਕੇਸ਼ਨ ਦੀਆਂ ਗੱਲਾਂ ਵੀ ਹੋਈਆਂ ਸੀਗੀਆਂ। ਉਹ ਸਰਦਾਰਾ ਸਿੰਘ ਜੌਹਲ ਵਗੈਰਾ ਨੇ ਕੁਝ ਇਹਨਾਂ ਨੂੰ ਦਿੱਤੇ ਵੀ ਸੀਗੇ ਬਣਾ ਕੇ ਮਾਸਟਰ ਪਲਾਨ। ਹੁਣ ਵੀ ਅਜੇ ਮਨਟੇਕ ਸਿੰਘ ਕੋਲ ਲੈ ਰਹੇ ਆ ਇਹ ਕੈਪਟਨ ਸਾਹਿਬ। ਵੈਸੇ ਮਨਟੇਕ ਸਿੰਘ ਦੀ ਐਗਰੀਕਲਚਰ ਇਕਨੋਮੀ ਤੇ ਮੈਨੂੰ ਨਹੀਂ ਲੱਗਦਾ ਕਿ ਬਹੁਤੀ ਮਾਸਟਰੀ ਹੋਵੇ, ਉਹ ਉਹਨਾਂ ਦਾ ਮਾਡਲ ਤੇ ਉਹ ਵਰਲਡ ਬੈਂਕ ਵਾਲਾ ਹੀ ਆ, ਜਿਸ ਤਰ੍ਹਾਂ ਦਾ ਸਰਦਾਰ ਮਨਮੋਹਨ ਸਿੰਘ ਦਾ ਸੀਗਾ। ਪਰ ਜਿਹੜੀ ਗੱਲ ਮੈਂ ਤੁਹਾਡੇ ਕੋਲ ਸਮਝਣੀ ਚਾਹੁੰਦਾ ਆ, ਜੇ ਕਿਸਾਨ ਲੀਡਰਸ਼ਿਪ ਆਪਣੇ ਕਾਡਰ ਨੂੰ ਇਹ ਚੀਜ਼ ਸਮਝਾਵੇ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਭਾਈ ਡਿਵਰਸੀਫਿਕੇਸ਼ਨ, ਭਾਵੇਂ ਸਾਨੂੰ ਸਰਕਾਰ ਨਾ ਵੀ ਕਹੇ ਅਸੀਂ ਪੈਡੀ ਤੋਂ ਬਾਹਰ ਆਉਣਾ ਆ, ਅਸੀਂ ਕੋਆਪ ਵਾਲੇ ਪਾਸੇ ਜਾਣਾ ਆ, ਨਹੀਂ ਚਾਹੀਦੇ ਸਾਨੂੰ 500 ਟਰੈਕਟਰ ਇੱਕ ਪਿੰਡ 'ਚ, 5 ਟਰੈਕਟਰ ਬਹੁਤ ਨੇ। ਤੇ ਜਿਹੜੀ ਉਹ ਮਾਨਸਿਕਤਾ ਹੈ ਨਾ, ਜਿਹੜੀ ਸਾਡੀ ਲੈਂਡ ਲੌਰਡ ਵਾਲੀ, ਲੌਰਡ ਆਪਾਂ ਕਿੱਡੇ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਆ, 10 ਮਰਲੇ ਵਾਲਾ ਵੀ ਲੈਂਡ ਲੌਰਡ ਹੈ, ਉਹਦੇ ਚੋਂ ਬਾਹਰ ਕੱਢਣ ਲਈ ਅਗਰ ਕੋਈ ਕਾਲ ਆਉਂਦੀ ਆ ਇਹਨਾਂ ਜਥੇਬੰਦੀਆਂ ਦੀ, ਜਿੰਨਾ ਉਹਨਾਂ ਦਾ ਇਸ ਵੇਲੇ ਉਹਨਾਂ ਦੀ ਪਕੜ ਬਣੀ ਆ ਕਿਸਾਨੀ ਦੇ ਉੱਤੇ, ਕਿਉਂਕਿ ਉਹ ਇੱਕ ਨਾਰਾ ਲਾਉਂਦੇ ਆ ਨਾ, ਭਾਵੇਂ ਇੰਟਰਨੈਟ ਬੰਦ ਹੋਇਆ ਤੇ ਉਹ ਮਾੜਾ ਜਿਹਾ ਬਾਹਰ ਆ ਕੇ ਇੱਕ ਸੁਨੇਹਾ ਲਾਉਂਦੇ ਆ ਤੇ ਲੋਕ ਧੜਾ ਧੜ ਪਹੁੰਚ ਜਾਂਦੇ ਆ। ਲੋਕਾਂ ਨੂੰ ਦਿਖਦਾ ਕਿ ਸਾਡੇ ਸਾਰੇ ਮਸਲਿਆਂ ਦਾ ਹੱਲ ਇਹਨਾਂ ਕੋਲ ਹੀ ਆ। ਤੇ ਜੇ ਲੀਡਰਸ਼ਿਪ ਆਪਸ 'ਚ ਬੈਠ ਕੇ ਸਿਰ ਜੋੜ ਕੇ ਐਗਰੀਕਲਚਰ ਇਕਨੋਮੀ ਦੇ ਜਿਹੜੇ ਐਕਸਪਰਟ ਉਹਨਾਂ ਨੂੰ ਨਜ਼ਰ ਆ ਰਹੇ ਕਿ ਉਹਨਾਂ ਦੀ ਫੇਵਰ 'ਚ ਗੱਲ ਕਰ ਰਹੇ ਆ, ਉਹਨਾਂ ਨੂੰ ਨਾਲ ਲੈ ਕੇ ਕੋਈ ਇੱਕ ਮਾਡਲ ਵੀ ਸਿਰਜਣ ਦੀ ਕੋਸ਼ਿਸ਼ ਕਰਨ, ਆਪਣੇ ਕਾਡਰ ਥਰੂ ਉਹਨੂੰ ਸਪਰੈਡ ਕਰਨ ਦੀ ਕੋਸ਼ਿਸ਼ ਕਰਨ, ਤੇ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਜ਼ਿਆਦਾ ਇਫੈਕਟਿਵਲੀ ਜਿਹੜੀ ਅਚੀਵਮੈਂਟਸ ਨੇ ਉਹ ਹੋ ਸਕਦੀਆਂ ਨੇ? ਮੈਂ ਨਾ ਤੁਹਾਡੀ ਗੱਲ ਜਿਹੜੀ ਉਹ ਬਹੁਤ ਹੀ ਵਧੀਆ ਆ ਕਿ ਸਿਰਫ 3 ਕਾਨੂੰਨ ਜਿਹੜੇ ਆ ਨਾ ਉਹਨਾਂ ਨੂੰ ਰਿਪੀਲ ਕਰਾ ਦੇਣਾ, ਉਹਨਾਂ ਨੂੰ ਖਾਰਜ ਕਰਵਾ ਦੇਣਾ, ਇਹਦੇ ਨਾਲ ਕੋਈ ਬਹੁਤ ਵੱਡਾ ਅਸਰ ਨਹੀਂ ਹੋਣ ਲੱਗਾ। ਇਹ ਗੱਲ ਠੀਕ ਹੈ ਕਿ ਉਹਨਾਂ ਨੇ ਜਿਹੜਾ ਵਾਰਤਾਲਾਪ ਜਿਹੜਾ ਸ਼ੁਰੂ ਕੀਤਾ ਆ ਸੈਕੂਲਰ ਆ, ਉਹ ਧਰਮਾਂ ਜਾਤਾਂ ਤੋਂ ਉੱਤੇ ਆ, ਬੜੀ ਵਧੀਆ ਗੱਲ ਆ। ਪਰ 3 ਕਾਨੂੰਨ ਜਿਹੜੇ ਆ ਇਹ ਮੁੱਦਾ ਕਾਫੀ ਨਹੀਂਗਾ, ਉਹਨਾਂ ਨੂੰ ਬੈਠ ਕੇ ਅਲਟਰਨੇਟਿਵ ਮਾਡਲ ਜਿਹੜੇ ਆ ਉਹ ਵੀ ਜ਼ਰੂਰ ਦੇਖਣੇ ਚਾਹੀਦੇ ਪੰਜਾਬ ਦੇ ਵਿੱਚ, ਕਿਉਂਕਿ ਸਰਮਾਏਦਾਰੀ ਦੇ ਖਿਲਾਫ ਬਹੁਤ ਲੋਕ ਬੋਲਦੇ, ਬਹੁਤੇ ਬੰਦੇ ਜਿਹੜੇ ਲੈਫਟ ਬੈਕਗਰਾਊਂਡ 'ਚੋਂ ਆਏ ਹੋ, ਆਪਣੇ ਲੀਡਰ ਜਿਹੜੇ ਆ ਕਿਸਾਨ ਲੀਡਰ, ਤੇ ਉਹ ਹੁਣ ਉਹ ਖੈਰ ਜੋ ਕੁਛ ਕਰ ਰਿਹਾ ਉਹ ਬਿਲਕੁਲ ਵੱਖਰਾ ਆ। ਤੇ ਪਰ ਪੰਜਾਬ ਦੇ ਵਿੱਚ ਸਰਮਾਏਦਾਰੀ ਨੂੰ ਗਾਲਾਂ ਕੱਢਣ ਵਾਲੇ, ਕਾਰਪੋਰੇਸ਼ਨ ਨੂੰ ਗਾਲਾਂ ਕੱਢਣ ਵਾਲੇ ਬਹੁਤ ਬੰਦੇ ਹੈਗੇ ਆ, ਪਰ ਸਰਮਾਏਦਾਰੀ ਨੂੰ ਅੰਦਰੋਂ ਬਦਲਣ ਦੀ ਜਿਹੜਾ ਆਰਟ ਆ ਉਹ ਅਜੇ ਉਹਦੀ ਗੱਲਬਾਤ ਨਹੀਂ ਤੁਰੀ ਕਿ ਸਰਮਾਏਦਾਰੀ ਨੂੰ ਜੇ ਰਹਿਣਾ ਹੀ ਹੈ ਸਰਮਾਏਦਾਰੀ ਨੇ ਇੱਥੇ, ਜੇ ਅਸੀਂ ਇਹਨੂੰ ਬਦਲ ਨਹੀਂ ਸਕਦੇ ਤਾਂ ਆਪਾਂ ਇਹਨੂੰ ਅੰਦਰੋਂ ਕਿਉਂ ਨਾ ਟੇਕ ਓਵਰ ਕਰੀਏ। ਔਰ ਮੌਂਡਰਾਗੌਨ ਵਾਲੀ ਕਾਰਪੋਰੇਸ਼ਨ ਤੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ, ਉਹਨੇ ਸਰਮਾਏਦਾਰੀ ਨੂੰ ਆਪਣੇ ਹੱਕ 'ਚ ਵਰਤਿਆ ਪਰ ਆਪਣੇ ਕਾਮਿਆਂ ਦੇ ਹਿੱਤਾਂ ਲਈ ਵਰਤਿਆ। ਇੱਦਾਂ ਹੀ ਕਿਸਾਨ ਕਰ ਸਕਦੇ ਆ। ਕਿਸਾਨ ਜੇ ਕਿਤੇ ਦੇਖੋ ਗਿੱਲ ਸਾਹਿਬ, ਤੁਸੀਂ ਇੱਕ ਗੱਲ ਸੋਚੋ ਜਰਾ, ਜੇ ਫਰਜ਼ ਕਰੋ ਇਹਨਾਂ ਕਿਸਾਨਾਂ ਦੀ, ਅਸੀਂ ਇਹਨਾਂ ਦੀ ਇਮਾਨਦਾਰੀ ਤੋਂ, ਇਹਨਾਂ ਦੀ ਸ਼ਾਂਤੀ ਤੋਂ, ਸਾਰੀ ਗੱਲ ਤੋਂ ਅਸੀਂ ਬੜੇ ਪ੍ਰਭਾਵਿਤ ਹੋਏ, ਜੇ ਕਿਤੇ ਇਹ ਆਪਣੀ ਕੋਈ ਬ੍ਰਾਂਡ ਸ਼ੁਰੂ ਕਰ ਦੇਣ, ਕਿਸਾਨ ਆਟਾ, ਕਿਸਾਨ ਫਲਾਨਾ, ਕਿਸਾਨ ਆਹ ਪ੍ਰੋਡਕਟ, ਉਹ ਪ੍ਰੋਡਕਟ, ਜਿਹਦੇ ਉੱਤੇ ਇਹ ਇਤਬਾਰ ਹੋਵੇ ਕਿ ਇਹ ਬਿਲਕੁਲ ਸ਼ੁੱਧ ਹੋਊਗਾ ਕਿਉਂਕਿ ਇੱਥੇ ਕਿਸਾਨ ਲਿਖਿਆ ਹੈ, ਕਿੰਨੀ ਦੁਨੀਆ ਖਰੀਦੂਗੀ। ਮੈਂ
ਸਮਝਦਾ ਕਿ ਆਪਣੇ ਲੋਕ ਇੱਥੇ ਕੈਨੇਡਾ ਦੇ ਵਿੱਚ ਸਾਰੇ ਖਰੀਦਣਾ ਪਸੰਦ ਕਰਨਗੇ ਉਹਨੂੰ। ਤੇ ਹਿੰਦੁਸਤਾਨ ਦੇ ਵਿੱਚ ਜਦੋਂ ਜੇ ਸ਼ਿਓਰਿਟੀ ਮਿਲ ਜਾਵੇ, ਜਿਹੜੀ ਰਾਮਦੇਵ ਨੇ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕਈ ਗੱਲਾਂ 'ਚ ਫੜਿਆ ਗਿਆ, ਤੇ ਜੇ ਕਿਸਾਨ ਇਹੋ ਜਿਹੀਆਂ ਆਪਣੀਆਂ ਜਿਹੜੀਆਂ ਕੋਈ ਚੀਜ਼ਾਂ ਜਿਹੜੀਆਂ ਬਣਾ ਕੇ ਮਾਰਕੀਟ ਕਰਨ, ਤਾਂ ਬਹੁਤ ਲੋਕ ਜਿਹੜੇ ਆ ਉਹ ਸ਼ੁਕਰਗੁਜ਼ਾਰ ਵੀ ਹੋਣਗੇ ਔਰ ਖਰੀਦਣਗੇ ਵੀ, ਔਰ ਇੱਕ ਬਹੁਤ ਵੱਡੀ ਇਹਨਾਂ ਦੀ ਇੱਕ ਕਾਰਪੋਰੇਸ਼ਨ ਬਣ ਸਕਦੀ ਆ, ਜਿਹੜੀ ਜੇ ਉਹ ਮੋਨਰਾਗੋਨ ਵਾਲੇ ਉਹਦੇ ਮਾਡਲ ਤੇ ਬਣਾਈ ਜਾਵੇ ਤਾਂ ਦੁਨੀਆ ਭਰ ਦੇ ਵਿੱਚ ਉਹ ਕਾਮਯਾਬ ਹੋ ਸਕਦੀ ਹੈ। ਜੀ ਅੱਛਾ, ਆਪਾਂ ਲਾਸਟ ਇੱਕ ਅੱਧੀ ਗੱਲ ਹੋਰ ਕਰ ਸਕਦੇ ਹਾਂ, ਬਹੁਤਾ ਸਮਾਂ ਨਹੀਂ ਆ ਤੁਹਾਡੇ ਕੋਲ, ਫਿਰ ਕਿਸੇ ਦਿਨ ਸਮਾਂ ਲਵਾਂਗਾ। ਬਹੁਤ ਤੁਸੀਂ ਕੰਮ ਦੀਆਂ ਸਾਨੂੰ ਗੱਲਾਂ ਸਮਝਾ ਰਹੇ ਹੋ, ਜਿਹੜੀਆਂ ਚੀਜ਼ਾਂ ਵੱਲ ਜੇ ਸਾਡਾ ਧਿਆਨ ਨਹੀਂ ਆ, ਮੋٹے ਤੌਰ ਤੇ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਬਿੱਲ ਰਿਪੀਲ ਕਰਾ ਲਏ ਤੇ ਸਾਡੀ ਜਿੱਤ ਹੋ ਜਾਣੀ ਆ ਤੇ ਅਸੀਂ ਡਗੇ ਵਜਾਉਂਦੇ ਵਾਪਸ ਆਉਣਾ, ਭੰਗੜੇ ਪਾਉਂਦੇ। ਸਾਡੀ ਲੀਡਰਸ਼ਿਪ ਹੀ ਇਹ ਕਹਿ ਰਹੀ ਆ ਕਿ ਅੱਜ ਬਿੱਲ ਵਾਪਸ ਲੈ ਲਓ ਜੀ, ਅਸੀਂ ਤੇ ਮੋਦੀ ਸਾਹਿਬ ਤੁਹਾਡੇ ਗਲ 'ਚ ਹਾਰ ਪਾਵਾਂਗੇ, ਤੁਹਾਡੇ ਮੂੰਹ 'ਚ ਲੱਡੂ ਪਾਵਾਂਗੇ ਤੇ ਭੰਗੜੇ ਪਾਉਂਦੇ ਹੋਏ ਆਪਣੇ ਘਰਾਂ ਨੂੰ ਪਰਤ ਜਾਾਂਗੇ ਤੇ ਘਰ ਜਾ ਕੇ ਫਿਰ ਸੌਂ ਜਾਾਂਗੇ। ਜਿਹੜਾ ਉਹ ਕਲਚਰ ਪੰਜਾਬ ਪਿਛਲੇ ਦਿਨੀ ਅਸੀਂ ਵੇਖਿਆ, ਚਿੱਟੇ ਕੁੜਤੇ ਪਜਾਮੇ ਵਾਲਾ ਕਲਚਰ, ਜਿੱਥੇ ਪੋਲੀਟੀਸ਼ੀਅਨ ਦਾ ਪਜਾਮੀਆਂ ਤੰਗ ਵਾਲਾ ਕਲਚਰ ਤੇ ਆਪਣੇ ਲੋਕਾਂ ਦਾ ਚਿੱਟੇ ਕੁੜਤੇ ਪਜਾਮੇ ਪਾ ਕੇ ਵੇਲ ਪੁਣੇ ਵਾਲਾ ਕਲਚਰ। ਬੱਚਿਆਂ ਨੇ ਖੇਤਾਂ ਦੀਆਂ ਵੱਟਾਂ ਤੇ ਨਹੀਂ ਜਾ ਕੇ ਵੇਖਿਆ ਕਦੀ, ਤੇ ਪੁਰਾਣੇ ਜਿਹੜੇ ਬਜ਼ੁਰਗ ਜਿਹੜੇ ਖੇਤੀ ਕਰਦੇ ਆ ਉਹਨਾਂ ਤੇ ਹੰਡਾਈ ਆ, ਜਿਹੜੇ ਹੁਣ ਬਜ਼ੁਰਗ ਹੀ ਦਿਖਦੇ ਆ, ਤਾਂ ਹੀ ਉਹ ਸਾਨੂੰ ਜ਼ਿਆਦਾ ਮੂਵਮੈਂਟ ਵਿੱਚ ਵੀ ਨੌਜਵਾਨ ਹੈਗੇ ਨੇ, ਭਾਵਕ ਤੌਰ ਤੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਖੇਤੀ ਦਾ ਅਸੀਂ ਕਰਨਾ ਕੀ ਆ, ਮੁੜ ਕੇ ਬਦਲ ਕਰਨਾ ਕੀ ਆ। ਧਿਆਨ ਉਹਨਾਂ ਦਾ ਅੱਜ ਵੀ ਆ ਵੀ ਅਸੀਂ ਕੈਨੇਡਾ ਜਾਣਾ ਆ, ਇੱਥੇ ਆ ਕੇ ਭਾਵੇਂ ਟਰੱਕ ਹੀ ਚਲਾਈਏ, ਪਰ ਅਸੀਂ ਆਪਣੀ ਜਿਹੜੀ ਲੈਂਡ ਹੋਲਡਿੰਗ ਆ, ਬਹੁਤ ਸਾਰੇ ਲੋਕਾਂ ਦੀ ਮੈਂ ਵੇਖਦਾ, ਕੋਈ ਕਹਿੰਦਾ ਮੇਰੇ ਕੋਲ 60 ਏਕੜ ਵੀ ਹੈਗੇ ਆ ਪਰ ਮੈਨੂੰ ਵਾਹੁਣ ਵਾਲਾ ਕੋਈ ਨਹੀਂ, ਮੈਂ ਮਜਬੂਰੀ 'ਚ ਠੇਕੇ ਤੇ ਦੇ ਰਿਹਾ। ਮਤਲਬ ਸਾਡੇ ਬੱਚਿਆਂ ਦਾ, ਅਗਲੀ ਪੀੜ੍ਹੀ ਨੂੰ ਅਸੀਂ ਉੱਦਾਂ ਤਿਆਰ ਹੀ ਨਹੀਂ ਕੀਤਾ ਕਿ ਅਸੀਂ ਜਿਹੜਾ ਉਹ ਸਵੈ ਰੁਜ਼ਗਾਰ ਦੇ ਤੌਰ ਤੇ ਉਹਨੂੰ ਉਸ ਕਿੱਤੇ ਨੂੰ, ਉਹਦੀਆਂ ਬਰੀਕੀਆਂ ਨੂੰ ਸਮਝ ਕੇ ਤੇ ਉਹਨੂੰ ਨਵੇਂ ਯੁੱਗ ਦੇ ਹਾਣ ਦੀ ਬਣਾ ਸਕੀਏ। ਸੋ ਆਪਾਂ ਚਲੋ ਗੱਲਾਂ ਤੇ ਬਹੁਤ ਨੇ, ਜਿੰਨੀਆਂ ਮਰਜ਼ੀ ਕਰ ਲਈਏ, ਤੁਸੀਂ ਕਨਕਲੂਡ ਕਰੋ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈ ਕਿ ਪੰਜਾਬ ਦੇ ਵਿੱਚ ਹੋਰ ਕਿਹੜੀ ਤਬਦੀਲੀ ਤੁਸੀਂ ਵੱਡੀ ਵੇਖ ਸਕਦੇ ਹੋ। ਬਸ ਇਹ ਆਖਰੀ ਸੈਗਮੈਂਟ ਹੀ ਆਪਣੀ ਹੋਣੀ ਹੈ ਜੀ। ਦੇਖੋ, ਪੰਜਾਬ ਦੇ ਵਿੱਚ ਇੱਕ ਤਾਂ ਬਹੁਤ ਵੱਡੀ ਪ੍ਰੋਬਲਮ ਇਹ ਆ ਕਿ ਕਾਂਗਰਸ ਤਾਂ ਅਕਾਲੀ ਪਾਰਟੀ ਜਿਹੜੀ ਆ ਉਹ ਬਾਰੋ-ਬਾਰੀ ਆਉਂਦੇ ਰਹੇ ਆ। ਇਸ ਗੱਲ ਦਾ ਕੋਈ ਬਦਲ ਹੋਣਾ ਚਾਹੀਦਾ ਹੈ, ਕਿਉਂਕਿ ਜੇ ਇਹਨੂੰ ਹੁਣ ਆਪਣੇ ਕਿਸਾਨ ਕਹਿੰਦੇ ਵੀ ਅਸੀਂ ਸਿਆਸਤ ਦੇ ਵਿੱਚ ਨਹੀਂ ਆਉਣਾ, ਉੱਦਾਂ ਹੁਣ ਗੱਲਬਾਤ ਕਰਨ ਲੱਗੇ ਇਹਨਾਂ ਦੇ ਨਾਲ, ਇੱਕ ਖਾਸ ਕਿਸਮ ਦੀ ਜਿਹੜੀ ਲੋਕਾਂ ਵੱਲ ਨੂੰ ਪ੍ਰਤੀਬੱਧਤਾ ਜਿਹੜੀ ਆ ਔਰ ਜਵਾਬਦੇਹੀ ਆ, ਇਹ ਪੈਦਾ ਹੋਣੀ ਚਾਹੀਦੀ ਪੰਜਾਬ ਦੇ ਵਿੱਚ। ਤੇ ਦੂਜੀ ਗੱਲ ਇਹ ਵੀ ਇਮਾਨਦਾਰੀ ਦਾ ਕੋਈ ਲੈਵਲ ਜਿਹੜਾ ਉੱਥੇ ਸਥਿਰ ਹੋਣਾ ਚਾਹੀਦਾ। ਜਿਹੜੇ ਹੁਣ ਇੰਡਸਟਰੀਅਲਿਸਟ ਪਾਣੀ ਪੰਪ ਕਰ ਰਿਹਾ ਜ਼ਮੀਨ ਦੇ ਵਿੱਚ, ਟੌਕਸਿਕ ਵਾਟਰ, ਇਹ ਸਵਾਏ ਸੁਈਸਾਈਡ ਤੋਂ, ਉਹ ਸਾਡੇ ਵੱਲੋਂ ਸਾਰਿਆਂ ਵੱਲੋਂ ਸੁਈਸਾਈਡ ਕਮਿਟ ਕਰ ਰਿਹਾ। ਪੰਜਾਬ ਦੀ ਮਤਲਬ ਪੰਜਾਬ ਦਾ ਭਵਿੱਖ ਜਿਹੜਾ ਆ ਉਹਨੂੰ ਖਤਮ ਕਰਨ ਲਈ ਉਹ ਕਰ ਰਿਹਾ, ਥੋੜ੍ਹੇ ਜਿਹੇ ਪੈਸਿਆਂ ਬਦਲੇ। ਦੇਖੋ, ਜੇ ਇਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਤਾਂ ਤੁਸੀਂ ਬਾਕੀ ਕੀ ਕਰ ਸਕਦੇ ਆ। ਇੱਕ ਬਹੁਤ ਹੀ ਜ਼ਬਰਦਸਤ ਕਿਸਮ ਦਾ ਨਾ ਐਕਸ਼ਨ ਇਹਨਾਂ 'ਤੇ ਹੋਣਾ ਚਾਹੀਦਾ ਆ। ਤੇ ਜਿਹੜੀ ਉਹ ਆਪਣੀ এনवायरमेंटल ਕੋਈ ਬੋਰਡ ਬਾਰਡ ਹੈਗਾ ਆ ਜਿਹੜਾ ਥੋੜ੍ਹੇ ਬਹੁਤ ਪੈਸੇ ਲੈ ਕੇ ਚੁੱਪ ਕਰ ਜਾਂਦਾ ਆ, ਉਹਨਾਂ ਦੇ ਵਿੱਚ ਵੀ ਕੁਛ ਕਰਨ ਦੀ ਲੋੜ ਆ। ਤੇ ਜਿਹੜੀ ਤੁਸੀਂ ਉਹ ਗੱਲ ਕੀਤੀ ਕਿ ਨੌਜਵਾਨ ਮੁੰਡੇ ਜਿਹੜੇ ਉਹ ਕੈਨੇਡਾ ਹੀ ਆਉਣਾ ਚਾਹੁੰਦੇ ਆ, ਪਰ ਦੇਖੋ ਇੱਕ ਤਬਦੀਲੀ ਬਹੁਤ ਵੱਡੀ ਆਉਂਦੀ ਹੈ। ਉਹ ਜਹਾਜ਼ 'ਚੋਂ ਜਦੋਂ ਬਹਿ ਕੇ ਇੱਧਰ ਉਤਰੇ ਆਉਂਦੇ ਨਾ, ਇੱਕ ਬਹੁਤ ਵੱਡੀ ਤਬਦੀਲੀ ਆਉਂਦੀ। ਉੱਥੇ ਉਹ ਨਾਂ ਨਹੀਂ ਲੈਂਦੇ ਕਿਸੇ ਕਾਰਪੋਰੇਸ਼ਨ ਨੂੰ ਖੋਲ੍ਹਣ ਦਾ, ਕੋਈ ਐਂਟਰਪ੍ਰੀਨਿਊਰੀਅਲ ਕੰਮ ਕਰਨ ਦਾ। ਇੱਥੇ ਆ ਕੇ ਜੋ ਟਰੱਕ ਵੀ ਪਾਉਂਦੇ, ਟੈਕਸੀ ਵੀ ਲੈਂਦੇ ਜਾਂ ਜੋ ਵੀ ਕਰਦੇ ਆ, ਇਹੋ ਇੰਨੀਆਂ ਕੰਪਨੀਆਂ ਖੋਲ੍ਹੀਆਂ ਆਪਣੇ ਯੰਗ ਮੁੰਡਿਆਂ ਨੇ, ਔਰ ਕਈ ਇੰਨੀਆਂ ਵੱਡੀਆਂ ਹੋ ਚੁੱਕੀਆਂ, ਕਾਮਯਾਬ ਨੇ। ਸਰੀ ਇਕੱਲੀ ਦੇ ਵਿੱਚ ਕੋਈ 10-15 ਬੰਦੇ ਆ ਜਿਹੜੇ $100 ਮਿਲੀਅਨ ਦਾ ਵਰਥ ਹੈ ਜਿਹਨਾਂ ਦਾ ਹੁਣ, ਔਰ $8 ਜੇਬ 'ਚ ਲੈ ਕੇ ਆਏ ਸੀ ਉਹ ਕਦੀ। ਸੋ ਜਿਹੜੀ ਮਾਨਸਿਕ ਤਬਦੀਲੀ ਆ ਉਹ ਇੱਕ ਸਿੰਥਸਿਸ ਦੇ ਲੈਵਲ 'ਤੇ ਆਉਣੀ ਚਾਹੀਦੀ। ਇੱਕ ਤਾਂ ਕਿਸਾਨਾਂ ਵਾਲੀ ਜਿਹੜੀ ਇਮਾਨਦਾਰੀ, ਸ਼ਾਂਤੀ, ਸੈਕੂਲਰਿਜ਼ਮ, ਪ੍ਰੋਗਰੈਸਿਵ ਵੈਲਿਊਜ਼, ਜਿਹੜੀਆਂ ਗੁਰੂ ਨਾਨਕ ਦੇਵ ਦੀਆਂ ਵੀ ਵੈਲਿਊਜ਼ ਉਹੋ ਹੀ ਆ, ਉਹ ਲਿਆਂਦੀਆਂ ਜਾਣੀਆਂ ਚਾਹੀਦੀਆਂ। ਦੂਜਾ ਹੈਗਾ ਆ ਕਿ ਕੈਪੀਟਲਿਜ਼ਮ ਨੂੰ ਅੰਦਰੋਂ ਬਦਲਣ ਲਈ ਮੋਨਰਾਗੋਨ ਵਰਗੇ ਜਾਂ ਲਾਂਬੜਾ ਕਾਂਗੜੀ ਵਰਗੇ ਮਾਡਲ ਜਿਹੜੇ ਉਹ ਫੋਲੋ ਕੀਤੇ ਜਾਣੇ ਚਾਹੀਦੇ ਆ। ਤੇ ਜਿਹੜਾ ਸਿੰਪਲੀ ਇੱਕ ਨਾ ਬੜੀ ਸਿੰਪਲੀਫਾਈਡ ਜੀ ਵਰਜ਼ਨ ਸਾਡੇ ਕਾਮਰੇਡ ਦੋਸਤਾਂ ਨੇ ਲੱਭੀ ਹੋਆ ਕਿ ਜੇ ਤੁਸੀਂ ਕੈਪੀਟਲਿਜ਼ਮ ਨੂੰ ਗਾਲਾਂ ਨਹੀਂ ਕੱਢਦੇ ਤਾਂ ਤੁਸੀਂ ਪਿੱਛਾਂ ਖਿੱਚੂਆਂ ਜਾਂ ਫਲਾਣੇ, ਇਹੋ ਜਿਹੀ ਸਿੰਪਲੀਫਾਈਡ ਜਿਹੜੀ ਇੰਟਰਪ੍ਰੀਟੇਸ਼ਨ ਹੈ ਰਿਐਲਿਟੀ ਦੀ ਨਾ, ਇਹ ਵੀ ਥੋੜ੍ਹੀ ਸਮੱਸਿਆ ਆ। ਤੇ ਦੂਜੇ ਪਾਸੇ ਆਪਣੇ ਅਜਮੇਰ ਸਿੰਘ ਵਰਗੇ ਬੰਦੇ ਆ ਜਿਹੜੇ ਹਮੇਸ਼ਾ ਇਹੀ ਕਹੀ ਜਾਂਦੇ ਕਿ ਸਿੱਖ ਧਰਮ ਨੂੰ ਖਤਰਾ ਆ। ਤੁਸੀਂ ਪਤਾ ਨਹੀਂ ਮੇਰਾ ਉਹ ਆਰਟੀਕਲ ਪੜ੍ਹਿਆ ਕਿ ਨਹੀਂ, ਉਹਦੀਆਂ ਅਜਮੇਰ ਸਿੰਘ ਦੀਆਂ ਬੱਜਰ ਗਲਤ ਫਹਿਮੀਆਂ ਬਾਰੇ। ਹਾਂਜੀ ਹਾਂਜੀ।
ਹਾਂਜੀ ਤੇ मैं नहीं देख सकिया सर, मैं नहीं देखा था आर्टिकल, मैं देखूंगा हम जरूर जरूर जी। हाँ जी। ਉਹਦੇ ਵਿੱਚ ਛਪਿਆ ਸੀ ਜਿਹੜਾ ਆਪਣਾ ਮੈਗਜ਼ੀਨ ਹੈ ਅਮਰੀਕਾ ਤੋਂ ਨਿਕਲਦਾ, ਉਹਦਾ ਮੁਲਕ पंजाब टाइम्स। ਪੰਜਾਬ ਟਾਈਮਸ। हाँ जी हाँ जी। ਕੈਨੇਡਾ 'ਚ ਵੀ ਕਿਸੇ ਮੈਗਜ਼ੀਨ 'ਚ ਛਪਿਆ ਸੀ। ਚਲੋ ਇਨ ਐਨੀ ਕੇਸ ਮਾਮਲਾ ਇਹ ਆ ਗਿੱਲ ਸਾਹਿਬ ਵੀ ਜਿਹੜੀ ਮੋਨਰਾਗਨ ਵਾਲੀ ਗੱਲ ਆ ਨਾ, ਇਹਦੇ ਬਾਰੇ ਕਾਫੀ ਸਾਰੀ ਗੱਲਬਾਤ ਜਿਹੜੀ ਆ ਉਹ ਇੰਟੈਲੈਕਚੁਅਲ ਸਰਕਲਸ ਦੇ ਵਿੱਚ ਵੀ ਹੋਣੀ ਚਾਹੀਦੀ, ਆਮ ਲੋਕਾਂ 'ਚ ਵੀ ਹੋਣੀ ਚਾਹੀਦੀ ਆ। ਔਰ ਜਿਹੜੀ ਗੱਲ ਤੁਸੀਂ ਕਹੀ ਨਾ ਕਿ ਸਿਰਫ 2-3 ਕਾਨੂੰਨ ਜਿਹੜੇ ਆ ਉਹ ਰੱਦ ਕਰਵਾ ਦੇਣੇ ਕਾਫੀ ਨਹੀਂ, ਸਾਨੂੰ ਕੋਈ ਅਲਟਰਨੇਟਿਵ ਮਾਡਲ ਵੀ ਦੇਖਣੇ ਪੈਣੇ ਆ, ਨਹੀਂ ਤਾਂ ਫਿਰ ਮੁੜ ਕੇ ਗੱਲ ਉੱਥੇ ਫੇਰ ਆ ਜਾਣੀ ਵੀ ਸਾਰਾ ਕੁਝ ਕੀਤਾ ਤਾਂ ਮਗਰੋਂ ਨਹੀਂ ਕੁਝ ਵੀ ਨਹੀਂ ਨਿਕਲਿਆ। ਆਪਣੇ ਦੁੜੇ ਸਾਹਿਬ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਬਹੁਤ ਕੰਮ ਦੀਆਂ ਗੱਲਾਂ ਤੁਸੀਂ ਸਾਨੂੰ ਸਮਝਾਈਆਂ ਨੇ, ਔਰ ਮੇਰੇ ਜਿਹੜੇ ਟੀਵੀ ਦੇ ਦਰਸ਼ਕ ਨੇ ਉਹ ਬਹੁਤ ਸਾਰੀਆਂ ਗੱਲਾਂ ਨਾਲ ਜ਼ਰੂਰ ਸਹਿਮਤ ਹੋਣਗੇ। ਆਪਾਂ ਇਹਨਾਂ ਦੀ ਫੀਡਬੈਕ ਆਊਗੀ, ਫਿਰ ਕਿਸੇ ਨਾ ਕਿਸੇ ਦਿਨ ਆਪਾਂ ਦੁਬਾਰਾ ਇਹਨਾਂ ਮੁੱਦਿਆਂ ਨੂੰ ਤੁਹਾਡੇ ਨਵੇਂ ਸ਼ਬਦਾਂ 'ਚ ਨਵੇਂ ਢੰਗ ਨਾਲ, ਤੇ ਜਿਹੜੀਆਂ ਗੱਲਾਂ ਬਹੁਤ ਸਾਰੀਆਂ ਨੇ ਇਕਨੋਮੀ ਬਾਰੇ, ਐਗਰੋ ਇਕਨੋਮੀ ਦੇ ਉੱਤੇ ਬਹੁਤ ਕੁਝ ਕਰਨ ਵਾਲਾ, ਉਹ ਆਪਾਂ ਲਗਾਤਾਰ ਕਰਦੇ ਰਿਹਾ ਕਰਾਂਗੇ। ਤੁਹਾਡਾ ਸਾਨੂੰ ਸਹਿਯੋਗ ਦੇਣ ਲਈ, ਸਾਡੇ ਨਾਲ ਪਿਆਰ ਮੁਹੱਬਤ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਜੀ। ਗਿੱਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ।